ਕਿਸੇ ਖਿੱਤੇ ਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਮੈਨੂੰ ਉਸ ਖਿੱਤੇ ਦੇ 2-4 ਗੀਤ ਸੁਣਾ ਦਿਓ ਤਾਂ ਮੈਂ ਤੁਹਾਨੂੰ ਉਸ ਕਸਬੇ ਦਾ, ਉਸ ਦੇਸ਼ ਦਾ ਹਾਲਾਤ ਬਿਆਨ ਕਰ ਦੇਵਾਂਗਾ। ਸ਼ਾਇਦ ਇਸੇ ਹੀ ਕਰਕੇ ਅੱਜ ਤੋਂ ਕਰੀਬ 70-80 ਸਾਲ ਪਹਿਲਾਂ ਧਨੀ ਰਾਮ ਚਾਤਰਿਕ ਲਿਖਦੇ ਨੇ ਕਿ ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਗੀਤਾਂ ਦੇ ਵਿੱਚ ਖੇਤੀ ਦਾ ਜ਼ਿਕਰ ਹੁੰਦਾ ਸੀ। ਕਹਿਣ ਦਾ ਭਾਵ ਹੈ ਕਿ ਖੇਤੀ ਕਰਮਾਂ ਸੇਤੀ ਉਦੋਂ ਖੁਸ਼ੀ ਤੇ ਆਨੰਦ ਹੁੰਦਾ ਸੀ, ਪਰ ਸਮਾਂ ਬਦਲਦਾ ਹੈ ਤੇ 21ਵੀਂ ਸਦੀ ਦੇ ਅੰਦਰ ਆ ਕੇ ਗੀਤ ਗਾਏ ਜਾਂਦੇ ਨੇ। ਬੱਬੂ ਮਾਨ ਗਾਉਂਦਾ ਹੈ ਕਿ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ। ਰਾਜ ਬਰਾੜ ਕਹਿੰਦਾ ਹੈ ਕਿ ਪਹਿਲਾਂ ਛੋਟੀ ਭੈਣ ਵਿਆਹੀ, ਫੇਰ ਬੈਂਕ ਦੀ ਕਿਸ਼ਤ ਵੀ ਲਾਹੀ, ਨਹੀਂ ਲੱਥਿਆ ਸਿਰ ਤੋਂ ਕਰਜ਼ਾ ਮਿੱਟੀ ਵਿੱਚ ਮਿੱਟੀ ਹੋ ਕੇ, ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ। ਖੇਤੀ ਤੇ ਗੱਲ ਕਰਨ ਦੀ ਲੋੜ ਹੈ। ਖੇਤੀ ਜਿਹੜੀ ਕਿ ਕਿਸੇ ਦੌਰ ਦੇ ਅੰਦਰ ਮੈਂ ਕਿਹਾ ਕਰਮਾਂ ਸੇਤੀ ਸੀ। ਬਾਲੀਵੁੱਡ ਦੇ ਵਿੱਚ ਵੀ ਗੀਤ ਗਾਏ ਗਏ ਕਿ ਮੇਰੇ ਦੇਸ਼ की धरती सोना चांदी उगले हीरे मोती। पर अज किसान तंग बहुत है, अज किसान परेशान है। आखिरकार वजह की है कि किसानी ढैंदी कल वाले पासे क्यों जा रही है? हालांकि झाड़ जिहड़े ने वो वधदे जा रहे हैं। अज असीं गलबात करांगे, खेत दे विच मौजूद हैं। पंजाब कांग्रेस के प्रधान नवजोत सिंह सिद्धू नूं असीं खेत 'च लैके आए हैं। वो पंजाब मॉडल की गल करते हैं। पुछदे हैं कि पंजाब मॉडल है की है। सिद्धू साहब बहुत बहुत स्वागत। ਧੰਨਵਾਦ ਜੀ ਸੋਢੀ ਸਾਹਿਬ, ਬੜੀ ਦੇਰ ਬਾਅਦ ਮੁਲਾਕਾਤ ਹੋਈ ਹੈ ਮਿੱਤਰ। ਬਿਲਕੁਲ ਸਿੱਧੂ ਸਾਹਿਬ, ਤੁਸੀਂ ਅਕਸਰ ਪੰਜਾਬ ਮਾਡਲ ਦੀ ਗੱਲ ਕਰਦੇ ਹੋ। ਤੁਹਾਡੀਆਂ ਮੈਂ ਬਹੁਤ ਸਾਰੀਆਂ ਮੁਲਾਕਾਤਾਂ ਸੁਣੀਆਂ ਨੇ। ਤੁਸੀਂ ਖੇਤੀ ਦੀ ਗੱਲ ਕਰਦੇ ਹੋ ਕਿ ਖੇਤੀ ਢੈਂਦੀ ਕਲ ਵਾਲੇ ਪਾਸੇ ਜਾ ਰਹੀ ਹੈ ਤੇ ਨਵੇਂ ਮਾਡਲ ਦੀ ਲੋੜ ਹੈ। ਇਹ ਮਾਡਲ ਹੈ ਕੀ ਹੈ ਔਰ ਮਤਲਬ ਲਾਗੂ ਕਿਉਂ ਨਹੀਂ ਹੈ? ਫਿਰ ਦੇਖੋ, ਇੱਕ ਸਿੱਧੀ ਜੀ ਗੱਲ ਹੈ। ਤੁਸੀਂ ਸਾਰੇ ਇਹ ਗੱਲਾਂ ਕਰਦੇ ਹੋ ਜੀ, ਅੱਜ ਖੇਤੀ ਇੱਥੇ ਆ ਗਈ, ਅੱਜ ਖੇਤੀ ਢਹਿਣ ਲੱਗ ਗਈ, ਅੱਜ ਸਾਡਾ ਮਾੜਾ ਹਾਲ ਹੈ। 100 ਵਰਿਆਂ ਦਾ ਹਨੇਰਾ ਹੋਵੇ ਤੇ ਇੱਕ ਦੀਵਾ ਬਾਲੋ ਨਾ ਤੇ ਉਹ ਸਾਰਾ ਹਨੇਰਾ ਖਾ ਜਾਂਦਾ। ਮੈਨੂੰ ਇੱਕ ਪੋਲੀਟੀਸ਼ੀਅਨ ਦੱਸ, ਮੈਨੂੰ ਕੋਈ ਕਿਸਾਨ ਜਥੇਬੰਦੀ ਦੱਸ, ਮੈਨੂੰ ਕਿਸੇ ਬੰਦੇ ਦਾ ਨਾਂ ਲੈ ਜਿਹਨੇ ਖੇਤੀ ਨੂੰ ਉਸਾਰਨ ਦਾ ਰੋਡ ਮੈਪ ਦਿੱਤਾ ਹੋਵੇ, ਫਿਰ ਉਹਦੇ ਤੇ ਪਹਿਰਾ ਦਿੱਤਾ ਹੋਵੇ, ਫਿਰ ਉਹਦੇ ਤੇ ਖੜਿਆ ਹੋਵੇ ਔਰ ਫਿਰ ਉਹ ਕਹਿੰਦਾ ਹੋਵੇ ਵੀ ਭਾਈ ਇਸ ਰੋਡ ਮੈਪ ਤੋਂ ਜੇ ਬਿਹਤਰ ਹੈ ਮੈਂ ਉਹਦੇ ਮਗਰ ਤੁਰੂੰਗਾ। ਸਮਝਦਾ? ਸੇਵਾ ਦੇਸ਼ ਦੀ ਜ਼ਿੰਦਗੀ ਹੈ ਬੜੀ ਔਖੀ। ਗੱਲਾਂ ਕਰਨੀਆਂ ਢੇਰ ਸਖਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਵੇਖੋ, ਕਿਸਾਨ ਮੋਰਚੇ ਨੇ ਬਹੁਤ ਮੁਸੀਬਤ ਚੱਲੀ ਹੈ। ਦਿੱਲੀ ਦੀਆਂ ਬਰੂਹਾਂ ਦੇ ਉੱਤੇ ਉਹਨਾਂ ਨੇ ਜੰਗਾਂ ਜਿੱਤੀਆਂ, ਲੇਕਿਨ ਉਹ ਜੰਗਾਂ ਜਿੱਤਣ ਦੇ ਬਾਵਜੂਦ ਵੀ ਕੀ ਸਾਡੇ ਮਸਲੇ ਹੱਲ ਹੋ ਗਏ? ਕੀ ਅੱਜ ਕਿਸਾਨੀ ਨੂੰ ਚੰਗੀ ਆਮਦਨ ਮਿਲਣ ਲੱਗ ਗਈ? ਕੀ ਜਿਹੜੀ ਵੱਧਦੀ ਲਾਗਤ ਹੈ ਉਹ ਘਟ ਗਈ? ਕੀ ਪ੍ਰੋਡਕਟਿਵਿਟੀ ਦੇ ਉੱਤੇ ਪਿਛਲੇ 25 ਸਾਲਾਂ ਦੇ ਵਿੱਚ 2 ਵੱਡੇ ਪਰਿਵਾਰਾਂ ਨੇ ਰਾਜ ਕੀਤਾ, ਕੋਈ ਇੱਕ ਵੀ ਪਾਲਿਸੀ ਆਈ? ਕੀ ਹੱਕ ਕਮੇਟੀ ਜਿਹਦੇ ਉੱਤੇ ਘੰਟਿਆਂ ਸਰਕਾਰ ਨੇ ਪਹਿਰਾ ਦਿੱਤਾ, ਲਿਖ ਲਿਖ ਕੇ ਥੱਕ ਗਏ, ਰਾਤਾਂ ਜਾਗ ਜਾਗ ਥੱਕ ਗਏ, ਕੀ ਉਹ ਕੈਦਖਾਨਿਆਂ 'ਚ ਦਫਨ ਹੋ ਕੇ ਨਹੀਂ ਰਹਿ ਗਈ? ਕਿ ਕੀ ਉਹਨੇ ਚਾਨਣ ਦੇਖਿਆ? ਸਵਾਲ ਇਹ ਹੈ ਕਿ ਅੱਜ ਗੱਲਾਂ ਨਾਲ ਨਹੀਂ, ਖੇਤੀ ਇੱਕ ਨੀਤੀਬੱਧ ਯੋਜਨਾਬੱਧ ਤਰੀਕੇ ਦੇ ਨਾਲ ਉੱਭਰ ਸਕਦੀ ਹੈ ਜੀ। ਜੇ ਮੇਰਾ ਇਹ ਵਿਸ਼ਵਾਸ ਨਾ ਹੁੰਦਾ ਤੇ ਮੈਂ ਪੰਜਾਬ ਮਾਡਲ ਦਿੰਦਾ ਨਹੀਂ, ਕਿਉਂਕਿ ਜੇ ਤੁਸੀਂ 60% ਕਿਰਤ ਸੱਭਿਆਚਾਰ ਜਿਹੜਾ ਬਾਬੇ ਨਾਨਕ ਨੇ ਨਹੀਂ ਰੱਖੀ, ਬਾਬੇ ਨਾਨਕ ਨੇ ਜਿਹੜਾ ਵਿਰਸਾ ਸਾਨੂੰ ਸੰਭਾਇਆ, ਜੇ ਤੁਸੀਂ ਉਹਦੀ ਉਸਾਰੀ ਦੇ ਬਾਰੇ ਗੱਲ ਨਹੀਂ ਕਰ ਸਕਦੇ ਤੇ ਫਿਰ ਕੋਈ ਵੀ ਮਾਡਲ 60% ਬੰਦਿਆਂ ਨੂੰ ਚੁੱਕਣ ਤੋਂ ਬਿਨਾਂ ਨਾਕਾਮਯਾਬ ਹੈ। ਤੁਹਾਡਾ ਮਾਡਲ ਹੈ ਕੀ ਹੈ? ਮੇਰਾ ਮਾਡਲ ਬੜਾ ਸਿੰਪਲ ਹੈ। ਇਹ ਮੇਰਾ ਮਾਡਲ ਨਹੀਂ ਹੈ, ਪੰਜਾਬ ਮਾਡਲ ਹੈ। ਤੇ ਇਹ ਕੋਈ ਮਤਲਬ ਕਿਸੇ ਦੀ ਪ੍ਰਾਈਵੇਟ ਜਗੀਰ ਨਹੀਂ ਹੈ। ਇਹ ਪੰਜਾਬ ਮਾਡਲ ਤੇ ਮੈਂ ਦੇਵਾਂਗਾ ਹੀ ਦੇਵਾਂਗਾ। ਸਮਝਿਆ ਨਹੀਂ? ਇਹਦੇ ਚੋਂ ਜਿਹੜਾ ਕੋਈ ਚੰਗਾ ਸਮਝੇ ਉਹ ਲਵੇ। 17 ਸਾਲ ਦੀ ਮੇਰੀ ਜਰਨੀ ਹੈ, 17 ਸਾਲ ਦਾ ਮੇਰਾ ਸਫ਼ਰ ਹੈ। ਰਗੜੇ ਖਾਧੇ ਆ, ਧੱਕੇ ਖਾਧੇ ਆ, ਪਰ ਸਮਝੌਤੇ ਨਹੀਂ ਕੀਤੇ। ਲੋਕਾਂ ਦੇ ਵੈਲਫੇਅਰ ਨਾਲ ਸਮਝੌਤੇ ਨਹੀਂ ਕੀਤੇ। ਪੰਜਾਬ ਮਾਡਲ ਇਹ ਕਹਿੰਦਾ ਹੈ ਬਈ ਲੋਕਾਂ ਦਾ ਭਲਾ ਕਿਵੇਂ ਹੋਵੇ। 0.1% 100 ਪਰਿਵਾਰ ਪੰਜਾਬ ਦੇ ਵਿੱਚ ਲੁੱਟ ਕੇ ਖਾਂਦਾ ਰਿਹਾ। ਜਿੰਨਾ ਪੰਜਾਬ ਦਾ ਰਿਸੋਰਸ ਹੈ, ਜਿੰਨਾ ਪੰਜਾਬ ਦਾ ਖਜ਼ਾਨਾ ਹੈ, ਜਿੰਨਾ ਪੰਜਾਬ ਦੀ ਇਨਕਮ ਹੈ, 100 ਪਰਿਵਾਰਾਂ ਦੀ ਜੇਬ 'ਚ ਜਾਂਦੀ ਰਹੀ ਹੈ। 99% ਲੋਕ ਭੁੱਖੇ ਮਰਦੇ ਰਹੇ ਹੈ, 99% ਲੋਕ ਥੱਲੇ ਜਾਂਦੇ ਰਹੇ ਹੈ। ਆਮਦਨ ਦਾ ਫਰਕ ਐਂ ਵੱਧਦਾ ਗਿਆ। ਉਹਨੂੰ ਘਟਾਉਣ ਦੀ ਗੱਲ ਕਰਦਾ, ਚੋਰੀ ਨੂੰ ਰੋਕ ਕੇ ਉਹ ਪੈਸੇ ਖਜ਼ਾਨੇ 'ਚ ਪਾ ਕੇ ਦੁੱਗਣੇ ਕਰਕੇ ਲੋਕਾਂ ਦੇ ਕੋਲ ਡਿਵੈਲਪਮੈਂਟ ਦੀ ਫਾਰਮ ਦੀ ਗੱਲ ਕਰਦਾ। ਔਰ ਉਹ 'ਚ ਸਭ ਤੋਂ ਪਹਿਲੀ ਚੀਜ਼ ਜਿਹੜੀ ਪੰਜਾਬ ਮਾਡਲ ਕਹਿੰਦਾ, ਇਹਨੂੰ ਸਮਝਣ ਦੀ ਗੱਲ ਹੈ, ਜਿਹੜੀ ਸਭ ਤੋਂ ਮੁੱਢਲੀ ਚੀਜ਼ ਪੰਜਾਬ ਮਾਡਲ ਕਹਿੰਦਾ ਹੈ ਕਿ ਕਿਸਾਨ ਦੀ ਆਮਦਨ ਕਿਵੇਂ ਵਧਾਈ ਜਾਵੇ, ਉਹਨੂੰ ਇੱਜ਼ਤ ਦੀ ਰੋਟੀ ਕਿੱਦਾਂ ਦਿੱਤੀ ਜਾਵੇ। ਉਦੋਂ ਸਾਡੀ ਪੱਗ ਬਣਾ ਕੇ
ਪ੍ਰਾਇੋਰਿਟੀ ਅਹਿਮੀਅਤ ਕਿੱਦਾਂ ਦਿੱਤੀ ਜਾਵੇ, ਕਿਸ ਤਰ੍ਹਾਂ ਹੋਊਗਾ। ਹੁਣ ਸਭ ਤੋਂ ਪਹਿਲੀ ਚੀਜ਼ ਹੈ ਕਿ ਇੱਥੋਂ ਜਦੋਂ ਫਸਲ ਜਾਂਦੀ ਹੈ ਉਹ ਕਿੱਥੇ ਜਾਂਦੀ ਹੈ? ਸਿੱਧੀ ਮੰਡੀ 'ਚ ਜਾਂਦੀ ਹੈ ਬਿਲਕੁਲ, ਜਾਂ ਸਬਜ਼ੀ ਮੰਡੀ 'ਚ ਜਾਂਦੀ ਹੈ, ਜੇ ਕੋਈ ਸਬਜ਼ੀ ਜਾਊਗੀ ਜਾਂ ਕੋਈ ਹੋਰ ਚੀਜ਼ ਜਾਊ, ਜਾਂ ਸਬਜ਼ੀ ਮੰਡੀ ਜਾਊਗੀ ਜਾਂ ਗ੍ਰੇਨ ਮਾਰਕੀਟ ਜਾਊਗੀ। ਠੀਕ ਹੈ, ਸਭ ਤੋਂ ਪਹਿਲੀ ਗੱਲ ਤੇ ਸਪੋਜ਼ ਕਰ ਜੱਟ ਨੇ ਮਟਰ ਲੈ ਕੇ ਉਹ ਸਬਜ਼ੀ ਮੰਡੀ ਪਹੁੰਚਿਆ, ਉਹਨੂੰ ਇਹ ਕਿਹਾ ਜਾਂਦਾ ਹੈ ਬਈ ਮਿੱਤਰ ਪਿਆਰੇ, ਉਹ ਕਹਿੰਦਾ ਯਾਰ ਮੈਨੂੰ 4 ਰੁਪਏ ਨਹੀਂ 6 ਰੁਪਏ ਦੇ ਦਿਓ ਕਿਲੋ। ਉਹਨੂੰ ਕਿਹਾ ਜਾਂਦਾ 5 ਲੈਣੇ ਲੈ 3 ਲੈਣੇ ਲੈ, ਕਿਉਂਕਿ ਜਿਹੜਾ ਖਰੀਦ ਰਿਹਾ ਉਹ ਜਾਣਦਾ ਹੈ ਕਿ ਇੱਕ ਪੈਰਿਸ਼ੇਬਲ ਕਮੋਡਿਟੀ ਹੈ, ਇਹਨੇ ਖਤਮ ਹੋ ਜਾਣਾ, 2 ਦਿਨਾਂ 'ਚ ਇਹਨੇ ਗਲ ਜਾਣਾ, ਕੱਲ ਨੂੰ ਖਰਾਬ ਹੋ ਜਾਣਾ। ਉਹਦੇ ਕੋਲ ਸਟੋਰੇਜ ਨੂੰ ਥਾਂ ਨਹੀਂ, ਉਹਦੇ ਕੋਲ ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਉਹ ਮਟਰ ਆਪਦਾ 2 ਸਾਲ ਰੱਖ ਲੇ। ਟਮਾਟਰ ਹੋਵੇ ਮਟਰ ਹੋਵੇ, ਗੱਲ ਇੱਕੋ ਹੀ ਹੈ। ਠੀਕ ਹੈ ਕਿ ਨਹੀਂ? ਉਹ ਕਹਿੰਦਾ ਭਾਈ 3 'ਚ ਹੀ ਲੈ, ਮੇਰੀ ਰੋਟੀ ਤੇ ਚੱਲਦੀ ਰਹਿ, ਚੁੱਲ੍ਹਾ ਤੇ ਜਲਾ। 3 'ਚ ਲਿੱਤਾ ਜਾਂਦਾ, ਸ਼ਾਮ ਨੂੰ 25 ਪਰਚੂਨ ਦੀ ਦੁਕਾਨ ਤੇ ਵਿਕਦਾ। ਬੋਲੋ ਬਈ 25 ਵਿਕਦਾ ਕਿ ਨਹੀਂ ਵਿਕਦਾ? 25 ਸੀਰੀਅਸ ਗੱਲਾਂ ਨੇ। ਅੱਜ ਕੋਈ ਠੋਕੋ ਤਾੜੀ ਤੂੜੀ ਵਾਲੀ ਗੱਲ ਨਹੀਂ। ਅੱਜ ਉਹ ਗੱਲ ਕਰਨੀ ਹੈ ਜਿਹੜੀ ਪੰਜਾਬ ਦੀ ਹਰ ਸੱਥ 'ਚ ਜਾਵੇ, ਉਹ ਚਿੰਤਨ ਕਰਨ ਇਸ ਗੱਲ ਦੇ ਉੱਤੇ। ਸ਼ਾਮ ਨੂੰ 25 ਵਿਕਦਾ, ਤੇ ਜੇ ਉਹੀ ਮਟਰ ਉਹਨੇ 3 ਮਹੀਨੇ ਬਾਅਦ ਸੀਜ਼ਨ ਖਤਮ ਹੋਣ ਤੋਂ ਬਾਅਦ ਲੈਣਾ, ਤੇ ਅਡਾਨੀ ਦੇ ਸਟੋਰ ਤੋਂ ਉਹਦੇ ਤੇ ਲੇਬਲ ਲੱਗਿਆ, ਉਹ 60 ਦਾ ਮਿਲਦਾ। ਕਿਉਂ ਬਈ? ਵਿਚੋਲਾ ਕਿਉਂ ਖਾਵੇ? ਜਿਹੜਾ ਮਿੱਟੀ ਨਾਲ ਮਿੱਟੀ ਹੁੰਦਾ 6-6 ਮਹੀਨੇ, ਉਹਨੂੰ ਉਹਦੇ ਪੈਸੇ ਕਿਉਂ ਨਾ ਮਿਲਣ ਭਾਈ? ਇਹ ਪੰਜਾਬ ਮਾਡਲ ਕਹਿੰਦਾ ਹੈ। ਪੰਜਾਬ ਮਾਡਲ ਕਹਿੰਦਾ ਵੀ ਭਾਈ ਦੱਸੋ ਕਿਹੜੀ ਸਰਕਾਰ ਨੇ ਕੋਆਪਰੇਟਿਵ ਬਣਾਏ, ਦੱਸੋ ਕਿਹੜੀ ਸਰਕਾਰ ਨੇ ਸਟੋਰੇਜ ਦਿੱਤੀ ਕਿਸਾਨ ਨੂੰ? ਨਹੀਂ, ਤੁਸੀਂ ਸਮੱਸਿਆ ਦੱਸੀ, ਇਹਦਾ ਸਮਾਧਾਨ ਕੀ ਹੈ? ਇਹਦਾ ਸਮਾਧਾਨ ਬੜਾ ਸਿੰਪਲ ਹੈ। ਇਹਦਾ ਸਮਾਧਾਨ ਦੇ ਨਾਲ ਪਾਲਿਸੀ ਵੀ ਦੇ ਰਿਹਾ ਮੈਂ। ਸਿੰਪਲ ਗੱਲ ਹੈ, ਅੱਜ ਅਸੀਂ ਕਣਕ ਤੇ ਜੀਰੀ ਗਾਉਂਦੇ ਹਾਂ, ਜਿਹੜੀ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ। ਅੱਜ ਤਾਂ ਜੀ ਸਬਜ਼ੀਆਂ ਦੇ ਉੱਤੇ ਫੋਕਸ ਨਹੀਂ ਕੀਤਾ ਕਿਉਂਕਿ ਅਸੀਂ ਸਟੋਰੇਜ ਹੈ ਨਹੀਂ ਸਾਡੇ ਕੋਲ। ਭਾਈ ਜਿਹੜੀ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ, ਉਹਦੇ 'ਚ ਰੱਖੇ ਆਪਦੀ ਜੀਰੀ ਆਪਦੀ ਕਣਕ ਕਿਸਾਨ, ਉਹਨੂੰ ਸਟੋਰੇਜ ਦਿਓ, ਔਰ 80% ਲੋਨ ਦੇ ਤੌਰ ਦੇ ਉੱਤੇ ਉਹਨੂੰ ਪੈਸੇ ਨਾਲ ਦੀ ਨਾਲ ਦੇ ਦਿਓ। ਉਹ ਜਦ ਮਰਜ਼ੀ ਵੇਚੇ, 3 ਮਹੀਨਿਆਂ ਨੂੰ ਵੇਚੇ, 6 ਮਹੀਨਿਆਂ ਨੂੰ ਵੇਚੇ, 5 ਮਹੀਨਿਆਂ ਨੂੰ ਵੇਚੇ। ਤੇ ਅਸੀਂ ਅੱਜ ਕਹਿ ਰਹੇ ਹਾਂ ਕਿ ਦਾਲਾਂ ਦੇ ਉੱਤੇ ਔਰ ਆਇਲ ਸੀਡਸ ਦੇ ਉੱਤੇ, ਤੇਲ ਬੀਜਾਂ ਦੇ ਉੱਤੇ, ਚਾਹੇ ਉਹ ਸਰੋਂ ਦੇ ਹੋਣ, ਚਾਹੇ ਉਹ ਸਨਫਲਾਵਰ ਸੂਰਜਮੁਖੀ ਵਾਲੇ ਹੋਣ, ਚਾਹੇ ਉਹ ਤਿਲਾਂ ਦੇ ਹੋਣ, ਚਿੱਟੇ ਤਿਲਾਂ ਦੇ ਹੋਣ, ਉਹਨਾਂ ਦੇ ਉੱਤੇ ਅਸੀਂ MSP ਦਿਆਂਗੇ। ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ, ਲੋਕੀ ਬੜਾ ਕਹਿੰਦੇ ਨੇ, ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਅਸੀਂ ਝੋਨੇ ਤੋਂ ਅੱਡ ਹੋਣਾ ਹੈ। ਝੋਨਾ ਉਗਾਉਣ ਦੇ ਲਈ ਅਸੀਂ ਟਿਊਬਵੈੱਲਾਂ ਲਈ ਲੈਂਦੇ ਹਾਂ ਕਰਜ਼ਾ, ਫਿਰ ਪਾਣੀ ਕੱਢੀ ਚੁਰੇ, ਨਾਲ ਤਾਂ ਪਾਣੀ ਜਾਂਦਾ, ਨਾਲੇ ਕਰਜ਼ਾ ਉਤਰਦਾ ਨਹੀਂ। ਸਹੀ ਹੈ ਕਿ ਨਹੀਂ? ਫਿਰ 1 ਕਿਲੋ ਝੋਨੇ ਦੇ ਉੱਤੇ 5000 ਲੀਟਰ ਪਾਣੀ ਲੱਗਦਾ। ਗੱਲਾਂ ਕਰਨ ਨੂੰ ਤਾਂ ਹਰੇਕ ਪੋਲੀਟੀਸ਼ੀਅਨ ਕਹਿੰਦਾ ਬਈ ਜੀ ਅਸੀਂ ਪਾਣੀ ਬਾਹਰ ਨਹੀਂ ਭੇਜਣਾ, SYL ਦੀ ਸਾਡੀ ਪੜੀ ਉਹ ਅੱਜ ਤਾਂ ਲੱਤ ਲਾਈ ਹੈ। 3 SYL ਬਾਹਰ ਭੇਜਦੀਆਂ ਤੁਸੀਂ, ਝੋਨੇ ਦੇ ਥਰੂ ਐਕਸਪੋਰਟ ਕਰਦੀਆਂ ਤੁਸੀਂ 3 ਤੋਂ 4 SYL। ਹੈ ਜਵਾਬ ਕੋਈ? ਮੈਨੂੰ ਦੇਵੇ ਕੋਈ ਜਵਾਬ। ਇਸ ਕਰਕੇ 8% ਤੁਸੀਂ ਝੋਨਾ ਖਾਂਦੇ ਹੋ। ਠੀਕ ਹੈ, ਗੌਰਮੈਂਟ ਆਫ ਇੰਡੀਆ ਐਡੀ ਜ਼ਿਆਦਾ ਸ਼ਾਤਰ ਹੈ। ਅੱਜ ਵੋਟਾਂ ਮੰਗਣ ਆ ਗਏ, ਇਹਨਾਂ ਨੂੰ ਪੁੱਛੋ FCI ਇਹਨਾਂ ਨੇ ਖਤਮ ਕਰਤੀ। ਜੱਟ ਤੋਂ ਪੈਸੇ ਕਿੱਥੋਂ ਮਿਲਦੇ ਆ? FCI ਦਿੰਦੀ ਹੈ, ਪੰਜਾਬ ਸਰਕਾਰ ਨਹੀਂ ਦਿੰਦੀ। ਕਿਤੇ ਗਲਤਫਹਿਮੀ ਨਹੀਂ, FCI ਦਿੰਦੀ ਹੈ। ਸੈਂਟਰ ਦੀ ਗੌਰਮੈਂਟ FCI ਚੱਕਦੀ ਹੈ। ਉਹ ਕਾਰਡ ਜੇ ਛਾਪ ਕੇ ਲੈ ਕੇ ਜਾਂਦੇ ਆ, ਜਿਹੜਾ ਉਹ ਫਾਰਮ ਜਿਹਾ ਛਾਪ ਕੇ ਲੈ ਕੇ ਜਾਂਦੇ ਆ, ਉੱਥੋਂ ਆਪਦੇ ਪੈਸੇ ਲੈ ਕੇ ਆਉਂਦੇ ਆ। ਉਹ ਮੰਡੀਆਂ ਦੇ ਵਿੱਚ ਉੱਥੇ ਜਾ ਕੇ ਵਿਕਦੀ ਹੈ। ਉਹ ਕਹਿੰਦੇ ਵੀ ਹੁਣ ਅਸੀਂ ਇੱਥੋਂ ਚੱਕਣੀ ਨਹੀਂ, ਹੁਣ ਤੇ ਅਡਾਨੀ ਚੱਕਿਆ ਕਰੂਗਾ। FCI ਉਹਨਾਂ ਨੇ 4 ਲੱਖ ਕਰੋੜ ਦੇ ਜਾਣ ਕੇ ਕਬਜ਼ੇ 'ਚ ਕਰਤੀ, ਔਰ ਕਹਿਤਾ ਵੀ ਅਡਾਨੀ ਇੱਥੇ ਉਹ ਬਣਾਊਗਾ ਸਾਈਲੋ। ਠੀਕ ਹੈ, ਸਾਈਲੋ 'ਚ ਜੇ ਉਹ 25% ਰੱਖੂਗਾ ਤੇ ਉਹਨੂੰ 100 ਦਾ ਮੈਕਸਿਮਮ ਸਪੋਰਟ ਪ੍ਰਾਈਸ ਮਿਲੂਗਾ। ਦੱਸ ਇਹਨਾਂ ਦਾ ਪਿਓ ਦਾ ਰਾਜ। ਜੱਟ ਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿੰਦੇ, ਉਹਨੂੰ ਮੈਕਸਿਮਮ ਸਪੋਰਟ ਪ੍ਰਾਈਸ ਦਿੰਦੇ ਆ। ਸਾਰੀ ਪ੍ਰੋਕਿਉਰਮੈਂਟ ਅਡਾਨੀ ਨੂੰ, ਤੇ ਜਿਹੜੀ ਅੱਗੋਂ ਪਰਚੂਨ ਤੇ ਵਿਕਦੀ ਹੈ ਰਿਟੇਲ, ਉਹ ਹੁਣ ਆਨਲਾਈਨ ਹੋ ਗਈ ਮਿੱਤਰਾ। ਤੁਹਾਨੂੰ ਵੀ ਪਤਾ ਨਾ ਆਨਲਾਈਨ ਹੈ। ਠੀਕ ਹੈ ਕਿ ਨਹੀਂ? ਉਹ ਆਨਲਾਈਨ ਹੋ ਗਈ। ਫੇਸਬੁੱਕ, WhatsApp ਤੇ ਰਿਲਾਇੰਸ ਨੇ ਰਲ ਕੇ 110 ਕਰੋੜ ਹਿੰਦੁਸਤਾਨੀਆਂ ਦੀ ਜਿਹੜੀ ਆਨਲਾਈਨ ਇੰਡਸਟਰੀ ਹੈ, ਉਹ ਅੰਬਾਨੀ ਦੇ ਪੈਰਾਂ 'ਚ ਗਿਰਵੀ ਰੱਖਤੀ। ਹੁਣ ਕਹਿੰਦੇ ਨੇ ਵੀ ਸਿੱਧਾ ਬੈਂਕ 'ਚ ਪਾਇਆ ਕਰਾਂਗੇ ਕਿਸਾਨ ਦੇ ਅਸੀਂ ਪੈਸੇ। ਕਿਹੜੇ ਪੈਸੇ? ਜਿਹੜੀ ਬਿਜਲੀ ਦੀ ਸਬਸਿਡੀ ਮਿਲਦੀ ਹੈ ਅੱਜ 14000 ਕਰੋੜ ਰੁਪਏ, ਉਹ ਸਿੱਧਾ ਕਿਸਾਨ ਦੀ ਜੇਬ 'ਚ ਪਾਇਆ ਕਰਾਂਗੇ। ਭਾਈ ਕਿੱਥੋਂ ਦਊ ਪੰਜਾਬ ਸਰਕਾਰ? 10000 ਕਰੋੜ ਕੰਗਲੀ ਸਰਕਾਰ। ਜੇ 1000 ਕਰੋੜ ਰੁਪਈਆ ਹੋਵੇ ਤੇ ਅੱਜ ਕੋਈ ਵੀ ਪ੍ਰੋਫੈਸਰ ਬਾਹਰ ਸੜਕਾਂ ਦੇ ਉੱਤੇ ਧੱਕੇ ਖਾਂਦਾ ਨਾ ਫਿਰਦਾ ਹੋਵੇ। ਜੇ 3-4000 ਕਰੋੜ ਰੁਪਈਏ ਹੋਵੇ ਤੇ ਜਿੰਨੇ ਧਰਨੇ ਲੱਗੇ ਆ, ਮੈਂ ਗਰੰਟੀ ਦੇ ਕੇ ਕਹਿਣਾ, ਸਮਝਿਆ ਨਹੀਂ, ਨੀਵੇਂ ਥਾਵੇਂ ਭਾਈ, ਜੇ ਸਾਰੇ ਘਰੇ ਨਾ ਹੋਣ ਤੇ ਕਿੱਥੋਂ 10000 ਕਰੋੜ ਰੁਪਈਆ ਜੱਟ ਦੇ ਖਜ਼ਾਨੇ 'ਚ ਪਾਊ, ਵੀ ਜੱਟ ਦੇ ਖਾਤੇ 'ਚ ਪਾਊ। ਸਮਝਿਆ ਨਹੀਂ? ਦੂਜੀ ਕੀ ਕਰਨਗੇ ਕਿ PDS
70 ਕਰੋੜ ਗਰੀਬ, ਉਹਨਾਂ ਨੂੰ 40 ਕਰੋੜ ਕਰਤਾ ਇਹਨਾਂ ਨੇ। ਦੱਸ ਕਿਹੜਾ ਇਹਨਾਂ ਕੋਲ ਡਾਟਾ, ਦੱਸ ਕਿਹੜੀ ਇਹਨਾਂ ਕੋਲ ਉਹ ਹੈ ਜਿਹੜੀ ਇਹਨਾਂ ਨੇ ਜਿਹਦੇ ਨਾਲ ਦੇਖਿਆ। ਇਹਨਾਂ ਨੂੰ ਤਾਂ ਇਹ ਨਹੀਂ ਪਤਾ 11-12 ਸਾਲ ਦਾ, ਇਹਨਾਂ ਨੂੰ ਇਹ ਨਹੀਂ ਪਤਾ BPL ਕੌਣ ਹੈ, ਗਰੀਬ ਕੌਣ ਹੈ। ਜੇ ਗਰੀਬ ਹੀ ਨਹੀਂ ਪਤਾ ਤਾਂ ਭਲਾ ਕਿਵੇਂ ਕਰੋਗੇ। 30 ਉਹਨੂੰ ਲਿਆ ਕੇ ਖੜਾ ਕਰਤਾ 40 ਕਰੋੜ ਦੇ ਉੱਤੇ, ਗਰੀਬ ਹੀ ਘਟਾਤੇ। ਤੇ ਜੇ ਤੂੰ ਗਰੀਬ ਘਟਾਤੇ ਤੇ ਪੰਜਾਬ ਤੋਂ ਫਿਰ ਅੰਨ ਕਿੱਥੋਂ ਲੈਣਾ? ਪਰ ਸਵਾਲ ਇਹ ਹੈ ਸਿੱਧੂ ਸਾਹਿਬ, ਸਰਕਾਰ ਹੁਣ ਤੁਹਾਡੀ ਹੈ, ਫਿਰ ਮਾਡਲ ਲਾਗੂ ਕਰਦੇ ਕਿਉਂ? ਮੇਰੀ ਗੱਲ ਨੂੰ ਸੁਣੋ, ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗੇ ਵਿਕੇ ਹੋਏ ਬੰਦੇ ਕਠਪੁਤਲੀਆਂ ਬਣ ਕੇ BJP ਦੇ ਹੱਥ ਖੇਡਣ, ਜਦੋਂ ਕਮਜ਼ੋਰ ਬੰਦੇ ਰਬੜ ਦੇ ਗੁੱਡੇ ਬਣ ਕੇ ਚਾਬੀ ਦੇ ਉੱਤੇ ਨੱਚਣ, ਸਿੱਧੂ ਲੜਿਆ ਨਾ। ਤੇ ਤੂੰ ਦੱਸ ਮਿੱਤਰਾਂ ਨਾਲ, ਇਹਨਾਂ ਨੂੰ ਮੈਂ ਪੁੱਛਦਾ, ਦੱਸ ਕੋਈ ਕਹਿੰਦਾ ਸੀ ਕੈਪਟਨ ਅਮਰਿੰਦਰ ਸਿੰਘ ਲੈ ਜੂ? ਤੁਸੀਂ ਜਿੱਤੇ ਵੀ ਹੋ ਫਿਰ। ਮੈਂ ਕਿਹਾ ਫਿਰ ਠਾਂ ਕਰਕੇ ਲਾਇਆ ਨਾ ਲਾਇਆ, ਲੜੇ ਹੋ ਤਾਂ ਕੈਪਟਨ ਘਰੇ ਬੈਠਾ ਨਾ ਬੈਠਾ। ਜੇ ਲੜੇ ਹੋ ਕੈਪਟਨ ਨੂੰ ਲਾਇਆ ਵੀ ਆ, ਨਵਾਂ ਬਣਾਇਆ ਵੀ ਆ, ਨਵਾਂ ਤਾਂ ਤੁਹਾਡਾ ਹੀ ਹੈ। ਲੇਕਿਨ ਨਵਾਂ ਬਣਾਇਆ ਵੀ ਹੈ ਤੇ ਟ੍ਰੇਲਰ ਵੀ ਨਹੀਂ ਚੱਲਿਆ ਹਾਲੇ 2 ਮਹੀਨੇ ਨੇ। ਮੈਂ ਗੱਲ ਤੋਂ 2 ਮਹੀਨੇ ਦੀ ਨਹੀਂ ਕਰਦਾ, ਮੈਂ ਗੱਲ ਕਰਦਾ ਸਰਕਾਰ 2022 ਤੋਂ ਬਾਅਦ ਦੀ। ਕੋਈ ਸੋਚਦਾ ਸੀ ਵੀ ਕੈਪਟਨ ਲੈ ਜੂ? ਸੱਚੀ ਦੱਸੋ, ਚਲੋ ਸੋਚਦਾ ਸੀ ਕੋਈ? ਇੱਕ ਬੰਦਾ ਨਹੀਂ ਸੋਚਦਾ, ਲੱਥਾ ਨਾ। ਅੱਛਾ ਕੋਈ ਸੋਚਦਾ ਸੀ ਵੀ ਕਰਤਾਰਪੁਰ ਦਾ ਲਾਂਘਾ ਖੁੱਲੂ? ਦੱਸੋ ਸੋਚਦਾ ਸੀ? ਖੁੱਲਿਆ ਨਾ। ਫਿਰ ਮਿੱਤਰਾ ਜਿੱਥੇ ਨੀਤਾਂ ਚੰਗੀਆਂ ਹੁੰਦੀਆਂ, ਵਾਹਿਗੁਰੂ ਅੰਗ ਸੰਗ ਸਹਾਈ ਹੋ ਕੇ ਕੱਢਦਾ। ਤੇ 25 ਸਾਲ 'ਚ ਸਿੱਧੂ ਦੀ ਹਾਰ ਨਹੀਂ ਹੋਈ, 7 ਤੋਂ 57 ਸਿੱਧੂ ਦੀ ਹਾਰ ਨਹੀਂ ਹੋਈ। ਹਾਰ ਇੱਥੇ ਵੀ ਨਹੀਂ ਹੋਣੀ। ਉਲਟਾ ਮਾਰੂ, ਜਿਵੇਂ ਆ ਬਰੋਟਾ ਪੱਟਿਆ ਨਾ ਮੁੱਛਾਂ ਵਾਲਾ, ਜਲੇਬੀ ਵਾਂਗੂ ਇਕੱਠੇ ਕਰ ਮਾਰੂ, ਲੱਥੇ ਤੋਂ ਬਾਅਦ ਇਕੱਠੇ ਕਰ ਮਾਰੂ। ਯਾਦ ਰੱਖੀ ਇਹ, ਯਾਰ ਤੂੰ ਮੇਰੀ ਗੱਲ ਨੂੰ ਯਾਦ ਰੱਖੀ। ਕਿਉਂ? ਕਿਉਂਕਿ ਸੱਚ ਦੀ ਤਾਕਤ ਹੈ। ਕਿਉਂ? ਕੁਛ ਖੋਣ ਦੀ ਤਾਕਤ ਨਹੀਂ। ਕੀ ਹੋ ਜੂ ਭਾਈ? ਨਾ ਲੜਾਂਗੇ, ਇਲੈਕਸ਼ਨ ਲੜ ਲਿਆ ਨਾ ਲੜ ਲਿਆ, ਇਹਦਾ ਕੀ ਫਰਕ ਪੈਂਦਾ ਹੈ? ਇੱਕ ਬੰਦਾ ਜਿੱਤ ਗਿਆ ਹਾਰ ਗਿਆ, ਕੀ ਫਰਕ? ਪੰਜਾਬ ਨੂੰ ਕੌਣ ਜਿਤਾਊ? ਇਹਨਾਂ ਦੀ ਇਨਕਮ ਕੌਣ ਵਧਾਊ? ਮੈਂ ਗਰੰਟੀ ਦਿੰਦਾ, ਲੈ ਦੇਖ, ਇਹ ਆਰਗੈਨਿਕ ਫਾਰਮਿੰਗ ਹੈ, 16% ਨਾਲ ਇਨਕਰੀਜ਼ ਹੋ ਰਹੀ ਹੈ। ਇਹ ਤੁਹਾਡੇ ਕੱਲਿਆਂ ਦਾ ਮਾਡਲ ਹੈ ਕਿ ਪੂਰੀ ਕਾਂਗਰਸ ਦਾ? ਮੈਂ ਕਿਹਾ ਕਮਾਲ ਕਰਦਾ, ਮੈਂ ਪ੍ਰਧਾਨ ਆ ਕਾਂਗਰਸ ਪਾਰਟੀ ਦੀ ਗੱਲ ਕਰਦਾ। ਜੇ ਮੈਡਮ ਸੋਨੀਆ ਜੀ ਕਾਂਗਰਸ ਦੇ ਪ੍ਰਧਾਨ ਨੇ, ਉੱਥੇ ਉਹ ਕਿਹਦੀ ਗੱਲ ਕਰਦੇ ਆ ਬਾਈ? ਅੱਡ ਕਿੱਦਾਂ ਦੇਖਦੇ ਹੋ? ਜਦੋਂ ਸਿੱਧੂ ਬਣਦਾ ਤੇ ਫਿਰ ਉਹਨੂੰ ਅੱਡ ਦੇਖਦੇ ਹੋ ਕਿਉਂ ਭਾਈ? ਹੈਂ, ਆਪਦੀ ਵਾਰੀ ਆਊਂ। ਕਮਾਲ ਕਰਤੀ। ਜਦੋਂ ਨਵਜੋਤ ਸਿੰਘ ਸਿੱਧੂ ਐਜ਼ ਪੰਜਾਬ ਦਾ PPCC ਪ੍ਰਧਾਨ ਹੈ ਤੇ ਉਹ ਕਾਂਗਰਸ ਦੀ ਗੱਲ ਕਰ ਰਿਹਾ, ਉਹ ਗੱਲ ਕਰ ਰਿਹਾ, ਬਹਿਸ ਕਰ। ਕਿਉਂ ਭਜਦਾ ਕੇਜਰੀਵਾਲ? ਕਰੇ ਕੱਲੂ ਤੇ ਮਰੇ ਲੱਲੂ, ਹੈਂ, ਕਰੇ ਕੋਈ ਤੇ ਭਰੇ ਕੋਈ। ਤੂੰ ਮਿੱਤਰਾ ਕੀ ਕਿਸਾਨ ਦਾ ਕੀਤਾ? ਸਭ ਤੋਂ ਪਹਿਲਾ ਕਾਲਾ ਕਾਨੂੰਨ ਤੈਂ ਲਾਗੂ ਕੀਤਾ, ਫਿਰ ਡਰਾਮਾ ਕੀਤਾ ਉੱਥੇ ਐਂ 4 ਜੇ ਕਾਨੂੰਨ ਪਾੜ ਕੇ ਐਂ ਸਿਰ ਤੇ, ਠੀਕ ਹੈ। ਸ਼ਰਾਬ ਦੇ ਠੇਕੇ ਤੈਂ ਅੱਜ ਆ ਕੀ ਨਾਂ ਇਹਦਾ, ਦੀਪ ਮਲਹੋਤਰਾ, ਬਲੈਕ ਲਿਸਟਡ ਅਕਾਲੀ ਦਲ ਦਾ MLA, ਤੂੰ ਉਹਨੂੰ ਦੇਤੇ। 2 ਜ਼ੋਨਾਂ ਦੀ ਪਾਲਿਸੀ ਤੋੜ ਕੇ ਤੂੰ 4 ਕਰਤੀ, ਠੀਕ ਹੈ ਕਿ ਨਹੀਂ? ਤੂੰ ਪੌਂਟੀ ਚੱਡੇ ਦੇ ਖਾਨਦਾਨ ਨੂੰ ਦਿੱਤੇ। ਇਹੀ ਪੰਜਾਬ 'ਚ ਹੁੰਦਾ ਆਇਆ। ਬਾਦਲ ਤੇ ਕੈਪਟਨ ਕੀ ਕਰਦੇ ਸੀ? ਪੌਂਟੀ ਚੱਡਾ ਸਭ ਤੋਂ ਪਹਿਲਾਂ ਕਿਹਦੇ ਕੋਲ ਆਇਆ ਸੀ? ਕੈਪਟਨ ਅਮਰਿੰਦਰ ਸਿੰਘ ਕੋਲ ਆਇਆ ਸੀ। ਰਲੇ ਹੋਏ ਆ ਇਹ 75-25 ਖੇਡਦੇ ਆ, ਅੱਜ ਵੀ ਰਲੇ ਹੋਏ। ਤੂੰ ਦੇਖ, ਜਿਹਨੇ ਬਾਂਹ ਮਰੋੜ ਕੇ ਰੱਖੀ BJP ਵਾਲਿਆਂ ਨੇ, ਜਿਹੜਾ ਆਉਂ ਕਰਦਾ ਸੀ ਉਹਨਾਂ ਦੇ ਨਾਂ ਦੇ ਉੱਤੇ, ਅੱਜ ਉਹਨਾਂ ਨਾਲ ਹੀ ਖੜ ਗਿਆ ਜਾ ਕੇ। ਇਹ ਰਲਿਆ ਹੋਇਆ ਸੀ ਪਹਿਲੇ ਦਿਨ ਦਾ। ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਾਨਣ ਦੀ ਸੇਮ ਥਿੰਗ। ਤੂੰ ਵੋਟ ਪਾ ਅਕਾਲੀ ਦਲ ਨੂੰ ਤੇ ਠਾਂ ਕਰਦੀ ਜਾਊ ਕੈਪਟਨ ਕੋਲ, ਤੂੰ ਵੋਟ ਪਾ ਕੈਪਟਨ ਨੂੰ ਤੇ ਠਾਂ ਕਰਦੀ ਜਾਊ ਅਕਾਲੀ ਦਲ। ਕਾਂਗਰਸ ਨੇ ਚਲੋ ਠੀਕ ਹੈ, ਕੈਪਟਨ ਬਦਲਤਾ, ਤੁਸੀਂ ਬਹੁਤ ਵੱਡਾ ਕੰਮ ਕਾਂਗਰਸ ਕੀਤਾ। ਚਰਨਜੀਤ ਸਿੰਘ ਚੰਨੀ ਆ ਗਏ, ਬਦਲਾਅ ਕੀ ਆਇਆ? CM ਬਦਲ ਗਿਆ, ਪੰਜਾਬ 'ਚ ਕੋਈ ਬਦਲਾਅ? ਮੈਨੂੰ ਇੱਕ ਗੱਲ ਦੱਸ ਯਾਰ, ਤੂੰ ਬੜੀ, ਮੈਂ ਤਾਂ ਹੈਰਾਨ ਹੁੰਦਾ ਤੁਹਾਡੇ ਤੇ ਭਈ 2 ਮਹੀਨਿਆਂ ਦੇ ਵਿੱਚ ਕੀ ਕਰ ਦੂਗਾ ਵੀ ਉਹ? ਹੈ ਕਿਹੜੀ ਜਾਦੂ ਦੀ ਛੜੀ ਹੈ ਕਿ 25 ਸਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ 2 ਮਹੀਨਿਆਂ 'ਚ ਕੁਝ ਕਰ ਦੂ? ਇੰਟੈਂਟ ਤਾਂ ਚੰਗੀ ਹੈ, ਨੀਅਤ ਤਾਂ ਚੰਗੀ ਹੈ। ਸੰਤੁਸ਼ਟ ਹੋ CM ਤੋਂ? ਦੇਖ, ਮੈਂ ਸੰਤੁਸ਼ਟ ਕਿਉਂ ਨਹੀਂ ਭਾਈ। ਮੈਂ ਜੋ ਪ੍ਰਧਾਨ ਬਣ ਕੇ ਕਿਹਾ ਕਿ ਭਾਈ, ਜੇ ਮੈਂ ਇਹ ਕਿਹਾ ਕਿ ਭਾਈ ਬਿਜਲੀ ਦੇ ਰੇਟ ਘਟਾਓ, ਅੱਜ ਤੋਂ 1.5 ਸਾਲ ਪਹਿਲਾਂ ਕਿਹਾ ਸੀ ਕਿ ਭਾਈ ਬਿਜਲੀ ਦੇ ਰੇਟ ਘਟਾਓ, ਬਿਜਲੀ ਦੇ ਰੇਟ ਘਟੇ ਆ। ਹਾਂ, ਉਹ ਅਨਾਊਂਸਮੈਂਟਾਂ ਕੁਝ ਐਸੀਆਂ ਨੇ ਜਿਹਦੇ 'ਚ ਬਜਟਰੀ ਐਲੋਕੇਸ਼ਨ ਨਹੀਂ, ਜਿਹਦੇ 'ਚ ਸਾਧਨ ਨਹੀਂ। ਹੁਣ ਜਿਵੇਂ ਰੇਤਾ ਫਰੀ ਹੈ, ਰੇਤਾ ਫਰੀ ਕਹਿਣ ਨਾਲ ਥੋੜਾ ਨਾ ਹੋ ਜਾਣਾ। ਚੱਕਣ ਵਾਲੇ ਨਾਲ ਰੇਤਾ, ਚੱਕਣ ਵਾਲੇ ਦੇ ਲਈ ਰੇਤਾ ਫਰੀ ਹੈ, ਜੇ ਜਿੱਥੇ ਵਿਕਦਾ ਜਿਹਨੇ ਲੈਣਾ ਉਹਦੇ ਲਈ ਫਰੀ ਹੈ। ਅੱਜ ਵੀ ਰੇਤਾ 3700 ਨੂੰ ਵਿਕਦਾ, ਅੱਜ ਵੀ ਜਿਹੜਾ ਪਠਾਨਕੋਟੀਆ ਰੇਤਾ ਉਹ 4500 ਨੂੰ ਵਿਕਦਾ। ਇਹ ਕਿਉਂ ਨਹੀਂ ਹੋਇਆ? ਕੇਬਲ 100 ਰੁਪਏ ਨੂੰ ਵਿਕਦੀ ਹੈ ਕਿ 4000 ਨੂੰ? ਇਹਨਾਂ ਦੇ ਇਲਾਜ ਨੇ। ਕਾਰਪੋਰੇਸ਼ਨ ਬਣਾਓ, ਜਿਹੜਾ ਬੰਦਾ ਰੇਤੇ ਦੇ ਪਹਾੜ ਖਾ ਗਿਆ ਹੋਵੇ, ਠੀਕ ਹੈ ਕਿ ਨਹੀਂ, ਸੁਖਬੀਰ ਬਾਦਲ ਵਰਗਾ, ਹੈ, ਉਹ ਤੈਨੂੰ ਲੱਗਦਾ ਰੇਤੇ ਦੀ ਕਾਰਪੋਰੇਸ਼ਨ ਬਣਾ ਦੂ? ਹੈ, ਜਿਹੜਾ ਬੰਦਾ ਰਾਤ ਨੂੰ 3 ਪੈਗ ਪੀਂਦਾ ਹੋਵੇ, ਜਿਹੜਾ ਬੰਦਾ ਡਿਸਟਿਲਰੀਆਂ ਲਾਈ ਫਿਰਦਾ ਹੋਵੇ ਸ਼ਰਾਬ ਦੀਆਂ, ਜਿਹੜਾ ਬੰਦਾ ਲੋਕਾਂ ਨੂੰ ਮਾਰਦਾ ਹੋਵੇ, 200-200 400-400 ਬੰਦੇ ਹਰ ਰੋਜ਼ ਹਲਾਹਲ ਉਹ ਪੀ ਕੇ ਹੂਚ ਨਾਲ ਮਰਦੇ ਹੋਣ, ਉਹ ਲਾ ਦੂ? ਬੰਦਾ ਚਾਹੀਦਾ ਮਿੱਤਰਾ, ਇੱਕ ਬੰਦਾ ਸਾਰਾ ਕੁਝ ਬਦਲ ਦੂਗਾ।
ਮੈਂ ਤੈਨੂੰ ਗਾਰੰਟੀ ਦਿੰਦਾ। ਥੋੜਾ ਤੇਲੰਗਾਨਾ ਮਾਡਲ ਜਿਹੜਾ ਮੇਰਾ ਨਹੀਂ ਹੈ। ਚਲੋ ਤੁਸੀਂ ਗਏ, ਸਰਕਾਰ ਨੇ ਤੁਹਾਨੂੰ ਭੇਜਿਆ, ਇੰਪਲੀਮੈਂਟ ਨਾ ਕੈਪਟਨ ਦੇ ਵੇਲੇ ਹੋਇਆ ਨਾ ਚੰਨੀ ਸਾਹਿਬ ਦੇ ਵੇਲੇ ਹੋਇਆ। ਕਿਉਂਕਿ ਕੈਪਟਨ ਖਾਂਦਾ ਸੀ, ਟਕਾ ਕੇ ਖਾਂਦਾ ਸੀ। ਯਾਰ ਮੇਰੀ ਗੱਲ ਨੂੰ ਸੁਣ, ਤੂੰ ਜਿੱਥੇ ਤੱਕ ਰਹਿਣਾ ਨਾ ਉੱਥੇ ਤੱਕ ਰਹੀ ਆਪਾਂ। ਜੇ ਮਤਲਬ ਉਹ ਕਹਿੰਦਾ ਵੀ ਭਾਈ ਮੇਰੇ ਉਸ 'ਚ ਮਾਈਨਿੰਗ ਹੁੰਦੀ ਸੀ, ਰੋਕਿਆ ਕਿਉਂ ਨਹੀਂ, ਫੜਿਆ ਕਿਉਂ ਨਹੀਂ? ਹਿੱਸਾ ਪੱਤੀ ਕਰਦੇ ਸਾਰੇ। ਕੇਬਲ ਹੈ ਭਾਈ, ਇੱਕ ਬੰਦਾ ਚਲਾਉਂਦਾ ਕੇਬਲ, ਇੱਕ ਬੰਦਾ ਸਾਰੀ ਦੁਨੀਆ ਦੀ ਕੇਬਲ ਚਲਾਉਂਦਾ। ਜਿੰਨੇ ਕੇਬਲ ਆਪਰੇਟਰ ਨੇ ਉਹਨੇ ਬੰਧੂਆ ਮਜ਼ਦੂਰਾਂ ਵਾਂਗ ਬੰਨ ਰੱਖੇ। ਉਹਦੀ ਜਿਹੜੀ ਮੋਨੋਪੋਲੀ ਸੀ ਉਹਨੂੰ ਤੋੜਨ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਕਾਨੂੰਨ ਲਿਆਂਦਾ, ਕੈਬਨਿਟ 'ਚ ਪੇਸ਼ ਕੀਤਾ, ਫਿਰ ਉਹ ਪਾਸ ਕਰਤਾ। ਉਹੀ ਘੁਮਾਈ ਤੁਰੀ ਜਾਂਦਾ। ਇਸ ਗੱਲ ਨੂੰ ਸਮਝੋ ਕਿ ਜੇ ਉਹਦੀ ਮੋਨੋਪੋਲੀ ਟੁੱਟਦੀ ਔਰ ਕੰਪੀਟੀਸ਼ਨ ਤੁਸੀਂ ਕ੍ਰੀਏਟ ਕਰਦੇ ਤੇ 450 ਤੋਂ ਕੇਬਲ 250 ਆਉਂਦੀ। ਇਹਦੇ ਨਾਲ ਤੁਸੀਂ ਕਹਿੰਦੇ, ਉਹ ਕਹਿੰਦਾ ਜੀ 10 ਲੱਖ ਹੀ ਕਨੈਕਸ਼ਨ ਹੈ ਟੀਵੀ ਦਾ, ਅੱਜ 2 ਕਰੋੜ ਕਨੈਕਸ਼ਨ ਹੈ। 60 ਰੁਪਏ ਤੁਸੀਂ ਟੈਕਸ ਲਾਓ, 60 ਰੁਪਏ ਟੈਕਸ ਲਾਓ ਤੁਸੀਂ ਇੱਕ ਟੈਲੀਵਿਜ਼ਨ ਦੇ ਉੱਤੇ, ਤੇ 200 ਕਰੋੜ ਰੁਪਇਆ ਮਹੀਨਾ ਆਉਂਦਾ। ਉਹ ਕਹਿੰਦੇ ਟਰਾਈ ਦੇ ਰੇਟ ਤੈਅ ਕੀਤੇ। ਨਾ ਬਈ ਟਰਾਈ ਦੇ ਰੇਟ ਤੈਅ ਕੀਤੇ ਐ, ਉਹ ਕੌਣ ਹੁੰਦਾ ਦੱਸਣ ਵਾਲਾ? ਉਹਦੇ ਕੰਪਿਊਟਰ ਨੂੰ ਹੱਥ ਪਾ। ਹੁਣ ਵੀ ਉਹਨੂੰ ਹੱਥ ਪਾਇਆ, ਲੱਭਿਆ ਕਿਥੇ? ਕੀ ਹੋਇਆ? ਮੈਂ ਕਹਿੰਦਾ ਹਜ਼ਾਰਾਂ ਕਰੋੜ ਦਾ ਸਰਵਿਸ ਟੈਕਸ ਚੋਰੀ ਕਰ ਗਿਆ ਉਹ, ਹਜ਼ਾਰਾਂ ਕਰੋੜ ਦਾ। ਪ੍ਰੂਵ ਵੀ ਐਲਾਨ ਕਰ ਗਏ, ਪਰ 100 ਰੁਪਇਆ ਹੋਇਆ ਕਿੱਥੇ ਹੈ? ਫਿਰ ਨਹੀਂ ਹੋਇਆ ਨਾ ਇਹ। ਪਰ ਜਵਾਬਦੇਹੀ ਤੁਸੀਂ ਪ੍ਰਧਾਨ ਹੋ, ਤੁਹਾਡੇ ਤੋਂ ਮੈਂ ਲੈ ਰਿਹਾ ਕਿ ਫਿਰ ਹੋਇਆ ਨਹੀਂ। ਭਾਈ ਮੈਂ ਤੇ ਰਾਹ ਦੱਸਦਾ, ਜੇ ਕੋਈ ਰਾਹ ਪਊਗਾ। ਮੇਰੇ ਕੋਲ ਤੇ ਐਡਮਿਨਿਸਟ੍ਰੇਟਿਵ ਪਾਵਰ ਨਹੀਂ, ਸਮਝਿਆ ਨਹੀਂ? ਮੇਰੇ ਕੋਲ ਉਹ ਐਡਮਿਨਿਸਟ੍ਰੇਟਿਵ ਪਾਵਰ ਨਹੀਂ, ਲੇਕਿਨ ਮੈਂ ਇਹ ਰਾਹ ਦੱਸਦਾ ਵੀ ਆਹ ਕਰੋ, ਇਸ ਤਰੀਕੇ ਦੇ ਨਾਲ ਹੋਊਗਾ। ਇਹੀ ਮੈਂ ਕਹਿ ਸਕਦਾ, ਜਿੰਨੀ ਮੇਰੇ ਕੋਲ ਸਮਰੱਥਾ ਹੈ ਮੈਂ ਉਹਦੇ ਨਾਲੋਂ ਵੱਧ ਕਰਕੇ। ਮੈਂ ਕੇਜਰੀਵਾਲ ਨਾਲ ਇੰਟਰਵਿਊ ਕੀਤਾ, ਉਹ ਥੋੜੀ ਤਾਰੀਫ ਕਰਦੇ, ਕਹਿੰਦੇ ਨਵਜੋਤ ਸਿੰਘ ਸਿੱਧੂ ਸੱਚ ਬੋਲਦਾ, ਜੇ ਗਲਤ ਹੋਇਆ ਤਾਂ ਗਲਤ ਕਹਿੰਦਾ, ਸਹੀ ਹੈ ਤਾਂ ਸਹੀ ਕਹਿੰਦਾ। ਉਹ ਕਹਿੰਦੇ ਕਿ ਚਰਨਜੀਤ ਚੰਨੀ ਐਲਾਨਜੀਤ ਮੁੱਖ ਮੰਤਰੀ ਹੈ, ਕਹਿੰਦੇ ਉਹ ਐਲਾਨ ਕਰਦਾ, ਇੰਪਲੀਮੈਂਟ ਹੁੰਦਾ ਨਹੀਂ। ਕਹਿੰਦੇ ਸਿੱਧੂ ਇਹਦੀ ਪੁਸ਼ਟੀ ਕਰਦੇ ਉਸੇ ਸਟੇਜ ਤੋਂ। ਮੇਰੀ ਇੱਕ ਗੱਲ ਨੂੰ ਸੁਣ, ਉਹਨੂੰ ਇਹ ਕਹਾ ਕਿ ਜੇ ਨਵਜੋਤ ਸਿੰਘ ਸਿੱਧੂ ਚੰਗੀ ਗੱਲ ਕਰਦਾ ਹੈ ਔਰ ਸਿੱਧੀ ਗੱਲ ਕਰਦਾ ਔਰ ਇਮਾਨਦਾਰੀ ਦੀ ਗੱਲ ਕਰਦਾ, ਤੇ ਨਵਜੋਤ ਸਿੰਘ ਸਿੱਧੂ ਇਹ ਵੀ ਤਾਂ ਕਹਿੰਦਾ ਵੀ ਤੂੰ ਸਭ ਤੋਂ ਵੱਡਾ ਫਰਾਡ ਹੈ ਕੇਜਰੀਵਾਲ ਸਾਹਿਬ। ਮੈਂ ਤੇ ਉਹਦੀ ਤਾਰੀਫ ਨਹੀਂ ਕਰਦਾ, ਮੈਂ ਤਾਂ ਠੋਕ ਕੇ ਕਹਿਣਾ ਵੀ ਤੈਂ ਕਿਹਾ 8 ਲੱਖ ਨੌਕਰੀ 440 ਦਿੱਤੀ ਨਹੀਂ, ਤੈਂ ਦੀਪ ਮਲਹੋਤਰੇ ਦੇ ਨਾਲ ਮਿਲ ਕੇ ਸ਼ਰਾਬ ਗਿਰਵੀ ਰੱਖਤੀ, ਹਰ ਗਲੀ ਗਲੀ ਦੇ ਵਿੱਚ ਵੇਚਦਾ। ਤੂੰ ਕਿਹੜੇ ਮੂੰਹ ਨਾਲ ਕਹੇਂਗਾ ਵੀ ਸ਼ਰਾਬ 'ਚੋਂ 30,000 ਕਰੋੜ ਰੁਪਈਆ ਪੰਜਾਬ ਕੱਢ ਸਕਦਾ ਔਰ ਸਰਕਾਰ ਦੇ ਖਜ਼ਾਨੇ ਪਾ? ਮੈਂ ਕਹਿੰਦਾ 2002 ਦੇ ਵਿੱਚ 2000 ਕਰੋੜ ਰੁਪਈਆ ਪੰਜਾਬ ਕਮਾਉਂਦਾ ਸੀਗਾ, 2500 ਕਰੋੜ ਰੁਪਈਆ ਤਾਮਿਲਨਾਡੂ ਕਮਾਉਂਦਾ ਸੀ। ਉਹ 37,000 ਕਰੋੜ ਰੁਪਈਆ ਕਮਾਉਂਦੇ ਮਿੱਤਰਾ, 37,000 ਕਰੋੜ ਰੁਪਈਆ ਅੱਜ 2022 'ਚ। ਅਸੀਂ ਕਮਾਉਂਦੇ 3,000 ਕਰੋੜ ਰੁਪਈਆ। ਅਸੀਂ 500 ਦੀ ਲੜਾਈ ਲੜਦੇ ਆ, ਉਹ 2,000 ਕਰੋੜ ਵਧਾ ਦਿੰਦੇ ਆ। ਤੇਲੰਗਾਨਾ ਇੱਕ ਹਫ਼ਤੇ ਦੇ ਵਿੱਚ 50 ਕਰੋੜ ਰੁਪਈਆ ਕਮਾਉਂਦਾ ਰੇਤੇ ਤੋਂ। ਇੱਕ ਦਰਿਆ 300 ਕਿਲੋਮੀਟਰ ਦਰਿਆ, ਤੇ ਅਸੀਂ 1300 ਕਿਲੋਮੀਟਰ ਦਰਿਆ ਲਈ ਫਿਰਦੇ ਆ, ਤੇ 40 ਕਰੋੜ। STF ਦੀ ਰਿਪੋਰਟ 'ਚ ਬਿਕਰਮ ਮਜੀਠੀਏ ਦੇ ਨਾਲ ਇਹ ਵੀ ਕਿਹਾ ਗਿਆ ਕਿ ਸੈਂਡ ਮਾਈਨਿੰਗ ਦਾ ਸਰਗਨਾ ਵੀ ਇਹ ਸੀ, ਔਰ ਉਹ ਸੈਂਡ ਮਾਈਨਿੰਗ ਦੇ ਜਿਹੜੇ ਪੈਸੇ ਆਉਂਦੇ ਸੀ ਔਰ ਇਹ ਡਰੱਗ ਦੇ ਪੈਸੇ ਆਉਂਦੇ ਸੀ, ਉਹ ਕਿੱਥੇ ਕਿੱਥੇ ਜਾਂਦੇ ਸੀ, ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਖੁਰਾਫਾਤਾਂ ਹੁੰਦੀਆਂ ਸੀ, ਉਹਦੇ ਬਾਰੇ ਵੀ ਜ਼ਿਕਰ ਹੈ। ਮੇਰੀ ਕਿਸੇ ਇੰਡੀਵਿਜੂਅਲ ਨਾਲ ਲੜਾਈ ਨਹੀਂ। ਮੈਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਮਾਨਦਾਰ ਇੱਕ ਬੰਦਾ ਅੱਗੇ ਆਉਂਦਾ ਹੈ ਤੇ 100 ਚੋਰ ਪਿੱਛੇ ਹੁੰਦਾ। ਇੱਕ ਸਿਸਟਮ ਇਮਾਨਦਾਰੀ ਦਾ ਬਣਾਓ। ਜਦੋਂ ਤੁਸੀਂ ਸਿਸਟਮ ਇਮਾਨਦਾਰੀ ਦਾ ਬਣਾਓਗੇ ਤੇ ਚੋਰ ਪਛੜੇ ਜਾਣਗੇ ਔਰ ਇਮਾਨਦਾਰ ਬੰਦੇ ਅੱਗੇ ਆਉਣਗੇ। ਬਣਾਊ ਕੌਣ ਸਿੱਧੂ ਸਾਹਿਬ? ਭਾਈ 14 ਸਾਲ ਦਾ ਕੀ ਕਰ ਰਿਹਾ ਨਵਜੋਤ ਸਿੰਘ ਸਿੱਧੂ? ਛੋਲੇ ਵੇਚਦਾ? ਦੱਸ ਕੀ ਕਰ ਰਿਹਾ? ਲੈ ਤੂੰ ਆ ਕਿਸੇ ਨੂੰ ਬਿਠਾ, ਨਾਲੇ ਤੂੰ ਬਹਿ ਮਿੱਤਰਾ, ਬੈਠ ਇੱਥੇ ਮੇਰੇ ਕੋਲ ਨਾਲ, ਮੈਨੂੰ ਕਰ ਸਵਾਲ ਕਿ ਨਵਜੋਤ ਸਿੰਘ ਤੂੰ ਸੱਤਾ ਹੰਡਾਈ ਸੀ, ਦੱਸੋ ਇਸ ਕੈਪਟਨ ਅਮਰਿੰਦਰ ਸਿੰਘ ਹੈਂ, ਇਸ ਬੰਦੇ ਦਾ ਇਹ ਕਿਹਦਾ ਰਾਜਾ ਹੈ? ਇਹ ਤਾਂ ਰੰਕਾਂ ਨਾਲੋਂ ਰੰਕ ਹੈ। ਜਿਸ ਬੰਦੇ ਨੇ ਪੰਜਾਬ ਵੇਚਤਾ, ਗਿਰਵੀ ਰੱਖਤਾ, ਨਵਜੋਤ ਸਿੰਘ ਸਿੱਧੂ ਨੇ ਉਹਦੇ ਨਾਲ ਸੱਤਾ ਨਹੀਂ ਮਾਣੀ, ਉਹਦੇ ਨਾਲ ਲੜਿਆ, ਬੇਅਦਬੀ ਲਈ ਲੜਿਆ, ਬੇਅਦਬੀ ਲਈ ਲੜਿਆ। ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਸੀ, ਇਹ ਇਕੱਲਾ ਖੜਾ ਹੋ ਕੇ ਬਕਵਾਸ ਕਰਦਾ ਸੀ। ਅੱਜ ਵੀ ਉਹੀ ਕਰ ਰਿਹਾ। ਕੌਣ ਕਰਵਾ ਰਿਹਾ? ਸਾਰੀ ਦੁਨੀਆ ਜਾਣਦੀ ਹੈ, ਠੀਕ ਹੈ ਕਿ ਨਹੀਂ? ਇਹ ਕਰਦਾ ਸੀ ਕਿ ਨਹੀਂ ਕਰਦਾ ਸੀ? ਉਦੋਂ ਜਦੋਂ ਮੈਂ ਵਾਪਸ ਆਇਆ ਕੈਬਨਿਟ ਦੇ ਵਿੱਚ, ਤੇ ਮੈਂ ਉੱਥੋਂ ਜਦੋਂ ਵਾਪਸ ਆਇਆ, ਮੈਂ ਕਿਹਾ ਜੀ CM ਸਾਹਿਬ ਨੂੰ ਨਾਲ ਲਿਜਾਵਾਂਗੇ, ਤੇ CM ਸਾਹਿਬ ਤੋਂ ਉੱਥੇ ਜਾ ਕੇ ਖੰਡ ਪਾਠ ਖਿਲਾਵਾਂਗੇ। ਬਈ ਜੀ ਭਾਈ ਅਸੀਂ ਖੁਲਵਾਇਆ ਲਾਂਘਾ, ਤੇ ਅਸੀਂ ਪੂਰੀ ਤਰ੍ਹਾਂ ਲੋਕਾਂ ਨੂੰ ਦੱਸੀਏ ਯਾਰ ਕਿ ਇਹ ਸਾਰਿਆਂ ਦੇ ਲਈ ਖੁੱਲੇ, ਸਾਰੇ ਆਨੰਦ ਮਾਣਨੇ ਦਾ। ਇਹਦੇ 'ਚ ਮੈਂ ਕੀ ਹਾਂ? ਇਹ ਤੇ ਅਰਦਾਸਾਂ ਨਾਲ ਖੁੱਲਿਆ, ਬਾਬੇ ਦੀ ਕਿਰਪਾ ਨਾਲ ਖੁੱਲਿਆ, ਅਸੰਖ ਸੰਭਾਵਨਾਵਾਂ ਨੇ। ਤੇ ਜੇ ਅੱਜ ਕਿਸਾਨ ਮਰਦਾ ਹੈ ਤੇ ਉਹਦੇ ਲਈ ਮੈਂ ਕਹਿਣਾ ਵੀ ਤੁਸੀਂ 25-30 ਸਾਲਾਂ ਦੇ ਵਿੱਚ 92 ਤੋਂ ਲੈ ਕੇ 22 ਤੱਕ ਤੁਸੀਂ ਜੱਟ ਦੀ MSP, ਕਿਸਾਨ ਦੀ MSP 330 ਤੋਂ 1700 ਕੀਤੀ। ਡੀਜ਼ਲ ਬਣ ਗਿਆ 5 ਤੋਂ 100, 25 ਗੁਣੇ ਲਾਗਤ, 25 ਗੁਣੇ ਤੇ ਵਧਾਈ ਤੁਸੀਂ 5 ਗੁਣੇ। ਲੈ ਮੈਂ ਕਹਿਣਾ ਨੀਵੇਂ ਥਾਵੇਂ ਭਾਈ ਰਾਜਨੀਤੀ ਛੱਡ ਦੂੰ ਉਸੇ ਦਿਨ। ਲੈ ਰੱਖ 34 ਦੇਸ਼ਾਂ ਦੇ ਬਾਰਡਰ ਦੇ ਉੱਤੇ ਆ ਕਣਕ ਰੱਖ, ਜੱਟ ਦੀ ਰੱਖ, ਤੇ 1700 ਦੀ 3000 ਦੀ ਵਿਕੂ। ਬਾਸਮਤੀ ਰੱਖ, ਬਾਸਮਤੀ 3200 ਦੀ 7000 ਦੀ ਵਿਕੂ। ਕਿਹੜੀ ਮਾਰਕੀਟ ਆ ਉਹ ਤੁਹਾਡੇ ਕੋਲੇ? ਐਵੇਂ
ਇਹ ਛੁਰਲੀਆਂ ਛੱਡ ਕੇ ਜਦੋਂ ਮੈਂ ਉੱਥੋਂ ਕਰਤਾ, ਅੱਛਾ ਹੋਰ ਸੁਣੋ, 5 ਰੁਪਏ ਦਾ ਮਟਰ 25 ਉੱਥੇ ਟੁੱਟਿਆ ਨਹੀਂ ਕਦੇ, ਸਮਝਿਆ ਨਹੀਂ। ਅਦਰਕ 25 ਰੁਪਏ ਦਾ ਉੱਥੇ 150 ਟੁੱਟਿਆ ਨਹੀਂ। ਕਿਉਂ ਬਈ, ਕਿਉਂ ਲਾਤੇ ਤੁਸੀਂ ਸਾਡੀਆਂ ਕਿਸਮਤਾਂ ਦੇ ਤਾਲੇ? ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸੀ, ਅੱਜ ਵੀ ਲੋਕ ਰੋਂਦੇ ਆ, ਕਿਸਾਨ ਰੋਂਦਾ। ਇਹ ਜੀ ਮਾਰਕੀਟ ਕਿੱਥੋਂ ਦੇ ਦਿਓਗੇ ਬਈ ਤੁਸੀਂ? ਤੁਹਾਨੂੰ ਲੱਗਦਾ ਨਹੀਂ ਸਿੱਧੂ ਸਾਹਿਬ ਕਿ ਜਦੋਂ ਮੈਂ ਉਹ ਗੱਲ ਨੂੰ ਪੂਰੀ ਕਰਨ ਲੱਗ ਜਾਣਾ, ਮੈਂ ਵਾਪਸ ਆਇਆ ਵੀ ਮੈਂ ਸੀਐਮ ਸਾਹਿਬ ਨੂੰ ਉੱਥੇ ਲੈ ਕੇ ਜਾਊਂਗਾ। ਉਹਨੇ ਕਿਹਾ ਠੀਕ ਹੈ ਯਾਰ, 3 ਦਿਨਾਂ ਦਾ ਅਖੰਡ ਪਾਠ। ਮੈਂ ਅੰਦਰ ਗਿਆ, ਮੈਨੂੰ ਇੱਕ ਮੰਤਰੀ ਕਹਿੰਦਾ, ਸਿਖਾਇਆ ਹੋਇਆ ਸੀ, ਇਸੇ ਨੇ ਸਿਖਾਇਆ ਹੋਇਆ ਸੀ ਜਿਹਨੂੰ ਲਾਇਆ, ਜਿਹੜਾ ਕਹਿੰਦਾ ਦਰਵਾਜ਼ੇ ਬੰਦ ਕਰ ਦੂੰ, ਠੀਕ ਹੈ ਕਿ ਨਹੀਂ ਹੈ। ਐਂ ਬੈਠ ਜਾਂਦਾ ਘਸੁੰਨ ਜਿਹਾ ਬਣ ਕੇ, ਆਪ ਬੋਲਦਾ ਨਹੀਂ, ਇਹ ਤੋਂ ਬੁਲਵਾਊ ਉਹ ਤੋਂ ਬੁਲਵਾਊ। ਮੈਨੂੰ ਪਤਾ ਸੀ ਸਿੱਧੂ ਸਾਹਿਬ ਜਰਨੈਲਾਂ ਦੇ ਕਹਿਣ ਤੇ ਲਾਂਘਾ ਥੋੜਾ ਨਾ ਖੁੱਲਦਾ। ਮੈਂ ਸੁਣ ਲਿਆ, ਮੈਂ ਇਹਨੂੰ ਸੁਰੇਸ਼ ਕੁਮਾਰ ਨੂੰ ਕਿਹਾ, ਮੈਂ ਕਿਹਾ ਜੀ ਇਹ ਏਜੰਡੇ 'ਚ ਹੈ। ਮੈਂ ਕਿਹਾ ਮੈਂ ਤਾਂ ਉੱਥੋਂ ਆਇਆ, ਖੁਸ਼ਖਬਰੀ ਲੈ ਕੇ ਆਇਆ, ਏਜੰਡੇ 'ਚ ਹੈ। ਆਂਦਾ ਨਹੀਂ, ਦੂਜੇ ਪਾਸੋਂ ਦੂਆ ਮੰਤਰੀ। ਸਿੱਧੂ ਸਾਹਿਬ ਸਰਕਾਰਾਂ ਖੋਲ੍ਹਦੀਆਂ ਹੁੰਦੀਆਂ। ਮੈਂ ਉੱਠੋ, ਚਲੋ 2 ਜਣੇ ਉੱਠੋ। ਤੁਸੀਂ ਕਹੀਓ ਲਾਂਘਾ ਖੁੱਲਦਾ ਨਹੀਂ, ਤੇ ਸਿੱਧੂ ਕਹੂਗਾ ਲਾਂਘਾ ਖੁੱਲਦਾ ਬਾਬੇ ਨਾਨਕ ਦਾ, ਉਹ ਖੋਲੂਗਾ। ਤੇ ਮੈਂ ਕਿਹਾ ਜੇ ਤੁਸੀਂ ਹਾਰ ਗਏ ਰਾਜਨੀਤੀ ਤੁਸੀਂ ਛੱਡੋ, ਨਹੀਂ ਤੇ ਮੈਂ ਛੱਡੂ। ਜਾ ਜ਼ਬਾਨ ਸੁਸਰੀ ਸੁੰਘ ਗਈ, ਚੀਂ ਨਹੀਂ ਕੀਤੀ, ਬੰਦ ਕਮਰਿਆਂ 'ਚ ਟੀ ਪੀ। ਫਿਰ ਉਹ ਲੱਗ ਐਂ ਥੋੜਾ ਨਾ ਹੁੰਦਾ ਜੀ। ਹਰੇਕ ਨੂੰ ਕ੍ਰੈਡਿਟ ਦੀ ਪਈ ਹੈ, ਕਿਸੇ ਨੂੰ ਇਹ ਨਹੀਂ ਪਈ ਕਿ 90% ਲੋਕ ਤਰਾਹੀ ਕਰਦੇ ਫਿਰਦੇ ਆ। 90% ਲੋਕਾਂ ਦੀ ਤੁਸੀਂ ਰੋਟੀ ਖੋਲੀ, ਕਿਉਂ ਨਾ ਬਣਨ ਵੀ ਇਹਨਾਂ ਦੇ ਕੋਆਪਰੇਟਿਵ। ਆ ਹੁਣ ਇੱਥੇ ਸੁਸਾਇਟੀ ਹੈ, ਆਇਆ ਨਾ, ਇੱਥੇ ਸੁਸਾਇਟੀ ਹੈ। ਭਾਜੀ ਕੌਣ ਨੇ ਸੁਸਾਇਟੀ ਵਾਲੇ ਬੰਦੇ? ਆ ਭਾਜੀ ਪੁੱਛ, ਸੁਸਾਇਟੀ ਹੈ ਭਾਈ, ਕੋਆਪਰੇਟਿਵ ਕਿਉਂ ਨਾ ਬਣਨ? 700 ਬੰਦਿਆਂ ਦੀ ਸੁਸਾਇਟੀ ਹੈ, ਇਕੱਠੇ ਰਲ ਕੇ। ਮੈਨੂੰ ਦੱਸ ਦੁਨੀਆ ਦੇ ਵਿੱਚ ਬੰਦਾ ਤੇ ਦੱਸ ਜਿਹੜਾ ਆਪਣੀ ਚੀਜ਼ ਦੀ ਕੀਮਤ ਨਾ ਤੈਅ ਕਰ ਸਕੇ। ਤੂੰ ਦੁਕਾਨ ਦੇ ਉੱਤੇ ਜਾਣਾ, ਅਗਲਾ ਕਹਿੰਦਾ ਜੀ ਆ ਟੁੱਥਪੇਸਟ ਦੀ ਕੀਮਤ ਇੰਨੀਆਂ ਲੈਣੀਆਂ ਲਾ, ਉਹ ਨਹੀਂ ਡੰਡੀ ਪੈ। ਕੋਈ ਹੋਰ ਹੁੰਦਾ ਲਾ ਲੈਣੀ, ਉਹ ਲਾ, ਉਹ ਨਹੀਂ ਡੰਡੀ ਪੈ। ਫਿਰ ਕਿਸਾਨ ਦੇ ਟਮਾਟਰ, ਕਿਸਾਨ ਦੇ ਮਟਰ, ਕਿਸਾਨ ਦੀ ਕੋਈ ਚੀਜ਼, ਉਹਦੀ ਲਾਗਤ ਕੋਈ ਦੂਆ ਕਿਉਂ ਤੈਅ ਕਰੇ? ਔਰ ਉਹ ਕਿਉਂ ਖੱਟੀ ਖਾਵੇ? ਉਹ ਮਿਡਲਮੈਨ ਕਿਉਂ 70 ਕਮਾਵੇ ਤੇ ਕਿਸਾਨ ਕਿਉਂ 3 ਰੁਪਏ ਕਮਾਵੇ? ਇਹ ਸਿੱਧੂ ਅੱਜ ਦਾ ਨਹੀਂ ਰੋਂਦਾ, ਇਹ ਸਿੱਧੂ ਉਦੋਂ ਦਾ ਰੋਂਦਾ ਹੈ। ਮੈਨੂੰ ਯਾਦ ਆ, ਬਹੁਤ ਇੰਟਰਵਿਊ ਤੁਹਾਡੇ ਨਾਲ ਕੀਤੇ, ਪਹਿਲੇ ਦਿਨ ਤੋਂ ਤੁਸੀਂ ਇਹ ਗੱਲ ਕਰਦੇ ਰਹੇ ਹੋ ਸਿੱਧੂ ਸਾਹਿਬ। ਤੇ ਮੈਂ ਤੈਨੂੰ ਗਰੰਟੀ ਦਿੰਦਾ ਛੋਟੇ ਭਾਈ, ਐਤਕੀ ਸਭ ਤੋਂ ਵੱਡਾ ਸਵਾਲ ਇਹ ਲਾਗੂ ਕੌਣ ਕਰੂ? ਮੈਂ ਪੰਜਾਬ ਮਾਡਲ ਲਿਆ ਦਿੰਦਾ, ਤੇ ਪੰਜਾਬ ਮਾਡਲ 'ਚ ਤਾਂ ਸਭ ਤੋਂ ਵੱਧ ਖਜ਼ਾਨਾ ਭਰਨ ਦੀ ਥਾਂ ਹੀ ਰੇਤੇ ਤੋਂ ਹੈ, ਸ਼ਰਾਬ ਤੋਂ ਹੈ, ਠੀਕ ਹੈ, ਕੇਬਲ ਤੋਂ ਹੈ, ਜ਼ਮੀਨਾਂ ਦੱਬਣ ਤੋਂ ਹੈ, ਤੇ ਬੱਸਾਂ ਤੋਂ ਹੈ। ਤੇ ਜਿਹੜੇ ਬੱਸਾਂ ਦੋ ਬੱਸਾਂ ਦੱਬ ਵਾਲੀ 'ਚੋਂ 6000 ਹੋ ਗਈਆਂ, ਜਿਹੜੇ ਰਾਤ ਨੂੰ ਸ਼ਰਾਬ ਦੀਆਂ ਡਿਸਟਿਲਰੀਆਂ ਚਲਾਉਂਦੇ ਆ, ਤੈਨੂੰ ਲੱਗਦਾ ਪੰਜਾਬ ਮਾਡਲ ਲਾਗੂ ਕਰ ਦੇਣਗੇ? ਉਹ ਜੇ ਲਾਗੂ ਕਰਨ ਦੇਣਗੇ ਤੇ ਜਾ ਜੁੰਮਾ ਦੇਈ ਨਵਜੋਤ ਸਿੰਘ ਸਿੱਧੂ ਨੂੰ, ਸਿੱਧੂ ਨਾ ਕਹੀਂ ਜੇ 6 ਮਹੀਨਿਆਂ 'ਚ ਪੰਜਾਬ ਨਾ ਬਦਲ ਦਿਆ ਤਾਂ ਸਿੱਧੂ ਨਹੀਂ। ਜੁੰਮਾ ਚੱਕਣ ਨੂੰ ਤਿਆਰ ਹੋ? ਜੁੰਮਾ ਮੈਂ ਕਹਿੰਦਾ ਅੱਜ ਦਾ ਨਹੀਂ ਕਹਿੰਦਾ, 17 ਸਾਲ ਤੁਹਾਨੂੰ ਜੁੰਮਾ ਦੇਣ ਲਈ। ਮੈਂ ਕਿਹਾ ਮੈਂ ਹਾਈ ਕਮਾਂਡ ਦੇ ਫੈਸਲੇ ਨੂੰ ਹਰੇਕ ਨੂੰ ਮੰਨਦਾ, ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਭਾਈ ਜੇ ਜ਼ਿੰਮੇਵਾਰੀ ਮਿਲੂਗੀ ਤਾਂ ਹੀ ਕਰਾਂਗੇ। ਪਰ ਸੱਤਾ ਚਾਹੋਗੇ ਤਾਂ ਫੇਰ ਹੀ ਹੈ ਨਾ। ਜੇ ਮੁੱਖ ਮੰਤਰੀ ਬਣੋਗੇ ਸਿੱਧੂ ਸਾਹਿਬ, ਫੇਰ ਇੰਪਲੀਮੈਂਟ ਕਰੋਗੇ। ਪਹਿਲਾਂ ਕੈਪਟਨ ਮੁੱਖ ਮੰਤਰੀ, ਹੁਣ ਚੰਨੀ। ਸਿੱਧੂ ਤਾਂ ਮੁੱਖ ਮੰਤਰੀ ਨਹੀਂ ਹੈ ਨਾ। ਜਦੋਂ ਅਸੀਂ ਸਵਾਲ ਪੁੱਛਦੇ ਹਾਂ ਕਿ ਕਿਉਂ ਨਹੀਂ ਹੋਇਆ, ਤੁਸੀਂ ਕਿਹਾ ਮੈਂ ਕਿਹੜਾ ਕੋਈ ਸੱਤਾ ਦਾ ਸੁੱਖ ਭੋਗਿਆ। ਸੱਤਾ ਦਾ ਸੁੱਖ ਤਾਂ ਹੀ ਭੋਗੋਗੇ, ਪਾਵਰ ਫੇਰ ਹੀ ਆਊਗੀ ਜੇ ਮੁੱਖ ਮੰਤਰੀ ਬਣੋਗੇ। ਮੁੱਖ ਮੰਤਰੀ ਬਣਨਾ ਕੋਈ ਕਾਨੂੰਨੀ ਅਪਰਾਧ ਤਾਂ ਨਹੀਂ ਸਿੱਧੂ ਸਾਹਿਬ। ਫਿਰ ਇਸ ਸਵਾਲ ਤੋਂ ਕਿਉਂ ਭੱਜਣਾ? ਤੁਸੀਂ ਸਿੱਧਾ ਦੱਸੋ, ਮੁੱਖ ਮੰਤਰੀ ਫਿਰ ਤੁਸੀਂ ਬਣਨ ਦੇ ਇੱਛੁਕ ਹੋ? ਮੁੱਖ ਮੰਤਰੀ ਅਗਰ ਸੈਂਟਰਲਾਈਜ਼ ਨਾ ਕਰੇ ਪਾਵਰ, ਅਗਰ 5-4 ਬੰਦਿਆਂ ਕੋਲ ਪਾਵਰ ਹੋਵੇ ਤੇ ਉਹ ਭਲਾ ਕਰ ਸਕਦੇ ਆ। ਜਦੋਂ ਮੁੱਖ ਮੰਤਰੀ ਆਪਣੇ ਅਫਸਰਾਂ ਨੂੰ ਕਹਿੰਦਾ ਮੇਰੇ ਕਮਾਊ ਪੁੱਤ ਦਾ ਕੰਮ ਕਰਦੀ, ਤੇ ਸਿੱਧੂ ਦੇ ਰੋਕ ਦੇ, ਤੇ ਉਹ ਸਿੱਧੂ ਤੇ ਨਹੀਂ ਰੋਕ ਰਿਹਾ, ਸਿੱਧੂ ਨੇ ਕੀ ਲੈਣਾ ਬਤਾਊਂ? ਸਿੱਧੂ ਤਾਂ ਲੋਕਾਂ ਦੇ ਕੰਮਾਂ ਲਈ ਰੋਂਦਾ। ਹੁਣ ਤਾਂ ਨਹੀਂ ਇਸ ਤਰ੍ਹਾਂ ਹੋ ਰਿਹਾ। ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣ, ਇਹੀ ਪੰਜਾਬ ਦੀ ਬਦਕਿਸਮਤੀ ਰਹੀ ਹੈ ਵੀ 25 ਸਾਲ ਤੋਂ ਇਹੀ ਹੋਇਆ। ਇੱਕ ਸਿਸਟਮ ਸੀ ਜਿਹੜਾ ਕਮਾਊ ਪੁੱਤਾਂ ਨੂੰ ਰਿਵਾਰਡ ਦਿੰਦਾ ਸੀ, ਜਿਹਨੇ ਲੈਜਿਸਲੇਚਰ, ਜਿਹਨੇ MLA ਇੱਕ SSP ਦੇ ਮੁਹਤਾਜ ਬਣਾਤੇ, ਡੀਸੀਆਂ ਦੇ ਦਫ਼ਤਰਾਂ ਦੇ ਬਾਹਰ ਖੜੇ ਕਰਤੇ। ਡੀਸੀਆਂ ਦੇ ਦਫ਼ਤਰਾਂ ਦੇ ਬਾਹਰ ਐਂ ਬੈਠੇ ਹੁੰਦੇ ਆ ਜਿਵੇਂ ਪਤਾ ਨਹੀਂ ਗਵਰਨਰ ਜਨਰਲ ਦੇ ਬਾਹਰ ਬੈਠੇ। ਮੈਂ ਕਦੇ ਨਹੀਂ ਬੈਠਿਆ ਅੱਜ ਤੱਕ। ਕਿਉਂ? ਕਿਉਂਕਿ ਲੈਜਿਸਲੇਟਰ ਦਾ ਕੰਮ ਹੈ ਕਾਨੂੰਨ ਬਣਾਉਣੇ, ਉਹਦਾ ਦਰਜਾ ਚੀਫ ਸੈਕਟਰੀ ਤੋਂ ਕਿਤੇ ਉੱਤੇ ਹੈ। ਉਹਦੇ 'ਚ 2 ਲੱਖ ਬੰਦੇ ਬੋਲਦੇ, ਇੱਥੇ ਗਾਣੇ ਗਾਈ ਜਾਂਦੇ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ। ਉਹ ਮੈਂ ਕਹਿੰਦਾ ਤੂੰ ਨਹੀਂ ਬੋਲਦਾ, ਓਏ MLA ਤੂੰ ਨਹੀਂ ਬੋਲਦਾ, ਤੇਰੇ 'ਚ 2 ਲੱਖ ਪੰਜਾਬੀ ਬੋਲਦਾ, 2 ਲੱਖ ਪੰਜਾਬੀ। ਤੇ ਫਿਰ ਉਹ ਕਦੇ ਆਪਣੀ ਉਹਨੂੰ ਸਮਝਣ ਦਿੱਤਾ? ਉਹਨੂੰ ਸਿਰਫ ਇੰਨੇ ਕਹਿੰਦੇ ਆ ਤੇਰਾ DSP ਲਾਤਾ, ਔਰ ਚੀਕਾਂ ਮਾਰਦਾ ਮੇਰਾ DSP ਬਦਲਦਾ, ਉਹ ਚੀਕਾਂ ਮਾਰਦਾ ਵੀ ਮੇਰਾ SSP ਕੀ ਆ ਓਏ। ਮੈਂ ਅੱਜ ਤੱਕ ਨਹੀਂ ਕਿਹਾ ਆਹ ਲਾ ਦੇ ਉਹ ਲਾ ਦੇ। ਕਿਉਂ ਬਈ? ਉਦੋਂ ਕਹੀਦਾ ਜਦੋਂ ਅੱਤ ਹੋ ਜਾਂਦੀ ਹੈ। ਮਹਾਰਾਜ ਅੱਜ ਪਿੰਡਾਂ ਦੇ ਵਿੱਚ ਦੇਖ, ਇਹ ਚਿੱਟਾ ਕਿਉਂ ਨਹੀਂ ਮੁੱਕਿਆ? ਇਹ ਚਿੱਟਾ ਕਿਉਂ ਨਹੀਂ ਮੁੱਕਿਆ? ਬੜਾ ਸੌਖਾ ਕਹਿ ਦੇਣਾ ਵੀ ਬਾਰਡਰ। ਉਹ ਭਾਈ ਸਿੰਗਾਪੁਰ ਵੀ ਸੀ, ਹਾਂਜੀ, ਸਿੰਗਾਪੁਰ ਦੇ ਨਾਲ ਥਾਈਲੈਂਡ ਵੀ ਹੈ। ਕੋਈ ਪੁੜੀ ਵੇਚ ਕੇ ਦਿਖਾਵੇ, ਜੇ ਆਪਣਾ ਮੁੜ ਕੇ ਆਪਦਾ ਖਾਨਦਾਨ ਦੇਖ ਜੇ ਤੇ ਮੈਨੂੰ ਕਹਿ ਦੀ। ਜੇਲ੍ਹ 'ਚ ਗਲਨ ਨੂੰ ਸਿੱਟ ਦਿੰਦੇ, ਗਲਨ ਨੂੰ।
ਬੰਦਾ 25-30 ਸਾਲ ਜਿੰਨਾ ਜਿਉਂਦਾ ਗਲਦਾ ਹੈ, ਹਰ ਰੋਜ਼ ਮੌਤ ਮੰਗਦਾ, ਉਹਨੂੰ ਮੌਤ ਮਿਲਦੀ ਨਹੀਂ। ਤੇ ਇੱਥੇ ਜਿਨ੍ਹਾਂ ਨੇ ਚਿੱਟੇ ਵੇਚੇ, ਜਿਨ੍ਹਾਂ ਨੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਤਸਕਰ ਬਿਠਾਏ, ਜਿਨ੍ਹਾਂ ਨੂੰ ਐਕਸਟਰਾਡਾਈਟ ਸਮਝਦਾ ਵੀ ਉਹ ਫਲਾਣੇ ਮੁਲਕ 'ਚੋਂ ਇਹਨੂੰ ਘੜੀਸ ਕੇ ਲਿਆਓ ਵਾਪਸ, ਇਹਨੂੰ ਸਜ਼ਾ ਦਿਓ, ਜਿਹਨੇ ਉਹਦੇ ਨਾਲ ਜੱਫੀਆਂ ਪਾ ਕੇ ਸੁੱਤਾ, ਜਿਹਨੇ ਉਹਨਾਂ ਦੇ ਸਮਝੌਤੇ ਕਰਾਏ, ਉਹ ਤੇ ਮਿਊਨਿਸਪੈਲਿਟੀ ਦੇ ਸਾਹਣ ਵਾਂਗੂ ਖੰਘਾਰੇ ਮਾਰਦਾ ਫਿਰਦਾ ਓਏ। ਇਹ ਜਿਹੜੇ ਰਾਜ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਨੂੰ ਤੁਸੀਂ ਹੌਸਲਾ ਨਹੀਂ ਦਵੋਗੇ ਤੇ ਮਾੜਾ ਕੰਮ ਵਾਲੇ ਨੂੰ ਪਨਿਸ਼ਮੈਂਟ ਨਹੀਂ ਦਵੋਗੇ, ਜਾਊਗਾ ਹੀ। ਹੁਣ ਤੂੰ ਅੱਜ ਦੇਖ, ਮੈਂ ਇੱਕ ਪ੍ਰਿੰਟ 'ਚ ਲੇਖ ਛਪਿਆ, 78% ਪੰਜਾਬੀ ਨੌਜਵਾਨ ਹਤਾਸ਼ ਹੈ, ਡਿਸਇਲੂਜਨਡ ਹੈ। ਉਹ ਕਹਿੰਦਾ ਯਾਰ ਸਾਨੂੰ ਇੱਥੇ ਜੌਬ ਨਹੀਂ ਮਿਲ ਸਕਦੀ, ਨੌਕਰੀ ਨਹੀਂ ਮਿਲ ਸਕਦੀ, ਚੱਲੇ ਆ। 70,000 ਕਰੋੜ ਦੇ ਐਸਟ ਵਿਕੇ। ਇਹਦਾ ਕੀ ਇਲਾਜ ਹੈ ਭਾਈ? ਇਹਦਾ ਇਲਾਜ ਇਹੀ ਹੈ ਕਿ ਖੇਤੀ ਦੇ ਵਿੱਚੋਂ, ਕਿਉਂਕਿ ਅਸੀਂ 60% ਖੇਤੀ ਆ, ਖੇਤੀ ਦੇ ਵਿੱਚ ਐਗਰੋ ਬੇਸ ਇੰਡਸਟਰੀ ਲੱਗੇ। ਐਗਰੋ ਬੇਸ ਇੰਡਸਟਰੀ ਕਿਹੜੀ ਲੱਗੀ ਹੈ? ਬਿਰਲਿਆਂ ਦੀ, ਟਾਟਿਆਂ ਦੀ, ਅਡਾਨੀਆਂ ਦੀ, ਅੰਬਾਨੀਆਂ ਦੀ। ਮੇਰੇ ਲੇਖ ਨਾ ਲਾਉਣ, ਅਖਬਾਰਾਂ 'ਚ ਨਾ ਛਾਪਣ, ਠੋਕ ਕੇ ਕਹੂੰਗਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਲੜਾਈ ਲੜੂੰਗਾ, ਮਨਾਂ ਦੇ ਵਿੱਚ ਲੜਾਈ ਲੜੂੰਗਾ। ਮੇਰੀ ਆਵਾਜ਼ ਨਿਕਲਦੀ ਹੈ, ਧਰਤੀ 'ਚ ਕੱਢ ਦੂੰ, ਪਰ ਪੰਜਾਬ ਦੀ ਲੜਾਈ ਨਹੀਂ ਛੱਡੂੰਗਾ। ਕਿਉਂ ਬਈ? ਇਹ ਜਿਹੜੀ ਪ੍ਰੋਸੈਸਿੰਗ ਹੈ, ਇਹ ਤਿਲਾਂ ਦੇ ਜਿਵੇਂ ਤੇਲ ਨੇ ਦੂਜੇ, ਇਹ ਪੰਜਾਬੀ ਕਿਉਂ ਨਾ ਕਰੇ? ਮੈਨੂੰ ਦੱਸ ਨਾ। ਜਦੋਂ ਤੁਸੀਂ ਮੌਲਾਂ 'ਚ ਜਾਂਦੇ ਹੋ, ਉੱਥੇ ਅੰਬਾਨੀ ਦਾ ਸ਼ੋਰੂਮ ਹੈ, ਉੱਥੇ ਫਾਰਮ ਪ੍ਰੈਸ ਸ਼ੋਰੂਮ ਹੈ। ਲੈ ਇਹੋ ਜਿਹੇ ਭਰਾ ਦਾ ਮੇਰੇ ਦਾ ਉੱਥੇ ਲਿਖਿਆ ਹੋਵੇ ਪੰਜਾਬ ਫਾਰਮਰ ਸ਼ੋਰੂਮ, ਕਿਉਂ ਨਾ ਹੋਵੇ? ਉਹ ਕੀ ਜਾਂਦਾ ਸਰਕਾਰ ਦਾ? ਜਿੰਨੇ ਲੌਜਿਕ ਤੁਹਾਡੇ ਕੋਲ ਹੈ ਸਿੱਧੂ ਸਾਹਿਬ, ਜਾਂ ਜੋ ਤੁਹਾਡੇ ਕੋਲ ਮਾਡਲ ਹੈ, ਇਹਦੇ ਤਾਂ ਵਿਰੋਧੀ ਧਿਰ ਵੀ ਇਸ ਤਰ੍ਹਾਂ ਗੱਲ ਨਹੀਂ ਕਰਦੀ ਹੈ, ਕਰ ਸਕਦੀ ਨਹੀਂ, ਕਿਉਂਕਿ ਕਿਸੇ ਨੇ ਕੀਤਾ ਹੀ ਕੁਝ ਨਹੀਂ। ਸਵਾਲ ਪੈਸੇ ਕਮਾਉਣ ਦੇ, ਨਾ ਬਾਪ ਬੜਾ ਨਾ ਭਈਆ। ਸਵਾਲ ਇਹ ਹੈ ਫਿਰ ਇਸ ਹਾਲਤ 'ਚ ਤੁਹਾਡੀ ਪਾਰਟੀ ਨੂੰ ਵੋਟ ਪਾਊਗਾ ਕੌਣ? ਮੇਰੀ ਇੱਕ ਗੱਲ ਨੂੰ ਸੁਣ, ਐਤਕੀ ਪਾਰਟੀਆਂ ਨਾਲੋਂ ਵੱਧ ਰੋਡ ਮੈਪ ਨੂੰ ਵੋਟ ਪੈਣੀ। ਜਿਹੜੇ ਬੰਦੇ ਇੱਥੇ ਖੜੇ ਆ, ਮੈਂ ਇਹਨਾਂ ਨੂੰ ਮੈਂ ਸਾਰਿਆਂ ਨੂੰ ਕਹਿੰਦਾ, ਟੈਲੀਵਿਜ਼ਨ ਤੇ ਲੱਖਾਂ ਬੰਦਾ ਇਕੱਠਾ ਦੇਖਦਾ, ਇੱਕ ਕੰਪੇਨ ਹੀ ਚੱਲਦੀ ਹੈ। ਮੈਂ ਉਹਨਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਸਵਾਲ ਕਰੋ, ਇਹਨਾਂ ਨੂੰ ਸਵਾਲ ਕਰੋ ਵੀ ਭਾਈ ਜਿਹੜਾ ਤੁਸੀਂ ਲੋਲੀਪੌਪ ਵੰਡੀ ਜਾਂਦੇ ਹੋ, ਜਿਹੜੀਆਂ ਤੁਸੀਂ ਅਨਾਉਂਸਮੈਂਟਾਂ ਕਰੀ ਜਾਂਦੇ ਹੋ, ਇਹ ਪੂਰੀਆਂ ਤਾਂ ਹੁੰਦੀਆਂ ਨਹੀਂ। ਤੇ ਭਾਈ ਤੁਹਾਡਾ ਕੀ ਰੋਡ ਮੈਪ ਹੈ? ਤੁਸੀਂ ਕਿਵੇਂ ਕਰੋਗੇ? ਸਵਾਲ ਦੋ ਨੇ, ਹੂ ਵਿਲ ਡੂ ਇਟ? ਕੌਣ ਕਰੂ? ਸਾਨੂੰ ਕਿਚੜ 'ਚੋਂ ਕੌਣ ਕੱਢੂ ਤੇ ਕਿਵੇਂ ਕੱਢੂ? ਜਿਹੜਾ ਦੂਸਰਾ ਸਵਾਲ ਹੈ ਨਾ, ਕਿਵੇਂ ਕੱਢੂ, ਉਹ ਜ਼ਿਆਦਾ ਇੰਪੋਰਟੈਂਟ ਹੈ। ਮੈਂ ਤੈਨੂੰ ਕਹਿਣਾ, ਅੱਜ ਕੋਆਪਰੇਟਿਵ ਬਣਾ, ਕਿਸਾਨਾਂ ਨੂੰ 5-5 ਪਿੰਡਾਂ ਦੇ ਕੋਲਡ ਸਟੋਰੇਜ ਦੇ, ਤੇ ਅਸੀਂ ਡੈਰੀਵੇਟਿਵਸ ਵੱਲ ਜਾਈਏ। ਤੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਜੇ ਰੋਜ਼ਗਾਰ ਦੇਣਾ, ਉਹਨਾਂ ਨੂੰ ਇਹ ਰੋਜ਼ਗਾਰ ਦਈਏ। ਮੈਂ ਕਹਿੰਦਾ ਤੂੰ ਗੁੜ ਦੀ ਘੁਲਾੜੀ ਲਾ ਕੇ ਬਹਿ ਜਾ, ਤੇ ਗੁੜ ਦੀ ਘੁਲਾੜੀ ਨੂੰ ਸਰਕਾਰ ਜਾ ਕੇ ਦਿੱਲੀ 'ਚ ਮਾਰਕੀਟ ਕਰੇ, ਸਮਝਿਆ ਨਹੀਂ? ਬਾਰਡਰ ਦੇ ਉੱਤੇ ਮਾਰਕੀਟ ਕਰੇ। ਲੈ 100 ਦਾ ਜੇ 500 ਦਾ ਨਾ ਵਿਕੇ ਤਾਂ ਮੈਨੂੰ ਕਹੀਂ। ਮੈਂ ਉੱਥੇ ਗੋਰੇ ਕਹਿੰਦੇ ਆਈ ਵਾਂਟ ਗੁੜ, ਮੈਂ ਵਾਟ ਇਜ਼ ਗੁੜ? ਆਈ ਵਾਂਟ ਗੁੜ, ਆਈ ਵਾਂਟ ਗੀ। ਕਿਉਂ? ਕਿਉਂਕਿ ਉੱਥੇ ਉਹ ਕਹਿੰਦੇ ਨੇ ਵੀ ਇਹਦਾ ਮੁਕਾਬਲਾ ਹੀ ਕੋਈ ਨਹੀਂ ਆਰਗੈਨਿਕ ਦਾ, ਸਮਝਦਾ? ਉਹ ਕਿਉਂ ਮਰ ਰਿਹਾ ਕਿਸਾਨ? ਉਹ ਇੱਕ ਏਕੜ ਵਾਲਾ ਕਿਉਂ ਮਰ ਰਿਹਾ? ਤੁਸੀਂ ਉਹਨਾਂ ਨੂੰ ਮਨਰੇਗਾ ਦੇ ਵਿੱਚ ਨਹੀਂ ਸਮਾਨ ਪੱਤਾ ਦਿੰਦੇ, ਤੁਹਾਡੇ ਪੈਸੇ ਹੀ ਨਹੀਂ ਲੱਗਦੇ। ਤੁਸੀਂ ਅੱਜ ਮਨਰੇਗਾ ਦੇਖੋ, ਮੈਂ ਕਹਿੰਦਾ ਮਜ਼ਦੂਰ ਦੀ ਗੱਲ ਕੀਤੀ ਹੈ ਸਿੱਧੂ ਨੇ, ਕੀਤੀ ਕਿ ਨਹੀਂ? ਸਿੱਧੂ ਨੇ ਮਜ਼ਦੂਰ ਦੀ ਗੱਲ, ਕਿਸੇ ਨੇ ਅੱਜ ਤੱਕ 50 ਸਾਲ ਕਿਸੇ ਨੇ ਮਜ਼ਦੂਰ ਦੀ ਗੱਲ ਕੀਤੀ ਹੋਵੇ? ਮੈਂ ਕੀ ਕਿਹਾ? ਅਰਬਨ ਐਮਪਲੋਇਮੈਂਟ ਗਾਰੰਟੀ ਮਿਸ਼ਨ, 5 ਲੱਖ ਸ਼ਹਿਰੀ ਗਰੀਬ, ਔਰ ਸ਼ਹਿਰ 'ਚ ਦੁੱਗਣੀ ਹੈ ਅਨਐਮਪਲੋਇਮੈਂਟ। ਔਰ ਸਭ ਤੋਂ ਵੱਡਾ ਮੁੱਦਾ, ਇਹਨਾਂ ਨੂੰ ਪੁੱਛ ਲੈ, ਕਿਤੇ ਜਾ ਕੇ ਪੁੱਛ ਲੈ, ਸਭ ਤੋਂ ਵੱਡਾ ਮੁੱਦਾ ਅੱਜ ਪੰਜਾਬ ਦੇ ਵਿੱਚ ਇੰਪਲੋਇਮੈਂਟ ਹੈ। ਐਂਟਰਪ੍ਰੀਨਰਸ਼ਿਪ ਦਿਓ, ਉਸ ਨੌਜਵਾਨ ਨੂੰ ਓਪਰਚੁਨਿਟੀ ਦਿਓ। ਉਹ ਡਰੱਗਸ ਤੋਂ ਕਿਵੇਂ ਦੂਰ ਜਾਊ? ਉਹ ਡਰੱਗਸ ਤੋਂ ਤਾਂ ਦੂਰ ਜਾਊ, ਮੈਂ ਜਦੋਂ ਛਿੱਕਾ ਮਾਰਦਾ ਹੁੰਦਾ ਨਾ, ਤੜਾਕ ਦੇ, ਉਹ ਜਦੋਂ ਬੋਲ ਐ ਤਾਂ ਨੂੰ ਜਾਂਦੀ ਨਾ, ਉਹ ਇਹੋ ਜਿਹਾ ਸਰੂਰ ਸੀ, ਉਹਨੂੰ ਕਹਿੰਦੇ ਹਾਏ। ਉਹ ਕਿਸੇ ਕੋਕੇਨ ਸ਼ਕੇਨ ਨਾਲ ਨਹੀਂ ਮਿਲ ਸਕਦਾ। ਉਹ ਜਦੋਂ ਵੱਜਦੀ ਨਾ ਤਾੜ ਕਰਦੀ, ਤੂੰ ਕਿਸੇ ਨੂੰ ਵਾਲੀਬਾਲ ਖੇਡਦਾ ਜਦੋਂ ਐਂ ਮਾਰਦਾ ਨਾ ਦੈਂ ਕਰਕੇ, ਉਹਨੂੰ ਉਹ ਹਾਈ ਮਿਲਦੀ ਹੈ। ਫੁੱਟਬਾਲ ਵਾਲਾ ਜਦੋਂ ਗੋਲ ਕਰਦਾ, ਪ੍ਰਗਟ ਸਿੰਘ ਨੂੰ ਪੁੱਛੇ ਜਦੋਂ ਕਿੱਥੇ ਗਈਆਂ ਖੇਡਾਂ ਸਾਡੀਆਂ, ਦਿਖਾ ਨਾ ਕਿੱਥੇ ਗਈਆਂ ਖੇਡਾਂ। ਉਹਨੂੰ ਉਹ ਹਾਈ ਦਿਓ, ਉਹਨੂੰ ਉਹ ਓਪਰਚੁਨਿਟੀ ਦਿਓ। ਤੇ ਜਿਹੜਾ ਵੇਚਦਾ ਹੈ ਉਹਨੂੰ ਪਨਿਸ਼ ਕਰੋ। ਅਸੀਂ ਤੋੜ ਸਕੇ ਹਾਂ ਪੁਲਿਸ, ਪੋਲੀਟੀਸ਼ੀਅਨ ਤੇ ਡਰੱਗ ਪੈਡਲਰ ਦਾ ਨੈਕਸਸ? ਦੱਸ ਕੋਈ ਕਵੇ ਵੀ ਤੋੜਤਾ? ਤੁਹਾਡਾ ਪੰਜਾਬ ਦੇ ਲੋਕ ਸਿੱਧੂ ਸਾਹਿਬ ਤੁਹਾਡੇ ਬਾਰੇ ਕਹਿੰਦੇ ਸਿੱਧੂ ਸਭ ਤੋਂ ਪਾਵਰਫੁਲ ਵਿਅਕਤੀ ਆ ਕਾਂਗਰਸ ਦੇ ਅੰਦਰ। ਕਹਿੰਦੇ ਸਿੱਧੂ ਚਾਹੇ ਤਾਂ ਮੁੱਖ ਮੰਤਰੀ ਲਾ ਸਕਦਾ, ਸਿੱਧੂ ਨਵਾਂ ਬਣਾ ਸਕਦਾ, ਸਿੱਧੂ ਡੀਜੀਪੀ ਬਦਲਾ ਸਕਦਾ, ਪਰ ਤੁਸੀਂ ਬੇਵਸ ਕਿਉਂ ਨਜ਼ਰ ਆ ਰਹੇ ਹੋ? ਮਾਡਲ ਲਾਗੂ ਕਰਨ। ਇੱਕ ਗੱਲ ਨੂੰ ਧਿਆਨ ਨਾਲ ਸਮਝ ਮਿੱਤਰਾ, ਹਾਥੀ ਦੇ ਦੰਦ ਜਿਹੜੇ ਹੁੰਦੇ ਨਾ, ਉਹ ਖਾਣ ਦੇ ਕੁਝ ਹੋਰ ਹੁੰਦੇ, ਦਿਖਾਉਣ ਦੇ ਕੁਝ ਹੋਰ ਹੁੰਦੇ। ਹਾਥੀ ਕੌਣ ਹੈ? ਮੈਂ ਕੀ ਆ ਨਾ, ਹਾਥੀ ਦੇਖੋ, ਅੰਨੇ ਨੂੰ ਤਾਂ ਹਾਥੀ ਦਿਖਦਾ ਹੀ ਨਹੀਂ। ਅੰਨਾ ਤਾਂ ਪੂੰਛ ਫੜਦਾ, ਉਹਨੂੰ ਕਹਿੰਦਾ ਰੱਸੀ ਹੈ ਹਾਥੀ। ਉਹ ਜਦੋਂ ਐਂ ਕਰਕੇ ਅੰਨਾ ਐਂ ਕਰਦਾ ਨਾ, ਉਹ ਦੇਖਦਾ ਉਹ ਹਾਥੀ ਦੀ ਆ ਪੈਰ ਹੈ, ਉਹ ਕਹਿੰਦਾ ਇਹ ਤਾਂ ਪਿੱਲਰ ਹੈ, ਸਮਝਿਆ ਨਹੀਂ? ਅੰਨਿਆਂ ਨੂੰ ਕਿੱਥੇ ਦਿਖਦਾ?
ਅੰਨਾ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮੀ ਨੂੰ, ਕਿਸੇ ਨੂੰ ਪਤਾ ਹੀ ਨਹੀਂ ਹੈ ਹੋ ਕੀ ਰਿਹਾ ਹੈ, ਇਹ ਕਿਸੇ ਨੂੰ ਪਤਾ ਹੀ ਨਹੀਂ ਹੈ। ਪਰ ਨਾਮ ਤੁਹਾਡੇ ਲੱਗ ਰਿਹਾ ਕਹਿੰਦੇ ਸਿੱਧੂ ਬਦਲਾ ਰਿਹਾ ਸਾਰਾ ਕੁਝ। ਮੇਰੀ ਗੱਲ ਨੂੰ ਸੁਣ, ਨਾਮ ਮੇਰੇ ਕਿਉਂ ਹਾਈ ਕਮਾਂਡ ਸਿੱਧੂ ਦੇ ਆਖੇ ਲੱਗਦੀ ਹੈ, ਪਰ ਜਦੋਂ ਮੁੱਦੇ ਸੁਲਝਾਉਣ ਦੀ ਗੱਲ ਉਦੋਂ ਸਿੱਧੂ ਬੇਵਸ। ਮੇਰੀ ਇੱਕ ਗੱਲ ਨੂੰ ਸੁਣ, ਮੈਨੂੰ ਐਂ ਦੱਸ ਪਿਛਲੇ 17 ਸਾਲ ਚ ਕਿੱਥੇ ਸਿੱਧੂ ਨੂੰ ਤਾਕਤ ਦਿੱਤੀ ਗਈ ਹੈ ਵੀ ਆਪਣੇ ਕੰਮ ਕਰਵਾ ਲੇ। ਭੁੱਖ ਹੜਤਾਲ ਤੇ ਬੈਠਾ ਨਵਜੋਤ ਸਿੰਘ ਸਿੱਧੂ ਬਾਦਲ ਦੇ ਖਿਲਾਫ 5 ਪੁਲਾਂ ਖਾਤਰ, ਸਮਝਿਆ? ਭੁੱਖ ਹੜਤਾਲ ਤੇ ਬੈਠਾ, ਬਾਦਲ ਦੀ ਟੈਂ ਬੋਲ ਗਈ, ਰਾਤ ਨੂੰ ਝੂਠਾ ਬੁੜਾ ਮਸਕਰਾ ਬੁੜਾ, ਆਹ ਪੁੱਛਣ ਭੈੜੇ ਭੈੜੇ ਯਾਰ ਮੇਰੀ ਫਤੋ ਦੇ ਨਾਲ ਹੀ ਮਾਰਿਆ, ਐ ਲਿਖ ਕੇ ਟਕ ਟਗਿਆ ਐ ਕਰਕੇ ਢਾਂ ਦੇਣੇ ਬਈ ਜੀ ਹਾਂ ਪੁਲ ਬਣ ਗਏ 3 ਮਹੀਨਿਆਂ ਦੇ ਵਿੱਚ, ਠੀਕ ਹੈ? ਝੂਠਾ ਇਲੈਕਸ਼ਨ ਮੁੱਕੀ, ਪੁਲ ਨਹੀਂ ਬਣੇ। ਫਿਰ ਕੈਪਟਨ ਅਮਰਿੰਦਰ ਸਿੰਘ ਆਇਆ ਕੁੰਡੀਆਂ ਕਰਕੇ ਮੁੱਛਾਂ ਪਾ ਕੇ ਕੁੜਤਾ ਪਜਾਮਾ, 12 ਵਜੇ ਉੱਠਣਾ। ਉਹ ਭਗਵੰਤ ਸਹੀ ਕਹਿੰਦਾ ਹੇੜਾ, ਬਿਲਕੁਲ ਸਹੀ ਕਹਿੰਦਾ। ਉਦੋਂ 12 ਵਜੇ ਨੂੰ ਤਿਆਰ ਤਿਉਰ ਕਰਕੇ ਖੜਾ ਕਰਕੇ ਫਿਰ ਭਾਈ ਲਿਆਂਦਾ, ਫਿਰ ਲਿਆ ਕੇ ਖੜਾ ਕੀਤਾ, ਉੱਥੇ ਲਿਆ ਕੇ ਉਦਘਾਟਨ ਕਰਾਇਆ। ਕਿੰਨੀ ਵਾਰ ਨਿਕਲਿਆ ਇਹ ਆਪਣੇ ਮਹਿਲ ਚੋਂ, ਉਦਘਾਟਨ ਕਰਾਇਆ ਬਟਨਾਂ ਨਾਲ 5 ਪੁਲ ਸਿੱਧੂ ਦੇ ਨੇ, ਸਿੱਧੂ ਦੇ ਨਾਂ ਵੱਜਦੇ ਨੇ, ਬਣ ਨਹੀਂ ਦੇਣੇ। ਇਹ ਕਿਹੜੀ ਰਾਜਨੀਤੀ ਹੈ? ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ? ਜਦ ਤੱਕ ਮੈਂ ਭਾਈ ਨੂੰ ਕਿਹਾ ਜਾ ਕੇ, ਜਦ ਤੱਕ ਅਸੀਂ ਪਾਵਰ ਨੂੰ ਸੈਂਟਰਲਾਈਜ਼ ਹੋਣ ਦੇਵਾਂਗੇ ਇੱਕ ਬੰਦੇ ਦੇ ਹੱਥ ਦੇ ਵਿੱਚ, ਅਫਸਰਸ਼ਾਹੀ, ਲੋਕੀ ਕਹਿੰਦੇ ਜੀ ਅਫਸਰਸ਼ਾਹੀ ਨੇ ਮਾਰ ਲਏ, ਐਮਐਲਏ ਕਹਿੰਦੇ ਜੀ ਸਾਨੂੰ ਤਾਂ ਅਫਸਰ ਕੰਮ ਹੀ ਨਹੀਂ ਕਰਨ ਦਿੰਦੇ। ਹਾਂਜੀ ਲੈ ਅਫਸਰ ਤਾਂ ਸਾਡੀ ਸੁਣਦੇ ਨਹੀਂ। ਕੀ ਹੈ ਅਫਸਰਸ਼ਾਹੀ? ਅਫਸਰਸ਼ਾਹੀ ਇੰਨੀ ਹੋ ਹੈ ਵੀ ਆਈਐਸ ਅਫਸਰ ਦੀ ਬਦਲੀ ਸਿਰਫ ਚੀਫ ਮਿਨਿਸਟਰ ਕਰ ਸਕਦਾ, ਆਈਐਸ ਅਫਸਰ ਨੂੰ ਸਜ਼ਾ ਸਿਰਫ ਚੀਫ ਮਿਨਿਸਟਰ ਦੇ ਸਕਦਾ। ਇਸ ਕਰਕੇ ਉਹ ਆਪਣੇ ਆਈਐਸ ਅਫਸਰ ਨੂੰ ਕਹਿੰਦਾ ਵੀ ਭਾਈ ਜਿਹੜਾ ਮੇਰਾ ਕਮਾਊ ਪੁੱਤ ਨਹੀਂ ਉਹਦੀ ਮਿਨਿਸਟਰੀ ਗੁਲਾਮ ਬਣਾ ਦੇ, ਹੱਥ ਬੰਨ ਕੇ ਖੜਾ ਕਰ ਦੇ, ਫਾਈਲਾਂ ਹੀ ਚਲਾਈ ਨਾ, ਹੈ ਨਹੀਂ? ਟੈਂਡਰ ਆਈਐਸ ਅਫਸਰ ਬਣਾਉਣ ਚੀਫ ਮਿਨਿਸਟਰ ਦੇ ਕਹਿਣ ਦੇ ਉੱਤੇ, ਹੈ? ਤੇ ਉਹਦੇ ਨਾਲ ਜਿਹੜੀ ਉਹਦੀ ਮੈਡਮ ਸਹੇਲੀ ਹੈ ਉਹ ਪਿੱਛੋਂ ਕਵੇ ਆਹ ਕਿਉਂ ਬਈ ਹੱਸਦੇ ਹੋ ਨਾ, ਹੈ ਕਿਉਂ ਬਈ ਇਹ ਕੀ ਹੈ, ਇਹ ਕੀ ਪੰਜਾਬ ਹੈ, ਕੀ ਹੈ ਇਹ? ਗਿਰਵੀ ਰੱਖਤਾ ਪੰਜਾਬ ਤੁਸੀਂ ਲਾਇਆ ਨਾ ਭਾਈ, ਲਾਇਆ। ਮੈਨੂੰ ਕਿੰਨੇ ਸਾਲ ਲੱਗੇ? ਜੇ ਮੈਂ ਲਾਉਣ 'ਚ ਲੱਗਿਆ ਰਿਹਾ ਤੇ ਕਰਨ 'ਚ ਨਾ ਲੱਗਿਆ ਤਾਂ ਫਿਰ ਕੀ ਰਹਿ ਜੂ? ਤੁਸੀਂ ਲਾਇਆ ਨਾ, ਮੰਨਦੇ ਹੋ ਨਾ ਸਿੱਧੂ ਸਾਹਿਬ, ਤੁਹਾਡੇ ਕਹਿਣ ਤੇ ਲਾਇਆ ਗਿਆ। ਮੇਰੀ ਗੱਲ ਨੂੰ ਫਿਰ ਇਹ ਪਾਵਰ ਦੀ ਨਿਸ਼ਾਨੀਆਂ ਹੋਰ ਕੀ ਹੈ? ਮੇਰੇ ਕਹਿਣ ਤੇ ਨਹੀਂ ਲਿਆ, ਮੇਰੀ ਗੱਲ ਨੂੰ ਸੁਣ। ਇਸ ਕਰਕੇ ਲਿਆ ਵੀ 10 ਸੀਟਾਂ ਨਹੀਂ ਆਉਂਦੀਆਂ ਸੀ ਪੰਜਾਬ 'ਚ ਉਹਦੇ ਨਾਂ ਤੇ, ਸਮਝਿਆ ਨਹੀਂ? ਤੇ ਹੁਣ ਇਹ ਪੰਜਾਬ ਹੀ ਤੈਅ ਕਰੂ, ਇਹ ਧਰਤੀ ਤੈਅ ਕਰੂ, ਇਹ ਧਰਤੀ ਤੈਅ ਕਰੂ ਇਹਦਾ ਵਾਰਸ ਕੌਣ ਹੈ। ਤੇ ਮੈਂ ਤੈਨੂੰ ਅੱਜ ਇੱਕ ਲਿਖ ਕੇ ਦਿਨਾ, ਨਵਜੋਤ ਸਿੰਘ ਸਿੱਧੂ ਸਰਦਾਰ ਭਗਵੰਤ ਸਿੰਘ ਸਿੱਧੂ ਦੀ ਔਲਾਦ ਨਹੀਂ। ਜੇ ਨਵਜੋਤ ਸਿੰਘ ਸਿੱਧੂ ਇਹਨਾਂ ਨੂੰ ਧੋਖਾ ਦੇ ਗਿਆ, ਇਹਨਾਂ ਨੂੰ ਝੂਠ ਬੋਲ ਗਿਆ ਔਰ ਇਹਨਾਂ ਨੂੰ ਕੋਈ ਲਾਰਾ ਲਾ ਗਿਆ, ਜੋ ਸੱਚ ਹੈ ਠੋਕ ਕੇ ਬੋਲੂੰ, ਨਹੀਂ ਜਾਂਦੀ ਹੈ ਸੱਤਾ, ਜਾਂਦੀ ਹੈ। ਜਾਣਦੇ ਇਹਨੂੰ। ਮੈਨੂੰ ਨਹੀਂ ਚਾਹੀਦੀ ਉਹ ਜੀ ਸੱਤਾ ਜਿਹੜੀ ਲੋਕਾਂ ਦੀ ਜ਼ਿੰਦਗੀ ਨਾ ਬਦਲ ਸਕੇ। ਮੈਨੂੰ ਨਹੀਂ ਚਾਹੀਦੀ ਉਹ ਸੱਤਾ ਜਿਹੜੀ ਕਿਸਾਨੀ ਨੂੰ ਹਾਂ, ਇਸ ਕਿਸਾਨੀ ਦੇ ਏਜੰਡੇ 'ਚ ਜੇ ਕਿਸੇ ਕੋਲ ਬਿਹਤਰ ਹੈ ਮੈਂ ਉਹਦੇ ਮਗਰ ਤੁਰੂ। ਹੈ ਕਿਸੇ ਕੋਲ ਡੈਰੀਵੇਟਿਵਸ ਕੀ ਹੁੰਦੇ ਆ? ਕਿਸੇ ਨੇ ਸੋਚਿਆ 7 ਲੱਖ ਕਰੋੜ ਦੀ ਇੰਡਸਟਰੀ ਹੈ ਮਿੱਤਰਾ। ਕੀ ਤੁਹਾਡੇ ਚੌਲ ਜਿਹੜੇ ਨੇ ਉਹ 2000 ਨੂੰ ਵਿਕਦਾ ਜੀ, ਠੀਕ ਹੈ? ਤੁਸੀਂ ਚੌਲ ਤੋਂ ਰਾਈਸ ਪ੍ਰੋਟੀਨ ਬਣਾਓ, ਰਾਈਸ ਫੈਟ ਬਣਾਓ, ਠੀਕ ਹੈ? ਰਾਈਸ ਬ੍ਰੈਨ ਬਣਾਓ, 20 ਗੁਣਾ ਵਿਕਦਾ। ਕਿਹਨੇ ਰੋਕਿਆ? ਕਾਰਨ ਫਲੇਕਸ ਬਣਾਉਣ ਨੂੰ ਕਿਹਨੇ ਰੋਕਿਆ? ਅਸੀਂ ਕਹਿੰਦੇ ਆ ਵੀ ਜੇ ਅੱਜ ਅਸੀਂ ਕਹਿੰਦੇ ਆ ਵੀ ਅਸੀਂ ਝੋਨੇ ਤੋਂ ਪਾਸੇ ਹੋਣਾ ਹੈ, ਅਸੀਂ ਦਾਲਾਂ ਦੇ ਉੱਤੇ ਤੇ ਆਇਲ ਸੀਡਸ ਦੇ ਉੱਤੇ ਐਮਐਸਪੀ ਦੇਵਾਂਗੇ, ਉਹਦੀ ਪ੍ਰੋਸੈਸਿੰਗ ਪੰਜਾਬ ਦੇ ਮੁੰਡਿਆਂ ਤੋਂ ਕਰਾਵਾਂਗੇ, ਉਹ ਨੌਕਰੀਆਂ ਦੇਣਗੇ। ਤੁਹਾਡੀ ਗੱਲ ਨਾਲ ਸਹਿਮਤ ਹੈ ਸਿੱਧੂ ਸਾਹਿਬ, ਪਰ ਸਵਾਲ ਇਹ ਹੈ, ਪਰ ਮੇਰੀ ਬੇਨਤੀ ਸੁਣੋ, ਸਵਾਲ ਇਹ ਹੈ ਸਿੱਧੂ ਸਾਹਿਬ, 4.5 ਸਾਲ ਤੁਸੀਂ ਕੈਪਟਨ ਦੇ ਪੇਟੇ ਪਾਤੇ, ਕਿਉਂ ਰਲਿਆ ਵਿਆ ਸੀ? ਚਲੋ ਪੌਣੇ 5 ਸਾਲ ਰਹਿੰਦੇ, 2-3 ਮਹੀਨੇ ਤੁਸੀਂ ਕਹਿੰਦੇ ਸਮਾਂ ਬਹੁਤ ਥੋੜਾ। ਫਿਰ ਨਹੀਂ, ਮੇਰੀ ਬੇਨਤੀ ਸੁਣੋ, ਫਿਰ ਅਗਲੀ ਵਾਰ ਲੋਕ ਤੁਹਾਡੇ ਤੇ ਇਤਬਾਰ ਕਿਉਂ ਕਰਨ? ਕੱਲ ਨੂੰ ਨਵਾਂ ਰਲੂਗਾ ਕਿ ਨਹੀਂ ਰਲੂਗਾ, ਇਹਦੀ ਕੀ ਗਾਰੰਟੀ ਹੈ? ਇਤਬਾਰ ਕਿਹਦੇ ਤੇ ਹੁੰਦਾ? ਇਤਬਾਰ ਹੁੰਦਾ ਇੱਕ ਰੋਡ ਮੈਪ ਦੇ ਉੱਤੇ, ਸ਼ੁਰਲੀਆਂ ਤੇ ਇਤਬਾਰ ਤਾਂ ਨਹੀਂ ਹੈ। ਹੁਣ ਕੇਜਰੀਵਾਲ ਕਹਿੰਦਾ ਮੈਂ 26 ਲੱਖ ਬੰਦਿਆਂ ਨੂੰ ਨੌਕਰੀ ਦੇ ਦੂੰ, ਮੰਨ ਲੇਗਾ? ਇਹਦੇ ਤੇ ਕਹੇਗਾ 26 ਲੱਖ ਨੌਕਰੀ ਦੇ ਦੂੰ, ਪਿਛਲੀ ਵਾਰ ਕਹਿ ਕੇ ਗਿਆ 26 ਲੱਖ ਨੌਕਰੀ। ਤੁਸੀਂ ਵੀ ਕਹਿ ਕੇ ਆਏ ਸੀ, ਕੈਪਟਨ ਸਾਹਿਬ ਕਹਿ ਕੇ ਆਏ ਸੀ। ਮੈਂ ਕਿਹਾ ਕੈਪਟਨ ਤਾਂ ਹੀ ਤਾਂ ਲਾਇਆ, ਪਰ ਜ਼ਿੰਮੇਵਾਰੀ ਤਾਂ ਕਲੈਕਟਿਵ ਹੈ ਨਾ। ਮੈਂ ਕਿਹਾ ਜ਼ਿੰਮੇਵਾਰੀ ਕਲੈਕਟਿਵ ਸੀ। ਉਹਨੂੰ ਪੁੱਛਿਆ ਵੀ ਤੂੰ ਆਪਦੀ ਚਾਦਰ 'ਚ ਮੈਂ ਤਾਂ ਨਹੀਂ ਕਹਿ ਕੇ ਆਇਆ। ਮੈਂ ਤੇ ਉਦੋਂ ਵੀ ਕਹਿੰਦਾ ਸੀਗਾ 2 ਬੱਸਾਂ ਸੀ ਤੇਰੀਆਂ ਡੱਬ ਵਾਲੀ 'ਚੋਂ, ਤੁਸੀਂ ਉਹ ਚਲਾਇਆ ਸੀ 5 ਸਾਲ ਪਹਿਲਾਂ, ਦੇਖ ਲੈ ਮੇਰਾ ਕੀ ਏਜੰਡਾ ਸੀ। ਮੈਂ ਉਦੋਂ ਵੀ ਕਹਿੰਦਾ ਸੀ, ਉਹ ਮੈਂ ਇਹ ਕਹਿੰਦਾ ਸੀਗਾ ਵੀ ਜਦੋਂ ਤੁਸੀਂ ਕਰਜ਼ਾ ਲੈ ਕੇ ਕਰਜ਼ਾ ਮੋੜੀ ਜਾਣਾ ਬੈਂਕਾਂ ਤੋਂ ਲੈ ਕੇ, ਤੇ ਜਿਹੜਾ ਸਰਕਾਰ ਦਾ ਖਜ਼ਾਨਾ ਆਪਦੀ ਜੇਬ 'ਚ ਪਾਈ ਜਾਣਾ। ਪਰ ਕੱਲੇ ਸਿੱਧੂ ਦੇ ਮੂੰਹ ਨੂੰ ਲੋਕ ਕਿਵੇਂ ਸਵੀਕਾਰ ਕਰ ਲੈਣ? ਪੂਰੀ ਕਾਂਗਰਸ ਮੰਨਦੇ ਹੋ ਨਾ ਕਲੈਕਟਿਵ ਹੀ ਦੋਸ਼ੀ ਹੁੰਦਾ ਬੰਦਾ? ਮੇਰੀ ਇੱਕ ਗੱਲ, ਕਲੈਕਟਿਵ ਹੀ ਬੰਦਾ ਕ੍ਰੈਡਿਟ ਲੈਂਦਾ। ਫਿਰ ਮੇਰੀ ਗੱਲ ਸੁਣ, 70 ਵਾਰ ਪ੍ਰਸ਼ਾਂਤ ਕਿਸ਼ੋਰ ਮੇਰੇ ਕੋਲ ਕਿਉਂ ਆਇਆ ਸੀ? ਮਾਈ ਕਿਸੇ ਹੋਰ ਕੋਲ ਨਾ ਚਲੇ ਗਿਆ ਉਹ? ਹੈ ਕ੍ਰੈਡੀਬਿਲਿਟੀ ਜਿੱਤੂ, ਮੋਰਲ ਅਥਾਰਟੀ, ਨੈਤਿਕਤਾ ਦੀ ਤਾਕਤ ਜਿੱਤੂ। 2022 ਸਿੱਧੂ ਫੇਸ ਹੋਣਗੇ। ਮੈਂ ਯਾਰ ਇਹ ਦੇਖੋ, ਫਿਰ ਨਹੀਂ ਤੁਸੀਂ ਦਾਅਵੇਦਾਰੀ ਤਾਂ ਆਪਦੀ ਪੇਸ਼ ਕਰ ਸਕਦੇ ਹੋ ਨਾ। ਦੇਖੋ ਚਾਹੇ ਜਗਬਾਣੀ, ਤੁਸੀਂ ਕਿਹਾ ਹੀ ਹੈ ਕਿ ਮੇਰੇ ਕੋਲ ਮਾਡਲ ਹੈਗਾ, ਚਾਹੇ ਜਗਬਾਣੀ ਹੋਵੇ ਚਾਹੇ ਕੋਈ ਹੋਵੇ, ਉਹਨੂੰ ਟੀਆਰਪੀ ਚਾਹੀਦੀ ਹੈ।
ਨਹੀਂ, TRP ਦਾ ਸਵਾਲ ਹੋਰ ਕੀ TRP ਦਾ ਸਵਾਲ ਨਹੀਂ ਸਿੱਧੂ ਸਾਹਿਬ, ਭਾਈ ਦਾਅਵੇਦਾਰੀ ਤੁਸੀਂ ਨਹੀਂ ਤੈਅ ਕਰਨੀ, ਦਾਅਵੇਦਾਰੀ ਨਾ ਤੁਸੀਂ ਤੈਅ ਕਰਨੀ ਨਾ ਕਿਸੇ ਐਮਐਲਏ ਨੇ ਤੈਅ ਕਰਨੀ, ਕਿਉਂਕਿ ਐਮਐਲਏ 5 ਸਾਲ ਪਹਿਲਾਂ ਬਣਿਆ ਸੀ। ਦਾਅਵੇਦਾਰੀ ਇਹਨਾਂ ਲੋਕਾਂ ਨੇ ਤੈਅ ਕਰਨੀ ਹੈ, ਪੰਜਾਬ ਦੇ ਲੋਕਾਂ ਨੇ। ਵੱਜੀ ਤਾੜੀ, ਮੈਂ ਕਿਹਾ ਠੋਕੋ ਨਹੀਂ ਕਿਹਾ। ਇਹ ਕਿਉਂ? ਇਸ ਕਰਕੇ ਵੱਜੀ ਕਿਉਂਕਿ ਐਤਕੀ ਪੰਜਾਬ ਦੇ ਲੋਕ ਧੋਖਾ ਨਹੀਂ ਖਾਣਗੇ। ਪਰ ਕੈਪਟਨ ਵੀ ਇਹਨਾਂ ਨੇ ਸਿਲੈਕਟ ਕੀਤਾ ਸੀ, ਮੈਂ ਕਿਹਾ ਚੰਨੀ ਵੀ ਇਹਨਾਂ ਨੇ ਸਿਲੈਕਟ ਕੀਤਾ। ਮੈਂ ਕਹਿੰਦਾ ਸਾਡੀਆਂ ਗਲਤੀਆਂ ਸੀ, ਉਦੋਂ ਵੀ ਕਿਹਾ ਸੀ। ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ, ਨਹੀਂ ਮੰਨੇ। ਪ੍ਰਸ਼ਾਂਤ ਕਿਸ਼ੋਰ ਨੂੰ 70 ਵਾਰ ਕਿਹਾ ਮੈਂ ਨਹੀਂ ਆਉਂਦਾ ਜਦ ਤੱਕ ਇਹ ਗੁਲਗੁਲਾ ਹੈ। ਹੁਣ ਗਲਤੀ ਨਹੀਂ ਹੋਈ ਇਸ ਗੱਲ ਦੀ। ਮੈਂ ਕਿਹਾ ਇਸ ਗੱਲ ਦੀ ਗਲਤੀ ਸਿੱਧੀ ਜੀ ਹੈ ਕਿ ਆਹ ਮਾਡਲ ਹੈ, ਇਹਨੂੰ ਐ ਇੰਪਲੀਮੈਂਟ ਕਰਨਾ ਹੈ। ਜੇ ਇਜਾਜ਼ਤ ਦਿਓਗੇ ਹਾਂ, ਨਹੀਂ ਤੇ ਤੁਹਾਡਾ ਸਾਥ ਦਿਆਂਗਾ, ਲੇਕਿਨ ਕੋਈ ਜ਼ਿੰਮੇਵਾਰੀ ਨਹੀਂ ਲਿਆਂਗਾ। ਇਦੋਂ ਵੱਡੀ ਹੋਰ ਦੱਸ ਯਾਰ, ਬਾਂਸ ਤੇ ਚੜ ਜਾ। ਜੇ ਤੁਹਾਡੇ ਮਾਡਲ ਤੇ ਹਾਂ ਕਰਨਗੇ, ਬਾਂਸ ਤੇ ਚੜ ਜਾ। ਹੈ ਮੇਰਾ ਮਾਡਲ ਨਹੀਂ ਹੈ, ਇਹ ਘਸੜੇ ਖਾ ਕੇ ਬਣਿਆ ਮਾਡਲ, ਕਿਸੇ ਕਿਤਾਬ 'ਚੋਂ ਨਹੀਂ ਬਣਿਆ। ਸਮਝਿਆ ਨਹੀਂ? ਇਹ ਦੁੱਖਾਂ 'ਚ ਹੰਢਾ ਕੇ ਬਣਿਆ, ਇਹ ਸੱਤਾ ਛੱਡ ਕੇ ਬਣਿਆ। ਲੋਕ ਇੱਥੇ ਪਾਰਟੀਆਂ ਜੁਆਇਨ ਕਰਦੇ ਆ। ਆਹ ਦੇ ਸਿੱਧੂ ਰਾਜ ਸਭਾ 6 ਸਾਲ ਦੀ ਭਗਾ ਕੇ ਮਾਰ ਕੇ ਆਇਆ ਸੀ। ਇਸ ਕਰਕੇ ਇਹ ਨਾ ਸੋਚੀ ਮਿੱਤਰਾ ਕਿ ਜੇ ਪਾਰਟੀ ਬਦਲੀ, ਕੁਝ ਲੈਣ ਲਈ ਬਦਲੀ। ਘਰ ਵਾਲੀ ਨੇ ਮੇਰੀ ਨੇ ਵੇਅਰ ਹਾਊਸਿੰਗ ਦੀ ਕਾਰਪੋਰੇਸ਼ਨ ਦੀ ਉਹ ਮਾਰੀ ਭਗਾ ਕੇ ਠਾਂ ਕਰਦੀ। ਪੁੱਤਰ ਨੇ ਮੇਰੇ ਐਡਵੋਕੇਟ ਜਨਰਲੀ ਛੱਡੀ। ਕਿਉਂ ਛੱਡੀ? ਕਿਉਂਕਿ ਇਹ ਇਹਨਾਂ ਦੇ ਕਿਸੇ ਦੇ ਪੁੱਤਰ ਨਹੀਂ ਹੈ। 50 ਕਰੋੜ ਰੁਪਈਆ ਕਮਾਉਂਦਾ ਸਿੱਧੂ, ਅੱਜ 50,000 ਕਮਾਉਂਦਾ, ਲੇਕਿਨ 50,000 'ਚ ਵੱਧ ਸੰਤੁਸ਼ਟੀ ਹੈ 50 ਕਰੋੜ ਨਾਲੋਂ। ਕਿਉਂ? ਕਿਉਂਕਿ ਇਹਨਾਂ ਦੀ ਜ਼ਿੰਦਗੀ ਬਦਲਣ ਦਾ ਇੱਕ ਖੁਆਬ ਹੈ। ਉਹ ਖੁਆਬ ਮੈਂ ਕਦੇ ਛੱਡਾਂਗਾ ਨਹੀਂ, ਮਰਦੇ ਦਮ ਤੱਕ। ਨਵਜੋਤ ਸਿੰਘ ਸਿੱਧੂ ਸੱਚ ਬੋਲਣੋਂ ਨਹੀਂ ਹਟੇਗਾ ਔਰ ਉਸ ਖੁਆਬ ਨੂੰ ਨਹੀਂ ਛੱਡੇਗਾ। ਔਰ ਇਹ ਮੇਰਾ ਵਚਨ ਹੈ ਇਹਨਾਂ ਪੰਜਾਬੀਆਂ ਨੂੰ ਦਿੱਤਾ ਹੋਇਆ। ਕੀ ਲੈਣਾ ਹੋਰ? ਕੀ ਹੰਡਾ ਲਿਆ? ਜਦੋਂ ਰਵੀ ਸ਼ਾਸਤਰੀ 2,000 ਰੁਪਏ 2 ਲੱਖ ਰੁਪਏ ਲੈਂਦਾ, ਮੈਂ 20-25 ਲੈਂਦਾ ਸੀ, ਹੈ ਨਹੀਂ? ਸਭ ਕੁਝ ਦੇਖ ਲਿਆ, ਲੇਕਿਨ ਝੂਠ ਨਹੀਂ ਬੋਲਿਆ। ਜੋ ਜ਼ੁਬਾਨ ਚੋਂ ਕੱਢਿਆ ਉਹ ਹੋਇਆ। ਇਹ ਨਹੀਂ ਕਿਹਾ ਵੀ ਐ ਹੋ ਜੂ ਐ ਹੋ ਜੂ। ਕੀ ਹੋ ਗਿਆ? ਉਹ ਜੋ ਤੁਹਾਡੇ ਕੋਲ ਪੈਸੇ ਹੀ ਨਹੀਂ, ਜਿਹਦੇ ਕੋਲ 54 ਰੁਪਈਆ ਕਿੱਥੋਂ ਵੰਡੂ? ਜਿਹੜੀ ਤਸਵੀਰ ਦੇ ਤੁਸੀਂ ਬੰਦੇ ਹੋ, ਇਸ ਤਰ੍ਹਾਂ ਦੀ ਰਾਜਨੀਤੀ ਹੈ ਸਿੱਧੂ ਸਾਹਿਬ? ਮੇਰੀ ਗੱਲ ਨੂੰ ਸੁਣ, 72 ਸਾਲ ਬਾਅਦ ਲਾਂਘਾ ਖੁੱਲਿਆ, ਤੈਂ ਸੋਚਿਆ ਸੀ ਕਦੇ? ਦੱਸੋ ਯਾਰ। ਬਹੁਤ ਵੱਡਾ ਕੰਮ ਹੋਇਆ ਨਾ। ਉਹ ਕਿੱਦਾਂ ਹੋਇਆ? ਉਹ ਗੁਰੂ ਦੀ ਕਿਰਪਾ ਨਾਲ ਹੋਇਆ। ਇਹਨਾਂ ਤਾਂ ਗੁਰੂ ਦੀ ਬੋਲੀ ਲਾਤੀ। ਤੇ ਕੌਣ ਲੜਿਆ? ਸਿੱਧੂ ਲੜਿਆ ਨਾ। ਇਹਨੇ ਕਿਹਾ ਡਿਪਾਰਟਮੈਂਟ ਬਦਲ। ਮੈਂ ਕਿਹਾ ਨਹੀਂ ਬਦਲਦਾ ਓਏ ਗੋਲ ਗੱਪਿਆ, ਨਹੀਂ ਬਦਲਦਾ। ਹੈਂ ਅਗਰ ਤੂੰ ਆ ਡਿਪਾਰਟਮੈਂਟ ਲੈ, ਮੇਰੀ ਟੰਗਾ ਥੱਲੋਂ ਨਿਕਾਲ। ਚਲੋ ਚੱਲ, ਜੰਮਿਆ ਕੋਈ ਨਹੀਂ, ਪਿਆਰ ਨਾਲ ਸੀਸ ਲਾ ਦੇਾਂਗੇ, ਪਰ ਤੇਰੀ ਰੋਬ ਥੱਲੇ ਨਹੀਂ ਆਉਣਾ। ਕਿਉਂ? ਕਿਉਂਕਿ ਨੈਤਿਕਤਾ ਦੀ ਤਾਕਤ ਸੀ। ਜੇ ਚੋਰ ਹੁੰਦੇ ਈਡੀਆਂ ਉਡੀਆਂ ਲੈ ਕੇ ਐਂ ਵਾਹ ਮਰੋੜ ਦਿੰਦੇ, ਗੋਡਾ ਕਰ ਦਿੰਦੇ। ਸਮਝਦਾ? ਇਮਾਨਦਾਰੀ 'ਚ ਦਮ ਹੈ, ਇਮਾਨਦਾਰੀ ਦੀ ਆਵਾਜ਼ ਨਿਕਲੂ ਤੇ ਇਮਾਨਦਾਰੀ ਚੋਰਾਂ ਨੂੰ ਕਹੂ ਚੋਰੋਂ ਤੁਸੀਂ ਓਏ ਲੁੱਟ ਕੇ ਲੈ ਗਏ ਪੰਜਾਬ, ਗਿਰਵੀ ਧਰਤਾ ਪੰਜਾਬ। ਸੁੱਖਾ ਗੱਪੀ, ਕਿੱਡਾ ਵਧੀਆ ਉਪਾਧੀ ਮਿਲੀ ਇਹਨੂੰ, ਗੱਪੀ। ਮੱਛੀਆਂ ਫੜਿਓ, ਪਾਣੀ ਦੀ ਬੱਸ ਚਲਾਉਂ, ਵਿੱਚੋਂ ਮੱਛੀਆਂ ਫੜਦੇ ਆਇਓ, ਫਿਰ ਬੰਬਾਂ ਵਾਲੀਆਂ ਸੜਕਾਂ ਤੇ ਆ ਜਾਓ, ਫਿਰ ਮੈਂ ਕੈਲੀਫੋਰਨੀਆ ਬਣਾਤਾ। ਹੈਂ 10 ਸਾਲ ਕਹੀਂ ਕੀ ਰਾਜ ਕੀਤਾ? ਢਾਬੇ ਤੋੜ ਕੇ ਤੂੰ ਆਪਣੇ ਹੋਟਲ ਬਣਾਏ। ਹੈਂ ਤੈਂ ਆਪਣੀਆਂ 6000 ਬੱਸਾਂ ਦੀ ਫਲੀਟ ਖੜੀ ਕਰਤੀ। ਤੁਹਾਡੀਆਂ ਮਿੱਲਾਂ ਵਿਕਦੀਆਂ ਹੁੰਦੀਆਂ ਸੀ, ਟੁੱਟੀ ਹਰੀ ਕੁਆਲਿਸ 'ਚੋਂ ਆ ਕੇ ਤੁਸੀਂ ਪਤਾ ਨਹੀਂ ਕਿੰਨਾ ਕੁਝ ਬਣਾ ਲਿਆ। ਕਿਉਂ ਬਣਾ ਲਿਆ? ਇਹ 3 ਲੱਖ ਕਰੋੜ ਰੁਪਏ ਦਾ ਕਰਜ਼ਾ ਕੌਣ ਮੋੜ ਰਿਹਾ ਮਿੱਤਰਾ? ਇਹਨਾਂ ਦੀਆਂ ਜੇਬਾਂ 'ਚ ਹੈ। ਮੋੜ ਇਹ ਰਹੇ ਨੇ, ਇਹਨਾਂ ਨੂੰ ਪਤਾ ਹੀ ਹੈ ਨਹੀਂ। ਹਰੀ ਕੁਆਲਿਸ ਵਾਲੇ ਲੀਡਰ ਤੇ ਹੁਣ ਤੱਕ ਕਾਰਵਾਈ ਹੋ ਗਈ ਹੈ। ਨਸ਼ਾ ਤੇ ਬੇਅਦਬੀ ਤੁਹਾਡੇ 2 ਮੁੱਦੇ ਸੀ, 2 ਮੁੱਦੇ ਸਿੱਧੂ ਦੇ ਵੱਡੇ ਸੀ। FIR ਤੋਂ ਸੰਤੁਸ਼ਟ ਹੋ? ਦੇਖ ਮਿੱਤਰਾ, ਪ੍ਰਮਾਨ ਕਿਹੜੀ ਕਾਰਵਾਈ ਹੋ ਗਈ? 6 ਸਾਲ ਪਹਿਲਾਂ ਗੁਰੂ ਦੀ ਬੇਅਦਬੀ ਦੀ FIR ਹੋਈ ਸੀ। ਕੀ ਹੋ ਗਿਆ? ਕੀ ਮਿਲਿਆ ਲੋਕਾਂ ਨੂੰ? ਨਿਆਂ ਮਿਲ ਗਿਆ। ਲੇਕਿਨ ਲੋਕਾਂ ਦੀ ਅਦਾਲਤ 'ਚ ਮਿਲੂ। ਇਹਨਾਂ ਦੀ ਅਦਾਲਤ ਜਦੋਂ ਆਉਣਗੇ ਨਾ, ਇਹ ਗੱਡ ਦੇਣਗੇ ਤੋਰੀਆਂ ਨੂੰ। ਯਾਦ ਰੱਖੀ ਮੇਰੀ ਗੱਲ, ਜਿਵੇਂ ਆਪਾਂ ਮੂਲੀ ਪੱਟੀ ਦੀ ਹੈ ਨਾ, ਇਹ ਮੂਲੀ ਵਾਂਗੂ ਅੰਦਰ ਗੱਡ ਦੇਣਗੇ। ਕਿਉਂ? ਵੀ ਗੱਡੋਗੇ ਕਿ ਨਹੀਂ ਗੱਡੋਗੇ? ਸਭ ਨੂੰ ਪਤਾ ਹੈ। और ये मैं नहीं कहना राजेश खन्ना कह गया, ये जो पब्लिक है ये सब जानती है। इस करके किसानी खड़ी करनी मेरी प्रायोरिटी। गरीब नूं कतार 'ਚ खड़े गरीब नूं, मजदूर नूं ਉਹਦੀ 350 ਦੀ ਜਿਹੜੀ ਉਹ ਹੈ, ਉਹ ਹਰ ਰੋਜ਼ ਦੀ ਡੇਲੀ ਵੇਜ ਦਿਵਾਣੀ। ਮੈਂ ਕਹਿੰਦਾ ਅੱਜ 2.5 ਏਕੜ ਵਾਲਾ ਫਾਰਮਰ, ਤੁਹਾਡੇ ਪੰਜੀ ਨਹੀਂ ਲੱਗਦੀ, 2.5 ਏਕੜ ਵਾਲਾ ਫਾਰਮਰ ਜਦੋਂ ਖੇਤ 'ਚ ਵੜਦਾ, ਤੁਸੀਂ ਕੋ ਸਨਮਾਨ ਭੱਤਾ 350 ਰੁਪਏ ਦਿੱਤੇ। ਖੇਤ ਮਜ਼ਦੂਰ ਵੜਦਾ, ਤੁਸੀਂ ਕੋ 350 ਦਿੱਤੇ ਹੋਏ। ਮੈਂ ਮਟਰਾਂ ਵਾਲਿਆਂ ਨਾਲ ਸੱਥ 'ਚ ਬੈਠਾ ਸੀ, ਉਹ ਕਹਿੰਦੇ 2 ਰੁਪਏ ਲੇਬਰ ਲੱਗਦੀ ਹੈ ਮਟਰਾਂ ਦੀ, ਤੇ 2 ਰੁਪਏ ਦੇ ਮਟਰ ਵਿਕਦੇ ਆ। ਤੇ ਜੇ ਉਹ ਲੇਬਰ ਨੂੰ 2 ਰੁਪਏ ਸਰਕਾਰ ਦੇ ਦੇ ਤੇ ਉਹ ਸਾਡਾ ਬਚਦਾ, ਸਾਡੇ ਮੋਢਿਆਂ ਤੋਂ ਭਾਰ ਲੱਥਦਾ। ਕਿਉਂ ਨਹੀਂ ਹੋ ਸਕਦਾ ਹੈ? ਕਿਉਂ ਨਹੀਂ ਬਣ ਸਕਦੇ ਕੋਆਪਰੇਟਿਵ? ਕਿਉਂ ਨਹੀਂ ਅਸੀਂ ਆਹ ਬਾਰਡਰਾਂ ਦੇ ਉੱਤੇ 34 ਦੇਸ਼ਾਂ ਦੇ ਬਾਰਡਰਾਂ ਦੇ ਉੱਤੇ ਕਿਸਾਨ ਦਾ ਸਮਾਨ ਰੱਖ ਸਕਦੇ? ਕਿਉਂ ਨਹੀਂ ਛੋਟੇ ਵਪਾਰੀ ਦੀ ਗੱਲ ਕਰ ਸਕਦੇ? ਇਹ 'ਚ ਕੀ ਔਖਾ ਹੈ? ਆਹ ਚੰਡੀਗੜ੍ਹ ਰੌਲਾ ਪਾਇਆ ਪਿਆ,
ਚੰਡੀਗੜ੍ਹ में जी आम आदमी पार्टी जित गई जी फलाना जी। चंडीगढ़ किहदा राज सी 10 साल का? बीजेपी का। ਬਿਲਕੁਲ 10 साल की MP कौन सी उत्थे? बीजेपी। म्यूनसिपैलिटी किहदी सी? बीजेपी दी। सੱਟ किहनूं वजी है? बीजेपी नूं। क्यों वजी है? देखो देखो देखो। और मैं इहनूं मजदूर नाल लाऊं। कोई मजदूर इत्थे कामा खड़ा है? खड़ा कोई नहीं खड़ा। मैं दसदा 250 रुपया ਜਿਹੜੇ ਪੱਲੇਦਾਰ ਮਜ਼ਦੂਰ ਨੇ ਉਹ 250 ਰੁਪਈਆ ਲੈਂਦੇ ਨੇ ਗਿੱਦੜ ਬਹੇ ਤੇ ਜਦੋਂ ਮੋੜ ਮੰਡੀ ਜਾਂਦੇ ਆ ਹੈ ਉਹਨੂੰ ਮਿਲਦਾ 125 ਕੰਟਰੈਕਟਰ ਜੋ ਚਾਹੇ ਉਹ ਮੈਂ ਕਹਿੰਦਾ 350 ਉਹਨੂੰ ਮਿਲੇ ਠੀਕ ਹੈ। ਤੇ ਅੱਜ ਬੀਜੇਪੀ ਕਿਉਂ ਹਾਰੀ ਹੈ? ਹੁਣ ਉੱਥੇ ਆਣਾ 100 ਰੁਪਈਏ ਦਾ ਤੇਲ 200 ਦਾ, ਦਾਲ 100 ਦੀ 250 ਦੀ, ਗੈਸ ਦਾ ਸਿਲੰਡਰ 400 ਦਾ। ਤੁਸੀਂ ਤਾਂ ਕਹਿੰਦੇ ਅਸੀਂ ਤੇ ਚਾਨਣ ਕਰਦੇ ਆਂ ਗਰੀਬਾਂ ਦੇ ਘਰਾਂ 'ਚ। 400 ਦਾ ਗੈਸ ਦਾ ਸਿਲੰਡਰ 950 ਦਾ। ਤੇ ਫਿਰ ਜੇ 400 ਦਾ ਸਿਲੰਡਰ 950 ਦਾ ਹੋ ਗਿਆ, ਮਜ਼ਦੂਰ ਦੀ ਦਿਹਾੜੀ 250 ਤੋਂ 500 ਕਿਉਂ ਨਾ ਹੋਈ ਮਿੱਤਰਾ? ਕਿਉਂ ਨਾ ਹੋਈ? ਉਹਦੀ ਦਿਹਾੜੀ ਇਨਫਲੇਸ਼ਨ ਦੇ ਨਾਲ ਕਨੈਕਟ ਕਰੋ। ਪਰ ਫਿਰ ਇਸ ਹਾਲ 'ਚ ਤੁਸੀਂ ਪੰਜਾਬ ਛਾੜੋਗੇ। ਮੈਂ ਤਾਂ ਤੈਨੂੰ ਕਹਿ ਰਿਹਾ, ਮੇਰੀ ਗੱਲ ਨੂੰ ਸੁਣ। ਹਾਰਾਂ ਜਿੱਤਾਂ ਕਿਆ ਹਾਰ में क्या जीत में, किंचित नहीं भयभीत में, संघर्ष पथ पर यूं बड़ा ये भी सही वो भी सही। ਇਹ ਹਾਰ ਜਿੱਤ ਨਾ ਤੈਂ ਦੇਣੀ ਆ ਨਾ ਕਿਸੇ ਹੋਰ ਨੇ ਦੇਣੀ, ਪੰਜਾਬ ਦੇ ਲੋਕਾਂ ਨੇ ਦੇਣੀ, ਉਸ ਵਾਹਿਗੁਰੂ ਨੇ ਦੇਣੀ ਹੈ। ਤੇ ਜਿਹਨੇ 6 ਵਾਰ ਜਿਤਾਇਆ ਉਹਨੇ ਕੁਛ ਤੇ ਦੇਖਿਆ ਹੋਣਾ ਆਪਣੇ ਸੇਵਕ 'ਚ। ਇਹ ਤਾਂ ਨਹੀਂ ਹੈ ਵੀ 10% ਸੇਵਾ ਤੇ 90% ਮੇਵਾ। ਨਹੀਂ ਮੈਂ ਸਰਕਾਰ ਦੀ ਸਿੱਧੂ ਦਾ ਦਿਖਾ ਕਿਹੜੀ ਖੱਡ ਹੈ? ਸਿੱਧੂ ਦਾ ਦਿਖਾ ਕਿਹੜਾ ਖੇਤ ਹੈ? ਸਿੱਧੂ ਦੀ ਦਿਖਾ ਕਿਹੜੀ ਦੁਕਾਨ ਹੈ? ਸਿੱਧੂ ਦੇ ਘਰਦਿਆਂ ਦੀ ਦਿਖਾ ਕਿਹੜੀ ਦੁਕਾਨ ਹੈ? ਸਿੱਧੂ ਦਾ ਦਿਖਾ ਕਿਹੜਾ ਦਾਰੂ ਦਾ ਠੇਕਾ ਹੈ? ਟੰਗਾ ਥੱਲੋਂ ਲੰਘ ਜੂ ਉਹ ਦਿਨ ਮੈਨੂੰ ਬੀਜ ਦੇਣ। ਪਰ ਸਿੱਧੂ ਦੇ ਇਕੱਲੇ ਜਿੱਤਣ ਨਾਲ ਤਾਂ ਸਰਕਾਰ ਨਹੀਂ ਨਾ ਬਣਨੀ। ਉਹ ਕੱਲਾ ਮੈਂ ਕਹਿੰਦਾ ਇੱਕ ਗੱਲ ਨੂੰ ਸੁਣ ਮਿੱਤਰ ਪਿਆਰਿਆ, ਕੱਲਾ ਬਹੁਤ ਹੁੰਦਾ। ਯਾਦ ਰੱਖੀ ਮੇਰੀ ਗੱਲ। ਇਮਾਨਦਾਰ ਕੱਲਾ ਵਾਹਿਗੁਰੂ ਦਾ ਨਾਂ ਜਪਣ ਵਾਲਾ ਬਹੁਤ ਹੁੰਦਾ। ਸਮਝਦਾ ਨਹੀਂ ਸਮਝਦਾ? ਅਸੀਂ ਤੇ ਬਾਬੇ ਨਾਨਕ ਦੇ ਚਰਨਾਂ ਦੀ ਧੂੜ ਚੱਕ ਕੇ ਮੱਥੇ ਨੂੰ ਲਾਈਦੀ ਆ। ਔਰ ਕਹੀਦਾ ਪੰਜਾਬ ਜੇ ਉਸਾਰਨਾ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਖੜਾ ਹੋਊਗਾ। ਤੇ ਫਲਸਫਾ ਕੀ ਹੈ? ਕੋ ਭਾਈ ਲਾਲੋ ਦੀ ਰੋਟੀ ਚੋਂ ਦੁੱਧ ਕੱਢਿਆ ਸੀ, ਉਹਨਾਂ ਦਾ ਮੁੱਲ ਪਾਇਆ ਸੀ। ਅਸੀਂ ਕਿਹਦਾ ਮੁੱਲ ਪਾਉਂਦੇ? ਜਿਹੜਾ ਲੱਖ ਦੇ ਦਿੰਦਾ ਉਹਦੇ ਘਰ ਜਾ ਖੜ ਜਾਂਦੇ ਆ। ਪਾਓ ਨਾ ਮੁੱਲ, ਪਾਓ ਮੁੱਲ ਭਾਈ ਲਾਲੋਆਂ ਦਾ, ਪਾਓ ਕਿਸਾਨ ਦਾ ਮੁੱਲ, ਪਾਓ ਮਜ਼ਦੂਰ ਦਾ ਮੁੱਲ। ਕਰੋ ਉਸੇ ਫਲਸਫੇ ਦੀ ਸਰਬਤ ਦਾ ਭਲਾ। ਸਾਲਾ ਸਰਬਤ ਦਾ ਭਲਾ ਹੁੰਦਾ ਇੱਥੇ? ਇੱਥੇ ਭਲਾ ਹੁੰਦਾ 0.1% ਲੋਕਾਂ ਦਾ, 100 ਪਰਿਵਾਰਾਂ ਦਾ। ਝੂਠ ਵੇਚ ਕੇ, ਸੁਪਨੇ ਗੰਦੇ ਵੇਚ ਕੇ, ਹੈਂ दारू ਵੇਚ ਕੇ, ਰੇਤਾ ਵੇਚ ਕੇ, ਬੱਸਾਂ ਖਰੀਦ ਕੇ। ਇਹ ਬਾਬੇ ਨਾਨਕ ਦਾ ਫਲਸਫਾ ਹੈ। ਸਰਬਤ ਦਾ ਭਲਾ ਨਹੀਂ, 0.1% ਲੋਕਾਂ ਦਾ ਭਲਾ। ਜੇ ਸਰਬਤ ਦਾ ਭਲਾ ਕਰਨਾ ਇਸ ਕਿਸਾਨ ਦਾ ਭਲਾ ਕਰ, ਮਜ਼ਦੂਰ ਦਾ ਭਲਾ ਕਰ। ਮੈਂ ਖੜਦਾ ਤੇ ਮੈਂ ਗਰੰਟੀ ਦਿੰਦਾ, ਨਿਰਣੇ ਲੈਣ ਦਿਓ ਭਾਈ, ਮੈਂ ਮਾਡਲ ਦੇ ਦੇਣਾ। ਜਿਹੜਾ ਬੰਦਾ 5 ਪੈਗ दारू ਪੀਂਦਾ ਹੈ ਤੇ 2 ਡਿਸਟਿਲਰੀਆਂ ਚਲਾਉਂਦਾ ਹੈ, ਉਹ ਸਵੇਰੇ ਆ ਕੇ ਸਟੇਜ ਤੇ ਕਹੂ दारू ਪੀਣਾ ਹਾਨੀਕਾਰਕ ਹੈ? ਦੱਸ ਬਈ, ਦੱਸੋ, ਠੋਕ ਦਿਓ ਹੁਣ, ਟਿਕਾ ਕੇ ਠੋਕੋ। ਜਿਹੜਾ ਬੰਦਾ ਰੇਤੇ ਦੇ ਪਹਾੜ ਖਾ ਗਿਆ, ਜਿਹੜਾ ਬੰਦਾ ਰੇਤੇ ਦੇ ਪਹਾੜ ਖਾ ਗਿਆ, ਉਹ ਸਵੇਰੇ ਆ ਕੇ ਸਟੇਜ ਦੇ ਉੱਤੇ ਚੜ੍ਹ ਕੇ ਕਹੂ ਬਈ ਭਾਈ ਰੇਤੇ ਦੀ ਮੈਂ ਕਾਰਪੋਰੇਸ਼ਨ ਬਣਾ ਦੂੰ। ਕਾਂਗਰਸ ਬੜੇ ਆ ਜਿਹੜੇ ਡਿਸਟਿਲਰੀਆਂ ਦੇ ਮਾਲਕ। ਮੈਂ ਕਹਿੰਦਾ ਕਾਂਗਰਸ ਹੋਵੇ ਅਕਾਲੀ ਦਲ ਹੋਵੇ, ਅਸੀਂ ਪਾਪੀ ਨਹੀਂ ਮਾਰਨਾ, ਪਾਪ ਮਾਰਨਾ ਹੈ। ਪਾਪ ਕਿਵੇਂ ਮਰਨਾ ਹੈ? ਪਾਪ ਸਿਸਟਮ ਨਾਲ ਮਰਨਾ ਹੈ। ਸਿਸਟਮ ਬਦਲੋ, ਬਦਲਾ ਖੋਰੀ ਛੱਡੋ, ਹੈਂ ਇੱਕ ਦੂਜੇ ਦੇ ਗਾਲਾਂ ਕੱਢਣੀਆਂ ਛੱਡੋ, ਭਟਕਾਉਣਾ ਛੱਡੋ, ਮੁੱਦਿਆਂ ਦੀ ਰਾਜਨੀਤੀ ਕਰੋ, ਮਸਲਿਆਂ ਤੇ ਖੜੋ। ਤੇ ਫਿਰ ਦੇਖੋ, ਮੈਂ ਕਹਿੰਦਾ ਅਸੀਂ ਅੱਜ ਦੀ ਡੇਟ ਦੇ ਵਿੱਚ ਜੋ ਮੈਂ ਕਿਸਾਨੀ ਦੀ ਗੱਲ ਕਰਦਾ, ਅੱਜ ਦੀ ਕਰਦਾ, ਮੇਰੇ ਕੋਲ 1.5 ਸਾਲ ਹੋ ਗਿਆ ਮੈਂ ਉਹ ਗੱਲਾਂ ਕਰ ਰਿਹਾ ਵੀ ਕਿਸਾਨੀ ਐਦਾਂ ਉੱਤੇ ਆਉਂਦੀ ਹੈ। ਕੋਈ ਇੱਕ ਬੰਦਾ ਦੱਸ ਜਿਹਨੇ ਦੱਸਿਆ ਹੋਵੇ ਵੀ ਐਦਾਂ ਉੱਤੇ ਆਉਂਦੀ ਹੈ। ਜਿਹੜਾ ਦੇਖੋ ਮੁਸੀਬਤਾਂ ਦੱਸੂਗਾ, ਜਿਹੜਾ ਦੱਸੂਗਾ ਆਹ ਮਾੜਾ ਹੋ ਗਿਆ, ਜਿਹੜਾ ਦੱਸੂ ਆਹ ਫਲਾਨਾ ਚੋਰ, ਇਹਨੂੰ ਗਾਲ। ਆਈ ਨੋ ਦ ਪ੍ਰੋਬਲਮ ਐਂਡ ਆਈ ਨੋ ਦ ਸੋਲਿਊਸ਼ਨ। ਦੁਬਾਰਾ ਕਹਿਣਾ, ਮੈਨੂੰ ਪ੍ਰੋਬਲਮ ਦਾ ਪਤਾ ਹੈ ਤਾਂ ਹੀ ਮੈਨੂੰ ਉਹਦਾ ਹੱਲ ਪਤਾ। ਤੁਹਾਨੂੰ ਸਮੱਸਿਆ ਵੀ ਪਤਾ ਤੇ ਸਮਾਧਾਨ ਵੀ ਪਤਾ, ਪਰ ਸਮੱਸਿਆ ਇਹ ਹੈ ਕਿ ਉਹਦਾ ਤੁਸੀਂ ਹੱਲ ਨਹੀਂ ਕਰ ਪਾ ਰਹੇ ਆਪਣੀ ਸਰਕਾਰ ਦੇ ਅੰਦਰ। ਤੁਸੀਂ ਕਹਿੰਦੇ ਮੇਰੇ ਕੋਲ ਪਾਵਰ ਨਹੀਂ ਹੈ। ਮੈਂ ਦੱਸਦਾ, ਤੁਹਾਡੇ ਆਖੇ ਨਹੀਂ ਲੱਗਦੇ। ਮੈਂ ਕਿਹਾ ਮੈਂ ਦੱਸਦਾ, ਤੁਸੀਂ ਇਹਨਾਂ ਨੂੰ ਕਹਿੰਦੇ ਨਹੀਂ। ਉਹ ਯਾਰ ਮੈਂ ਦੱਸਦਾ ਨਾ, ਮੇਰੀ ਗੱਲ ਨੂੰ ਸੁਣ ਲੈ। ਲੌਬੀ ਹੈ ਇੱਕ, 100 ਪਰਿਵਾਰਾਂ ਦੀ ਲੌਬੀ ਹੈ, ਅਜੇ ਵੀ ਹੈ। ਮੈਂ ਕਹਿੰਦਾ ਕਦੋਂ ਹਟੀ, ਕਦੋਂ ਸੀ? ਜਦੋਂ ਹਟੂਗੀ, ਜਦ ਉਹਦਾ ਪ੍ਰਮਾਣ ਮਿਲ ਜੂ, ਜਦੋਂ ਉਹ ਹਟੂਗੀ ਪੰਜਾਬ ਸੰਵਰ ਜੂ, ਪੰਜਾਬ ਖੜਾ ਹੋ ਜੂ। ਉਸੇ ਸਿਸਟਮ ਨੂੰ ਮੈਂ ਤੋੜਦਾ ਭਾਈ। ਜਦੋਂ ਅਸੀਂ ਕਮੈਂਟਰੀਆਂ ਕਰਦੇ ਸੀ, ਤੂੰ ਟੀਵੀ ਕਰਦਾ, ਜੇ ਤੂੰ ਚੰਗਾ ਨਹੀਂ ਨਾ ਤੇ ਅਗਲੇ ਦਿਨ ਤੈਨੂੰ ਤਨਖਾਹ ਨਹੀਂ ਮਿਲਣੀ ਮਿੱਤਰਾ। ਬਿਲਕੁਲ ਸਹੀ ਹੈ। 19 ਦਾ 20 ਨਹੀਂ ਹੁੰਦਾ, 20 ਦਾ 19 ਨਹੀਂ ਹੁੰਦਾ। ਜੇ ਮੈਂ ਕ੍ਰਿਕਟ ਖੇਡਦਾ, ਮੇਰੇ ਡੰਡਿਆਂ 'ਚ 4 ਵਾਰ ਗੇਂਦ ਵੱਜਦੀ ਹੈ, ਅਗਲਾ ਕਹਿੰਦਾ ਬੁੜਾ ਹੋ ਗਿਆ ਯਾਰ ਇਹਨੂੰ ਕੱਢੋ। ਯਾਰ 4 ਵਾਰ ਮੈਂ 0 ਬਣਾਉਣਾ, ਸੈਂਚਰੀ ਨਹੀਂ ਬਣਦੀ, ਅਗਲਾ ਕਹਿੰਦਾ ਇਹਨੂੰ ਕੱਢੋ, ਮੈਰਿਟ ਆਨਰ ਹੁੰਦੀ ਹੈ।
ਠੀਕ ਹੈ ਕਿ ਨਹੀਂ। ਮੈਂ ਜੋ ਕੁਝ ਕੀਤਾ ਉੱਥੇ ਮੈਰਿਟ ਆਨਰ ਹੁੰਦੀ ਸੀ। ਇੱਥੇ ਪੋਲਿਟਿਕਸ 'ਚ ਜੇ ਮਾਈ ਬਾਪ ਹੈ ਤਾਂ 5 ਦਾ 500 ਤੇ ਨਹੀਂ ਤੇ ਉਹ ਲੰਡੂ ਬੰਦਾ 5 ਦਾ 500 ਤੇ ਜੇ ਮਾਈ ਬਾਪ ਨਹੀਂ ਹੈ ਤੇ ਹੀਰੋ ਬੰਦਾ ਫੜਾ ਕੇ ਠਾ ਜ਼ੀਰੋ ਬਣਾ ਦਿੰਦੇ ਠਾ ਦੇਣੀ। ਪਰ ਅਸੀਂ ਉਹ ਜ਼ੀਰੋ ਆ ਮਿੱਤਰਾ ਜਿਹੜੇ ਮੈਥਮੈਟਿਕਸ ਦੇ ਹੀਰੋ ਆ। ਜੇ 5000 ਦੇ ਅੱਗੇ ਲਾਂਗੇ ਤਾਂ 5 ਲੱਖ ਦਾ ਫਰਕ ਵੀ ਪਾ ਦੇ। ਜਿਹੜੀ ਨਵੀਂ ਟੀਮ ਆਈ ਆ ਉਹ ਤਾਂ ਜਿਹੜੀ ਨਵੀਂ ਟੀਮ ਆਈ ਸਿੱਧੂ ਸਾਹਿਬ ਉਹਦੇ ਕੋਈ ਨਹੀਂ। ਜਿਹੜੀ ਨਵੀਂ ਟੀਮ ਹੈ ਉਹ ਤੁਹਾਡੀ ਸਹਿਮਤੀ ਵਾਲੀ ਹੈ। ਉਹ ਕਹਿੰਦੇ ਅਸੀਂ ਕੰਮ ਬੜਾ ਸ਼ਾਨਦਾਰ ਕਰ ਰਹੇ ਹਾਂ, ਚਾਹੇ ਉਹ ਰਾਜਾ ਵੜਿੰਗ ਹੋਵੇ, ਚਾਹੇ ਸੁਰਿੰਦਰ ਸਿੰਘ ਰੰਧਾਵਾ ਹੋਵੇ, ਚਾਹੇ ਸੀਐਮ ਚੰਨੀ ਹੋਣ। ਉਹ ਕਹਿੰਦੇ ਮੈਂ ਤਾਂ ਉਹ ਮਸਲੇ ਹੱਲ ਕਰਤੇ ਕੈਪਟਨ ਜਿਹੜੇ 4.5 ਸਾਲ 'ਚ ਨਹੀਂ ਕਰ ਪਾਇਆ। ਦੇਖ ਛੋਟੇ ਭਾਈ, ਮੈਂ ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਕਰਦਾ। ਆਪਾਂ 8-9 ਮਸਲੇ ਲੈਂਦੇ ਹਾਂ। ਬੇਅਦਬੀ, ਮੁੱਖ ਮੰਤਰੀ ਬਦਲਿਆ ਸੀ, ਕੋਈ ਹੱਲ ਨਹੀਂ ਹੋਇਆ। ਦੱਸੋ ਵੀ ਹੱਲ ਹੋ ਗਿਆ? ਹਾਂਜੀ ਹੋ ਗਿਆ। ਚੱਲ ਸਟੇਟਮੈਂਟਾਂ ਦੇਖ। ਨਸ਼ੇ ਹੋ ਗਿਆ, ਦੱਸੋ ਵੀ ਹੱਲ ਹੋ ਗਿਆ? ਕਰ ਨੌਕਰੀ ਨਹੀਂ ਠਹਿਰ ਕਰ ਹੋ ਗਿਆ। ਅੱਗੇ ਚੱਲ ਕੇਵਲ ਹੱਲ ਹੋ ਗਿਆ? ਨਹੀਂ ਹੋਇਆ। ਰੇਤਾ ਹੱਲ ਹੋ ਗਿਆ? ਕਰਜ਼ਾ ਮਾਫੀ ਹੋ ਗਿਆ? ਗੱਲਾਂ ਨਾਲ ਹੱਲ ਹੋਣੇ। ਉਹ ਕਿੱਥੇ ਪਾਲਿਸੀ? ਜੁਗਾੜ ਨਾਲ ਹੱਲ ਹੋਣੇ, ਸਕੀਮ ਨਾਲ ਹੱਲ ਹੋਣੇ ਆ। ਦਾ ਨਾ ਕਿੱਥੇ ਆ ਪਾਲਿਸੀ? ਦਾ ਕਿਹੜੀ ਪਾਲਿਸੀ ਹੈ? ਦੱਸ ਕਿਹੜਾ ਉਹਦਾ ਬਜਟਰੀ ਐਲੋਕੇਸ਼ਨ ਹੈ? ਬਜਟਰੀ ਐਲੋਕੇਸ਼ਨ ਦੱਸ ਨਾ। ਉਹਦੇ ਪਿੱਛੇ ਇੱਥੋਂ ਪੈਸੇ ਕਿੱਥੋਂ ਲਿਆਏਗਾ? ਲੈ ਕੇਜਰੀਵਾਲ ਬੜਾ ਭਾਈ ਝੂਠਾ ਫਰੋਡ ਆਦਮੀ ਹੈ ਯਾਰ, ਕਮਾਲ ਦਾ ਬੰਦਾ ਹੈ। ਦੇਖ ਰਹੇ ਸਿੱਧੂ ਸ਼ਾਹ ਉਹਦੇ ਬੋਲਦਾ ਕਿਤੇ ਨਾ ਕਿਤੇ, ਮਤਲਬ ਐ ਨਹੀਂ ਕਦੇ ਨਹੀਂ ਬੋਲੂਗਾ। ਪਰ ਜਦੋਂ ਆਊਗਾ ਐਸਾ ਲੋਲੀਪੌਪ ਦੇ ਕੇ ਜਾਂਦਾ ਹੈ, ਬੰਦੇ ਨੂੰ ਰੈਪਰ ਹੀ ਹੱਥ 'ਚ ਫੜਾ ਦਿੰਦਾ, ਬੰਦੇ ਨੂੰ ਲੱਗਦਾ ਇਹਦੇ ਅੰਦਰ ਮਿੱਠਾ ਹੀ ਮਿੱਠਾ ਹੈ, ਹੁੰਦਾ ਕੱਖ ਵੀ ਨਹੀਂ। ਉਹ ਤੂੰ ਆਪਦੇ ਸੂਬੇ 'ਚ ਦੱਸ ਤੂੰ ਪੈਸੇ ਕਿੱਥੋਂ ਲਿਆਏਗਾ? ਮੈਨੂੰ ਇਸੇ ਗੱਲ ਦਾ ਜਵਾਬ ਦੇ ਦੇ, ਮੈਂ ਤੇਰੇ ਮਗਰ ਤੁਰੂ। ਸ਼ਰਾਬ ਤਾਂ ਦੇਤੀ ਮਲਹੋਤਰੇ ਨੂੰ, ਠੀਕ ਹੈ, ਉਹਦੇ 'ਚੋਂ 30,000 ਕਰੋੜ ਨਵਜੋਤ ਸਿੰਘ ਸਿੱਧੂ ਕਹਿੰਦਾ ਨਿਕਲਦਾ। ਤਮਿਲਨਾਡੂ 35,000 37,000 ਕਮਾਉਂਦਾ, ਅਸੀਂ 3 ਕਮਾਉਂਦੇ ਹਾਂ, ਠੀਕ ਹੈ, ਇੱਥੋਂ ਹੀ 30 ਨਿਕਲਦਾ। ਤੂੰ ਦੱਸ ਕਿੱਥੋਂ ਕੱਢੇਗਾ ਦੀਪ ਮਲਹੋਤਰੇ ਨੂੰ? ਹੈਂ ਉਹਨਾਂ ਦੇ ਉਹ ਕਹਿੰਦੇ ਨਾਚ ਮੇਰੀ ਬੁਲਬੁਲ ਕੇ ਪੈਸਾ ਮਿਲੇਗਾ, ਕਹਾਂ ਕਦਰਦਾਨ ਦੀਪ ਮਲਹੋਤਰੇ ਔਰ ਚੱਡੇ ਜੈਸਾ ਮਿਲੇਗਾ, ਟੋਕੋ ਤਾੜੀ। ਹੈਂ ਇਹ ਨੱਚਦਾ ਟੀ ਤਾਂ ਕਥਾ ਕਿਲੀ ਕਰਦਾ, ਕਹਿ ਕਰ ਕਥਾ ਕਰਿਆ ਬੈਠ ਤੇ ਝੂਠ ਬੋਲ। ਦੱਸ ਆ ਮੰਜਾ ਵੀ ਸ਼ੂ ਕਰਾਦਾ ਮੈਂ, ਦੱਸ। ਹੈਂ ਇਹਨੂੰ ਕਹਾ ਬੈਠ ਤੇ ਦੱਸ ਧੂੜਾ ਹੀ ਠਾਲੂ। ਦੇਖੋ ਫਰਕ ਹੈ ਮੈਂ ਤੁਹਾਨੂੰ ਦੱਸਾਂ। ਰਾਜੇ ਆਦਾ ਨਵਜੋਤ ਸਿੱਧੂ ਆ, ਮੈਂ ਤਾਂ ਧੂੜਾ ਠਾਲਦਾ। ਇਹਨਾਂ ਨੇ ਅਖਬਾਰਾਂ 'ਚ ਹੀ ਵਿਕਾਸ ਕਰਾਇਆ। ਦੇਖੋ ਤਾੜੀ ਵੱਜੂ, ਹੁਣ ਵੱਜੂ ਦੇਖੀ। ਅਖਬਾਰਾਂ 'ਚ ਹੀ ਵਿਕਾਸ ਕਰਾਇਆ, ਲੋਕਾਂ ਦਾ ਮੂਰਖ ਬਣਾਇਆ। ਚੂੜੀਦਾਰ ਪਜਾਮੀ ਤੋਂ ਵੇਲ ਨਹੀਂ ਮਿਲੇ, ਧੂੜ 'ਚ ਯਾਰ ਉਹ ਟੱਟੂ ਉਡਾਇਆ। ਹੇੜਾ ਦੇਖੋ ਹੇੜਾ। ਹੈਂ ਇਹ ਕਰਨਗੇ ਗੱਲਾਂ ਸਿੱਧੂ ਨਾਲ। ਪਾਰਟੀ ਦਾ ਪ੍ਰਧਾਨ ਇਹ ਗੱਲ ਕਹਿ ਰਿਹਾ, ਫਿਰ ਲੋਕ ਵੋਟ ਕਿਵੇਂ ਪਾਉਣਗੇ? ਮੈਂ ਕਹਿੰਦਾ ਵੋਟ ਉਹ ਏਜੰਡੇ ਤੇ ਪਾਉਣਗੇ, ਵੋਟ ਉਹ ਇਮਾਨਦਾਰੀ ਤੇ ਪਾਉਣਗੇ, ਵੋਟ ਉਸ ਬੰਦੇ ਨੂੰ ਪਾਉਣਗੇ ਜਿਹੜਾ ਬੰਦਾ ਵਿਕਿਆ ਨਹੀਂ, ਜਿਹੜਾ ਬੰਦਾ ਇਸ ਸਿਸਟਮ ਦੇ ਅੱਗੇ ਝੁਕਿਆ ਨਹੀਂ। ਪਰ ਇਸ ਗੱਲ ਦੀ ਕੀ ਗਾਰੰਟੀ ਹੋਊਗੀ ਕਿ ਇਹ ਲੋਲੀਪੌਪ ਨਹੀਂ ਹੈ ਤੇ ਲਾਗੂ ਹੋ ਜਾਊਗਾ? ਮੇਰੀ ਇੱਕ ਗੱਲ ਨੂੰ ਸੁਣ, ਇਸ ਗੱਲ ਦੀ ਗਾਰੰਟੀ ਦੇਖੋ ਕਿਰਦਾਰ ਬੰਦੇ ਦਾ। ਪਰ ਪ੍ਰਚਾਰ ਤੁਸੀਂ ਵੀ ਪਿਛਲੀ ਮੈਂ ਕਿਹਾ ਯਾਰ ਪ੍ਰਚਾਰ ਲੋਕਾਂ ਨੇ ਤੁਹਾਡੇ ਤੇ ਵੀ ਇਤਬਾਰ ਕੀਤਾ ਉਦੋਂ। ਮੈਂ ਜੇ ਮੇਰੇ ਤੇ ਇਤਬਾਰ ਕੀਤਾ ਤੇ ਮੈਂ ਉਹਨਾਂ ਦੇ ਇਤਬਾਰ ਨੂੰ ਤੋੜਿਆ। ਮੈਂ ਸੱਤਾ ਹੰਡਾਈ, ਸੱਤਾ ਭਗਾ ਕੇ ਮਾਰੀ, ਲੇਕਿਨ ਖੜਾ ਰਿਹਾ ਲੋਕਾਂ ਲਈ। ਬੋਲੋ ਖੜਾ ਸੀ ਕਿ ਨਹੀਂ ਖੜਾ ਸੀ? ਬਿਲਕੁਲ ਤੈਨੂੰ ਜਵਾਬ ਮਿਲਿਆ ਮਿੱਤਰਾ। ਇਸ ਕਰਕੇ ਸਿੱਧੂ ਨੂੰ ਨਾ ਕਹੀਂ, ਕਿਉਂਕਿ ਸਿੱਧੂ ਨੇ ਜਿੱਥੇ ਦੇਖਿਆ ਚੀਫ ਮਿਨਿਸਟਰ ਠੋਕੇ, ਤੇ ਸਿੱਧੂ ਤੇ ਅੱਜ ਵੀ ਖੜਾ ਮਿੱਤਰਾ। ਆ ਬਾਣ ਦੇ ਮੰਡੇ ਤੇ ਬੈਠਾ ਤੇ ਕਿੱਥੇ ਗਏ ਚੀਫ ਮਿਨਿਸਟਰ? ਕਿੱਥੇ ਗਏ ਜੀਜੂ ਸਾਲਾ? ਲੋਕ ਹੀ ਕਹਿੰਦੇ ਸੀ ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ, ਜੀਜਾ ਸਾਲਾ ਰਹਿਣ ਨਹੀਂ ਦੇਣਾ। ਕਿਉਂ? ਕਿੱਥੇ ਨੇ? ਝੂਠੇ ਲੋਕਾਂ ਦੇ ਪੈਰ ਨਹੀਂ ਹੁੰਦੇ। ਬਾਬਾ ਖੜੂਗਾ ਉਹਦੇ ਨਾਲ ਜਿਹੜਾ ਸੱਚ ਤੇ ਖੜਾ, ਉਹਦੀ ਆਵਾਜ਼ ਵੀ ਨਿਕਲੂ ਔਰ ਲੋਕਾਂ ਦੇ ਮਨਾਂ ਦੇ ਵਿੱਚ ਲੜਾਈ ਲੜੂ। ਭੁੱਲ ਜਾਓ ਕਿਸੇ ਐਮਐਲਏ ਨੇ ਲੜਾਈ ਲੜਨੀ ਆ, ਭੁੱਲ ਜਾਓ ਕਿਸੇ ਬੰਦੇ ਨੇ ਲੜਾਈ ਲੜਨੀ ਆ। ਪੰਜਾਬ ਦੇ ਲੋਕਾਂ ਦੇ ਮਨਾਂ ਨੇ ਲੜਾਈ ਲੜਨੀ ਆ। ਪੰਜਾਬ ਦੇ ਲੋਕਾਂ ਦੀ ਸਾਫੇ ਦਾ ਸਵਾਲ ਹੈ, ਸਾਡੀ ਹੋਂਦ ਦਾ ਸਵਾਲ ਹੈ। ਇਹ ਰਹਿਣ ਨੂੰ ਨਹੀਂ, ਮੈਂ ਕਹਿੰਦਾ ਇਹ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਅਰਾਜਕਤਾ ਆ ਜਾਏਗੀ ਅਗਰ ਐਤਕੀ ਤੁਸੀਂ ਗਲਤੀ ਕਰ ਲਈ ਔਰ ਇਮਾਨਦਾਰ ਬੰਦਾ ਉੱਪਰ ਨਾ ਲਿਆਂਦਾ ਤੇ ਤੁਹਾਨੂੰ ਮੈਂ ਅੱਜ ਕਹਿ ਦਿੰਦਾ ਅਰਾਜਕਤਾ ਆ ਜਾਏਗੀ, ਅਰਾਜਕਤਾ ਆ ਜਾਏਗੀ। ਔਰ ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਸਰਦਾਰ ਭਗਵੰਤ ਸਿੰਘ ਸਿੱਧੂ ਜ਼ਬਾਨ ਦਿੰਦਾ ਕਿ ਇਹ ਇਲੈਕਸ਼ਨ ਅਗਲੇ ਇਲੈਕਸ਼ਨ ਦੇ ਲਈ ਨਹੀਂ, ਇਹ ਇਲੈਕਸ਼ਨ ਅਗਲੀ ਪੀੜ੍ਹੀ ਦੀ ਖਾਤਰ ਲੜ ਰਹੇ ਹਾਂ ਅਸੀਂ, ਅਗਲੀ ਪੀੜ੍ਹੀ ਦੀ ਖਾਤਰ। ਤੁਹਾਡਾ ਇੱਕ ਬੜਾ ਪਸੰਦੀਦਾ ਸਵਾਲ ਹੈ, 25-75 ਖਤਮ ਹੋ ਗਈ ਹੈ ਕਿ ਅਜੇ ਵੀ ਚੱਲ ਰਹੀ ਹੈ? ਤੇ ਤੈਨੂੰ ਪਤਾ ਹੀ ਹੈ ਡੀਜੀਪੀ ਕਿਵੇਂ ਲੱਗਿਆ ਹੈ, ਐਡਵੋਕੇਟ ਜਨਰਲ ਕਿਵੇਂ ਲੱਗਿਆ ਭਾਈ? ਜਿਸ ਬੰਦੇ ਨੇ
ਬਲੈਂਕਟ ਬੇਲ ਦਵਾਈ ਸੈਣੀ ਨੂੰ, ਅੱਜ ਤੱਕ ਸੈਣੀ ਦੇ ਉੱਤੇ ਮੁਕੱਦਮਾ ਨਹੀਂ ਪਿਆ। ਹੁਣ ਨਵੇਂ ਐਡਵੋਕੇਟ ਜਨਰਲ ਨੇ ਆ ਕੇ SLP ਪਾਈ ਹੈ, ਨਾ ਮੈਂਸ਼ਨ ਹੋਈ। ਤੇ ਮਿੱਤਰੋ ਆ DGP ਸਹੋਤਾ ਲੱਥਿਆ ਤੇ ਦੂਆ ਆਇਆ ਤੇ FIR ਹੋਈ, ਰਿਜ਼ਲਟ ਆਇਆ ਠੋਕੋ ਤਾੜੀ ਆਈ ਕਿ ਨਹੀਂ? ਹਾਂ, ਰਿਜ਼ਲਟ ਇਹ ਹੈ ਕਿ ਪਹਿਲਾ ਕਦਮ ਹੈ, ਇਹ ਪਹਿਲਾ ਕਦਮ ਹੈ। ਇਹਨੂੰ ਅੰਜਾਮ ਤੱਕ ਲਿਜਾਣ ਦੇ ਲਈ 6 ਸਾਲ ਤੁਸੀਂ ਦੇਖੋ, 6 ਸਾਲ ਇਹਨਾਂ ਨੇ ਬੇਅਦਬੀ ਦਾ ਇਨਸਾਫ। ਤੈਨੂੰ ਲੱਗਦਾ ਗੁਰੂ ਆਪਦਾ ਇਨਸਾਫ ਨਹੀਂ ਕਰਾ ਸਕਦਾ? ਜਿਹਦੀ ਸਾਰੀ ਸ੍ਰਿਸ਼ਟੀ ਦਾ ਮਾਲਕ, ਉਂਗਲਾਂ ਲੱਖਾਂ ਆਕਾਸ਼ ਲੱਖਾਂ ਪਤਾਲ ਹੈ, ਦੋ ਟਕਰਾਉਂਦੇ ਨਹੀਂ ਆਪਸ 'ਚ, ਉਹ ਇਨਸਾਫ ਨਹੀਂ ਕਰਾ ਸਕਦਾ। FIR ਦਾ ਕ੍ਰੈਡਿਟ ਕਿਹਨੂੰ ਦਿੱਤਾ ਜਾਵੇ? ਮੈਂ ਕਿਹਾ ਇਹ ਤੁਸੀਂ ਦੱਸੋ। ਨਵਜੋਤ ਸਿੰਘ ਸਿੱਧੂ ਦਾ ਨਾਮ ਆਉਂਦਾ। ਮੈਂ ਕੀ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਾ ਸੀ। ਨਵਜੋਤ ਸਿੰਘ ਸਿੱਧੂ ਕਹਿੰਦਾ ਜਿਹੜਾ ਤਸਕਰਾਂ ਦੇ ਨਾਲ ਲੇਟਦਾ ਸੀ, ਜਿਹੜੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਇਹ ਜਾਂਦਾ ਸੀ, ਇਹ ਮੈਂ ਨਹੀਂ ਕਹਿ ਰਿਹਾ, ਹਰਪ੍ਰੀਤ ਸਿੱਧੂ ਕਹਿੰਦਾ ਸੀ, ਨਿਰੰਜਨ ਸਿੰਘ ਕਹਿੰਦਾ ਸੀ, ਜਿਹਦੇ ਖਿਲਾਫ ਸਬੂਤ ਨੇ, ਜਿਹਦੀਆਂ ਫੋਟੋਆਂ ਨੇ, ਹਜ਼ਾਰਾਂ ਫੋਟੋਆਂ ਤਸਕਰਾਂ ਦੇ ਨਾਲ, ਸੱਤੇ ਨਾਲ, ਪਿੰਦੀ ਨਾਲ, ਅਮਰਿੰਦਰ ਨਾਲ। ਅਸੀਂ ਕੀ ਚਾਹੁੰਦੇ ਹਾਂ? ਨੰਬਰ 1, ਕੋਈ ਵੀ ਨੌਜਵਾਨ, ਔਰ ਇਹ ਧਿਆਨ ਨਾਲ ਸੁਣਨਾ, ਕੋਈ ਵੀ ਨੌਜਵਾਨ ਡਰੱਗ ਵੱਲ ਨਾ ਜਾਵੇ। ਉਹਦਾ ਇਲਾਜ ਕੀ ਹੈ? ਉਹਦਾ ਇਲਾਜ ਇਹ ਹੈ ਕਿ ਉਹਨੂੰ ਸਪੋਰਟ ਦਿਓ, ਉਹਨੂੰ ਇੱਕ ਸਪੋਰਟ ਦਾ ਨਸ਼ਾ ਦਿਓ। ਉਹਨੂੰ ਉਹ ਜਦੋਂ ਛਿੱਕਾ ਮਾਰੇ ਉਹਨੂੰ ਆਹ ਕੀ ਬਾਤ ਹੈ, ਜਦੋਂ ਕਬੱਡੀ ਐ ਲੱਤ ਫੜੇ ਐ ਘੁਮਾ ਕੇ ਮਾਰੇ, ਉਹਨੂੰ ਉਹੀ ਸੁਝੇ, ਉਹਨੂੰ ਉਸ ਚੀਜ਼ 'ਚ ਹਾਏ ਦਿਓ, ਉਹਨੂੰ ਐਂਟਰਪ੍ਰੈਨਰਸ਼ਿਪ ਦਿਓ, ਉਹਨੂੰ ਓਪਰਚੁਨਿਟੀ ਦਿਓ, ਮੌਕਾ ਦਿਓ। ਜੇ ਨਵਜੋਤ ਸਿੰਘ ਸਿੱਧੂ ਨੂੰ IPL 'ਚ ਖੇਡਣ ਦਾ ਮੌਕਾ ਨਾ ਮਿਲਦਾ ਕਮੈਂਟਰੀ ਦਾ, ਫਿਰ ਨਵਜੋਤ ਸਿੱਧੂ ਕਿੱਥੇ ਸੀ? ਕਪਿਲ ਸ਼ਰਮੇ ਨੂੰ, ਆ ਭਾਰਤੀ ਨੂੰ 100-100 ਰੁਪਏ ਲੈਂਦੇ ਸੀ, ਠੀਕ ਹੈ। ਜੇ ਇਹਨਾਂ ਨੂੰ ਉਹ ਵੱਡਾ ਪਲੇਟਫਾਰਮ ਨਾ ਮਿਲਦਾ, ਮੌਕਾ ਨਾ ਮਿਲਦਾ, ਫਿਰ ਕਿੱਥੋਂ? ਉਹਨੂੰ ਮੌਕਾ ਦਿਓ, ਉਹਨੂੰ ਓਪਰਚੁਨਿਟੀ ਦਿਓ, ਉਹਨੂੰ ਐਂਟਰਪ੍ਰੈਨਰਸ਼ਿਪ ਦਿਓ, ਉਹਨੂੰ ਪ੍ਰੋਸੈਸਿੰਗ ਇੰਡਸਟਰੀ ਦਿਓ। ਉਹਨੂੰ ਕਹੋ ਭਾਈ ਤੂੰ ਨੌਕਰੀ ਨਾ ਮੰਗ, ਤੂੰ ਨੌਕਰੀ ਦੇ, ਤੇ ਉਹ ਕਿਉਂ ਜਾਊ ਬਾਹਰ? ਉਹ ਕਿਉਂ ਡਿਸਇਲੂਜਨ ਹੋ? ਨੰਬਰ 2, ਤੁਸੀਂ ਸਜ਼ਾ ਕਿਹਨੂੰ ਦਿੱਤੀ? ਉਹ ਭਾਈ ਜਿਹੜੇ ਰਾਜ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਨੂੰ ਪਿੱਠ ਨਾ ਥਾਪੜੀ ਜਾਵੇ, ਮਾੜਾ ਕੰਮ ਕਰਨ ਵਾਲੇ ਨੂੰ ਸਜ਼ਾ ਨਾ ਮਿਲੇ, ਉੱਥੇ ਕਿੱਦਾਂ ਕਲਿਆਣ ਹੋਊ? ਨੰਬਰ 3, ਜਿਹਨੂੰ ਨਸ਼ਾ ਲੱਗ ਗਿਆ, ਤੁਸੀਂ ਵੱਡੀਆਂ ਮੱਛੀਆਂ ਤਾਂ ਫੜੀਆਂ ਨਹੀਂ, ਅੱਜ ਵੀ ਤੁਸੀਂ 6 ਸਾਲਾਂ ਬਾਅਦ ਇੱਕ FIR ਕਰਤੀ। ਉਹ ਭਾਈ ਜਿਨ੍ਹਾਂ ਨੂੰ ਲੱਗ ਗਿਆ ਲੱਤ, ਉਹਨੂੰ ਤੁਸੀਂ ਛੜਾਈ ਕਿੱਦਾਂ ਹੈ? ਜਿਹੜੇ ਤੁਹਾਡੇ ਰੀਹੈਬਲੀਟੇਸ਼ਨ ਸੈਂਟਰ ਸੀਗੇ, ਵਿਪਰੂ ਨੋਰਫਿਨ 5 ਕਰੋੜ ਗੋਲੀਆਂ ਤੁਸੀਂ ਵੇਚਤੀਆਂ ਘਪਲੇ ਹੋਏ, ਕਾਉਂਸਲਿੰਗ ਕਿੱਥੇ ਹੈ? ਪੈਸੇ ਹੈ ਨਹੀਂ ਸਰਕਾਰ ਦੇ ਕੋਲ, ਖਾ ਗਏ ਸਾਰੇ ਲੁੱਟ ਕੇ। ਜੇ 25-30 ਹਜ਼ਾਰ ਕਰੋੜ ਰੁਪਈਆ ਖਜ਼ਾਨੇ 'ਚ ਪਾਉਂਗੇ, ਰੇਤੇ ਦਾ, ਸ਼ਰਾਬ ਦਾ, ਕੇਬਲ ਦਾ, ਬੱਸਾਂ ਦਾ, ਤਾਂ ਉਹਨੂੰ ਡਬਲ ਕਰਕੇ ਲੋਕਾਂ ਤੱਕ ਪਹੁੰਚਾਓਗੇ। 51,000 ਕਰੋੜ ਰੁਪਏ ਦਿੰਦੇ ਨੇ ਇਹ ਟੋਲਾਂ ਦੇ ਉੱਤੇ, ਤੇਲ ਦੇ ਉੱਤੇ, ਲੂਣ ਦੇ ਉੱਤੇ, ਸ਼ਰਾਬ ਦੇ ਉੱਤੇ। 200 ਦੀ ਸ਼ਰਾਬ 2000 'ਚ ਵੇਚਦੇ, ਨਾਲੇ ਮਾਰਦੇ ਆ, ਨਾਲੇ ਪੈਸੇ ਲੈਂਦੇ ਇਹਨਾਂ ਤੋਂ। ਤੇ ਅਮੀਰ ਆਦਮੀ 225 ਕਰੋੜ ਰੁਪਇਆ ਦਿੰਦਾ। ਪੈਟਰੋਲ ਡੀਜ਼ਲ ਦੇ ਉੱਤੇ ਦਿੰਦੇ ਆ ਕਿ ਨਹੀਂ? ਹੁਣ 10 ਰੁਪਏ ਘਟਾਤਾ, ਠੀਕ ਹੈ, 10 ਰੁਪਏ ਘਟ ਕੇ 8000 ਕਰੋੜ ਰੁਪਏ ਦਾ ਸਟੇਟ ਦੇ ਉੱਤੇ, ਐਕਸਚੇਕਰ ਦੇ ਉੱਤੇ ਬੋਝ ਹੈ। ਬਿਜਲੀ ਦੀ ਸਬਸਿਡੀ ਕੇਜਰੀਵਾਲ 2000 ਕਰੋੜ ਦਿੰਦਾ, ਅਸੀਂ 15000 ਕਰੋੜ ਕਰਤੀ। ਅੱਜ 15000 ਕਰੋੜ ਪੰਜਾਬ ਦੀ। ਇਹ ਕਰਦਾ ਕੀ ਹੈ? ਇਹ ਤਾਂ ਟਰਪਲ ਮਾਰਦਾ। 15000 ਕਰੋੜ ਰੁਪਏ ਬਿਜਲੀ ਦੀ ਸਬਸਿਡੀ ਹੈ, ਤੇ ਭਾਈ ਕਿੱਥੋਂ ਆਊ ਪੈਸਾ? ਪਿਛਲੀ ਵਾਰ ਤਾਂ ਫਾਈਨਾਂਸ ਕਮਿਸ਼ਨ ਦਿੰਦਾ ਸੀ, ਪਿਛਲੀ ਵਾਰ ਤਾਂ GST ਵਾਲੇ ਗਰੰਟੀ ਦਿੰਦੇ ਸੀ ਵੀ 14% ਘਾਟਾ ਵਾਧਾ ਅਸੀਂ ਤੁਹਾਨੂੰ 14% ਦਿਆਂਗੇ। ਐਤਕੀ ਕਿੱਥੋਂ ਆਊ ਬਈ? 2022 ਤੋਂ ਬਾਅਦ ਸਰਕਾਰ ਕਿੱਦਾਂ ਚੱਲੂ? ਜਾਂ ਤੇ ਕਰਜ਼ੇ ਨਾਲ ਚੱਲੂ, ਠੀਕ ਹੈ, ਜਾਂ ਤੇ ਕਰਜ਼ੇ ਨਾਲ ਚੱਲੂ, ਜਾਂ ਲੋਕਾਂ ਦੇ ਟੈਕਸ ਲਾ ਕੇ ਚੱਲੂ, ਜਾਂ ਇਨਕਮ ਨਾਲ ਚੱਲੂ। ਸਿੱਧੂ ਦਾ ਪੰਜਾਬ ਮਾਡਲ ਕਹਿੰਦਾ ਨਾ ਲੋਕਾਂ ਤੇ ਟੈਕਸ ਲਾ ਕੇ ਚੱਲੂ, ਨਾ ਕਰਜ਼ਾ ਲੈ ਕੇ ਚੱਲੂ, ਇਨਕਮ ਨਾਲ ਚੱਲੂ। ਕਿਸਾਨੀ ਦੀ ਗੱਲ ਤੁਸੀਂ ਕੀਤੀ ਹੈ, ਤੁਸੀਂ ਕਿਸਾਨੀ ਦੀ ਗੱਲ ਕੀਤੀ। ਕਿਸਾਨਾਂ ਨੇ ਤਾਂ ਹੁਣ ਆਪਣੀ ਖੁਦ ਦੀ ਇੱਕ ਧਿਰ ਬਣਾ ਲਈ ਹੈ, ਤੇ ਤੁਹਾਨੂੰ ਲੱਗਦਾ ਕਿ ਉਹਨਾਂ ਤੋਂ ਬਿਹਤਰ ਕਿਸੇ ਕੋਲ ਕਿਸਾਨੀ ਦਾ ਮਾਡਲ ਹੋ ਸਕਦਾ? ਮੇਰੀ ਗੱਲ ਸੁਣੋ, ਜੇ ਉਹਨਾਂ ਨੇ ਕੋਈ ਦਿੱਤਾ ਹੋਵੇ ਤੇ ਮੈਂ ਉਹਦੇ ਉੱਤੇ ਕੋਈ ਕਮੈਂਟ ਕਰਾਂ? ਮੇਰੀ ਕੀ ਔਕਾਤ ਹੈ? ਮੈਂ ਤੇ ਆਪ ਕਿਸਾਨ ਆ। ਮੈਂ ਤੇ ਜਦੋਂ ਬਿੰਡੀਆਂ ਫਸਦੀਆਂ ਹੁੰਦੀ ਮੋਢੇ ਲਾ ਕੇ ਬਿੰਡੀ ਕੱਢਦੇ ਸੀ ਅਸੀਂ, ਤੇ ਅੱਜ ਵੀ ਮੋਢਾ ਲਾ ਕੇ ਬਿੰਡੀ ਕੱਢਣ ਨੂੰ ਹੀ ਫਿਰਦੇ ਆ। ਇਸ ਫੈਸਲੇ ਦੱਸੋ ਵੀ ਬਿੰਡੀ ਦਾ ਨਾਂ ਸੁਣਿਆ ਕਿਸੇ ਨੇ? ਇਸ ਫੈਸਲੇ ਨੂੰ ਸਿੱਧੂ ਸਾਹਿਬ ਕਿਵੇਂ ਵੇਖਦੇ ਹੋ? ਇਹਨੂੰ ਕਹੇ ਜਿਹੜੇ ਦਿੱਲੀੋਂ ਆਇਆ, ਇਹਨੂੰ ਪੁੱਛ ਕੇਜਰੀਵਾਲ ਨੂੰ, ਬਿੰਡੀ ਕਿਆ ਹੋਤਾ? ਇਹ ਤੁਹਾਨੂੰ ਕਹੇਗਾ ਬਿੰਡੀ ਕਿਆ ਹੋਤਾ, ਨਾ ਕਹੇ ਤਾਂ ਮੈਨੂੰ ਕਹੇ ਦਿੱਲੀ ਵਾਲੇ ਦਿੱਲੀੋਂ ਰਿਮੋਟ ਕੰਟਰੋਲ ਨਾਲ ਚਲਾਉਣਗੇ। ਹੈ ਕਿਸਾਨਾਂ ਦੇ ਫੈਸਲੇ ਨੂੰ ਕਿਵੇਂ ਵੇਖਦੇ ਹੋ? ਪੋਲੀਟੀਕਲ ਕਲਾਸ ਦੇ ਅੰਦਰ ਆਉਣਾ, ਕੋਈ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਇਲੈਕਸ਼ਨ ਲੜ ਸਕਦਾ, ਇਹਨਾਂ ਦਾ ਮੌਲਿਕ ਅਧਿਕਾਰ ਹੈ। ਇਹਨਾਂ ਦੇ ਮੌਲਿਕ ਅਧਿਕਾਰ ਅਸੀਂ ਮੈਂ ਜੀ ਆਇਆਂ ਨੂੰ ਕਹਿਣਾ, ਜੀ ਸਦਕੇ ਕਹਿਣਾ, ਲੇਕਿਨ ਇਹ ਇੰਨਾ ਆਸਾਨ ਨਹੀਂ ਨਾ। ਹੁਣ ਉਹ ਪੋਲੀਟਿਕਸ ਦੇ ਹਿੱਸਾ ਬਣ ਚੁੱਕੇ ਆ। ਪਹਿਲਾਂ ਤਾਂ ਸਮਾਜਿਕ ਮੂਵਮੈਂਟ ਸੀ। ਮੈਂ ਹਮੇਸ਼ਾ ਕਹਿੰਦਾ ਸਮਾਜਿਕ ਮੂਵਮੈਂਟ ਨੂੰ ਆਰਥਿਕ ਮੂਵਮੈਂਟ ਦੇ ਵਿੱਚ ਇੱਜ਼ਤ ਦੀ ਰੋਟੀ 'ਚ ਕਿਵੇਂ ਕੰਟਰੋਲ ਕਰੋਗੇ? ਜੇ ਸਮਾਜਿਕ ਮੂਵਮੈਂਟ ਕਿਸਾਨ ਨੂੰ ਡਿਸੀਜਨ ਦਵਾ ਸਕਦੀ ਹੈ, ਜਾਂ ਤੇ ਪੋਲੀਟੀਕਲ ਬਣ ਕੇ ਤੁਸੀਂ ਪੋਲੀਟੀਕਲ ਨਿਰਣੇ ਆਪ ਲਓ, ਜਾਂ ਕਿਸੇ ਪੋਲੀਟੀਕਲ ਪਾਰਟੀ ਤੋਂ ਨਿਰਣੇ ਕਰਾਓ।
ਜੇ ਸਮਰੱਥਾ ਹੈ ਤਾਂ ਕਿਸਾਨੀ ਸੰਵਰ ਜੂ, ਪਰ ਕਿਸਾਨੀ ਐ ਤਾਂ ਨਹੀਂ ਸੰਵਰਨੀ। ਕਿਸਾਨੀ ਤਾਂ ਸੰਵਰੂਗੀ ਜੇ ਤੁਹਾਡੇ ਕੋਲ ਰੋਡ ਮੈਪ ਹੋਊਗਾ। ਭੁੱਲ ਜਾ ਵੀ ਸੈਂਟਰ ਦੀ ਸਰਕਾਰ ਸਾਨੂੰ ਮਾਰਨ ਡਈ ਹੈ, ਭੁੱਲ ਜਾ ਇਸ ਗੱਲ ਨੂੰ। ਸਾਡੇ ਕੋਲ ਕਿਰਤ ਸੱਭਿਆਚਾਰ ਹੈ, ਵਰਕ ਕਲਚਰ। ਸਾਡੀ ਆਪਦੀ ਸਰਕਾਰ ਕੀ ਕਰ ਰਹੀ ਹੈ? ਸਵਾਲ ਇਹ ਹੈ ਅਸੀਂ ਕਿਸਾਨ ਦੇ ਲਈ ਕੀ ਕਰ ਰਹੇ ਹਾਂ, ਸਾਡਾ ਕੀ ਪਲਾਨ ਹੈ, ਅਸੀਂ ਉਹਨੂੰ ਕਿੱਦਾਂ ਫੈਸਿਲੀਟੇਟ ਕਰਾਂਗੇ। ਕਿਉਂਕਿ ਜੇ ਪੈਸੇ ਨਾ ਆਏ ਤੇ ਹੈਲਥ ਦੇ ਵਿੱਚ ਇਨਵੈਸਟਮੈਂਟ ਨਾ ਹੋਈ, ਐਜੂਕੇਸ਼ਨ 'ਚ ਇਨਵੈਸਟਮੈਂਟ ਨਾ ਹੋਈ, ਤੂੰ ਦੱਸ। ਇੰਡਸਟਰੀ ਹੈ, ਐਗਰੋ ਬੇਸਡ ਇੰਡਸਟਰੀ ਅਗਰ ਹੋਵੇ, ਕੋਈ ਇਹਨਾਂ 'ਚੋਂ ਬੰਦਾ ਬਾਹਰ ਨਾ ਜਾਵੇ। ਐਗਰੋ ਬੇਸਡ ਇੰਡਸਟਰੀ ਕੌਣ ਚਲਾਵੇ? ਬਿਰਲੇ ਟਾਟੇ ਕਿ ਇਹੋ ਜਿਹੇ ਨੌਜਵਾਨ? ਔਰ ਰਾਈਸ ਬ੍ਰੈਨ ਕੌਣ ਬਣਾਵੇ? ਰਾਈਸ ਪ੍ਰੋਟੀਨ ਕੌਣ ਬਣਾਵੇ? ਕਾਰਨਫਲੇਕ ਕੌਣ ਬਣਾਵੇ? ਟਮਾਟੋ ਚਿਪ ਕੌਣ ਬਣਾਵੇ? ਆਲੂਆਂ ਦੇ ਚਿਪ ਕੌਣ ਬਣਾਵੇ? ਇਹ ਬਣਾਉਣ ਪੰਜਾਬ ਸਰਕਾਰ ਮਤ ਕਰੇ, ਦਵੇ ਕੋਲਡ ਸਟੋਰ ਕਿ ਕਿਸਾਨ ਆਪਣਾ 3 ਰੁਪਏ ਦਾ ਟਮਾਟਰ 15 ਦਾ ਵੇਚੇ ਤੇ ਉਹ ਅੱਗੇ 15 ਦਾ 30 ਦਾ ਵੇਚੇ, 30 ਵਾਲਾ ਬੰਦਾ ਜਿਹੜਾ ਹੈ ਅੱਗੇ 40-50 ਦਾ ਵੇਚੇ, ਸਾਰਿਆਂ ਦਾ ਫਾਇਦਾ ਹੋਵੇ। ਸਿੱਧੂ ਪਾਵਰ ਚ ਆਉਂਦਾ ਸਭ ਕੁਝ ਕਰੂ। ਮੇਰੀ ਗੱਲ ਨੂੰ ਸੁਣ, ਫੇਰ ਉਹੀ ਗੱਲ, ਸਿੱਧੂ ਪਾਵਰ 'ਚ ਆਉਂਦੇ ਵਾਲੀ ਗੱਲ ਨਹੀਂ ਹੈ। ਇਹਨਾਂ ਨੂੰ ਪੁੱਛ ਪੰਜਾਬ ਦਾ ਹਰ ਬਸ਼ਿੰਦਾ ਕਿਹਨੂੰ ਪਾਵਰ 'ਚ ਲਿਆਉਂਦਾ ਹੈ? ਫੇਰ ਗੱਲ ਉਹ 2-2 ਕਰੋੜ ਰੁਪਏ ਦੇ ਕੇ ਸਰਵੇ ਕੱਖ ਨਹੀਂ ਹੁੰਦੇ। ਸਰਵੇ ਹੁੰਦਾ ਜ਼ਮੀਨ ਦਾ, ਤੇ ਜ਼ਮੀਨ ਪਾੜ ਕੇ ਆਵਾਜ਼ ਆਉਂਦੀ ਹੈ ਐਤਕੀ, ਜ਼ਮੀਨ ਪਾੜ ਕੇ ਕਿ ਚੋਰ ਅਸੀਂ ਰਹਿਣ ਨਹੀਂ ਦੇਣੇ। ਇਮਾਨਦਾਰੀ ਤੇ ਬਣੂ ਸਰਕਾਰ, ਨੈਤਿਕਤਾ ਦੀ ਤਾਕਤ ਦੇ ਉੱਤੇ ਬਣੂ ਸਰਕਾਰ, ਔਰ ਲੋਕਾਂ ਦੇ ਭਲੇ ਦੇ ਲਈ ਬਣੂਗੀ। ਇਮਾਨਦਾਰ ਕੌਣ ਆ ਪੰਜਾਬ ਦੀ ਪੋਲਿਟਿਕਸ? ਇਹ ਲੋਕਾਂ ਨੂੰ ਪਤਾ ਹੁੰਦਾ। ਮੈਂ ਕਹਿੰਦਾ ਕੋਈ 20,000 ਰੁਪਈਆ ਕਿਸੇ ਤੋਂ ਲਵੇ, ਚਾਹ ਦੀ ਦੁਕਾਨ ਤੇ ਗਿਆਨੀ ਦੀ ਪੁੱਛ ਲੈ, ਉਹ ਤੈਨੂੰ ਦੱਸ ਦੂ। ਪੋਤੜੇ ਦੇ ਖੋਲ। ਚੋਰੀ ਤੇ ਲਸਣ ਦੀ ਬਾਸ ਕਿਤੇ ਛੁਪਾਏ ਛੁਪਦੀ ਹੈ? ਦੱਸੋ ਜੀ, ਛੁਪਦੀ ਹੈ? ਨਾ ਇਸ਼ਕ ਮੁਸ਼ਕ ਛੁਪੇ, ਨਾ ਚੋਰੀ ਛੁਪੇ, ਤੇ ਨਾ ਡਕੈਤੀ ਛੁਪੇ। ਜਿੰਨੇ ਲੋग ਚੋਰੀਆਂ ਕਰਦੇ ਆ पब्लिक ਨੂੰ जानती है। राजेश खन्ना गाना गा गया, ये जो पब्लिक है ये सब जानती है। मैं तेन गारंटी देना, अर्बन एम्पलॉयमेंट गारंटी मिशन 5 ਲੱਖ ਬੰਦੇ ਨੂੰ ਉੱਥੇ ਨੌਕਰੀ। ਹਜੇ ਨੰਬਰਾਂ 'ਚ ਨਾ ਪਈਏ, ਮੈਂ ਟੋਟਲ ਦਊਂ ਤੁਹਾਨੂੰ ਜਿਹੜੀ ਇਨਕਮ ਜਨਰੇਸ਼ਨ ਵੀ ਹੈ। ਜੇ ਸੈਂਡ ਮਾਈਨਿੰਗ ਦੀ ਕਾਰਪੋਰੇਸ਼ਨ ਬਣਦੀ ਹੈ 1 ਲੱਖ ਬੰਦੇ ਨੂੰ ਨੌਕਰੀ ਮਿਲੂ। ਟੈਸਮੈਕ 37,000 ਕਰੋੜ ਰੁਪਈਆ ਕਮਾਉਂਦਾ ਹੈ ਤਾਮਿਲਨਾਡੂ ਦੀ ਸ਼ਰਾਬ ਲਈ, 50,000 ਬੰਦਿਆਂ ਨੂੰ ਨੌਕਰੀ ਮਿਲਦੀ ਹੈ, 300 ਕਰੋੜ ਰੁਪਈਆ ਨੌਕਰੀ ਦਿੰਦੇ ਹੋ। ਨਹੀਂ, ਜੇ ਲਾਗੂ ਹੋ ਜਾਂਦੀਆਂ ਗੱਲਾਂ ਤੁਹਾਡੀਆਂ ਵਾਕਈ ਚੰਗੀਆਂ। ਪਰ ਸਵਾਲ ਇਹ ਹੈ ਸਿੱਧੂ ਸਾਹਿਬ, ਤੁਹਾਡੀ ਪਾਰਟੀ ਆਪਣੇ ਇਮਾਨਦਾਰ ਚਿਹਰੇ ਨੂੰ ਅਨਾਉਂਸ ਕਰੂਗੀ ਜਾਂ ਕਰਨਾ ਬਣਦਾ? ਮੇਰੀ ਇੱਕ ਗੱਲ ਨੂੰ ਸੁਣ, ਹਾਈ ਕਮਾਂਡ ਹੈ, ਠੀਕ ਹੈ, ਉਹ ਕੀ ਕਰੂਗੀ ਇਹ ਤੇ ਉਹਨਾਂ ਦੇ ਮਨ ਦੀ ਗੱਲ ਹੈ। ਲੇਕਿਨ ਮੈਂ ਕੀ ਕਰੂੰਗਾ ਮੈਂ ਦੱਸ ਚੁੱਕਿਆ। ਤੁਹਾਨੂੰ ਲੱਗਦਾ ਸੀਐਮ ਫੇਸ ਕਰਨਾ ਚਾਹੀਦਾ? ਪੰਜਾਬ ਦੀ ਪੋਲਿਟਿਕਸ ਤੁਸੀਂ ਲੰਬੇ ਸਿਰ ਤੋਂ ਕਰ ਰਹੇ ਹੋ, ਸੀਐਮ ਫੇਸ ਤੋਂ ਬਿਨਾ ਪੰਜਾਬ ਦੇ ਅੰਦਰ ਇਲੈਕਸ਼ਨ ਪੋਸੀਬਲ ਹੈ? ਇੱਕ ਗੱਲ ਬੜੇ ਧਿਆਨ ਨਾਲ ਸਮਝ ਲੈ, ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਸੀਐਮ ਫੇਸ ਨਹੀਂ ਅਨਾਉਂਸ ਕੀਤਾ ਸੀ, ਤੇ ਮੈਨੂੰ ਉਹ ਦੋ ਕੀ ਸੀ ਲੰਡੂ ਜਿਹੇ ਬੰਦੇ, ਕੀ ਨਾਂ ਸੀ ਉਹਨਾਂ ਦਾ, ਇੱਕ ਦਰਗੇਸ਼ ਪਾਠਕ ਤੇ ਉਹ ਜਿਹੜੇ ਰਿਮੋਟ ਨਾਲ ਚਲਾਉਂਦੇ ਹੁੰਦੇ ਸੀ ਇੱਥੇ, ਕਿਸੇ ਤੋਂ 50 ਲੱਖ ਫੜ ਲਿਆ, ਕਿਸੇ ਤੋਂ ਕਰੋੜ ਫੜ ਲਿਆ। ਨਾ ਸੰਜੇ, ਹਾਂ ਉਹ ਚਲੋ ਸੰਜੇ ਸਿੰਘ ਨੇ, ਉਹ ਨਿੱਕਾ ਜਿਹਾ ਹੁੰਦਾ ਸੀ ਬੰਗਾਲੀ। ਮੈਨੂੰ ਕਹਿੰਦਾ ਜੀ ਆਪਕੋ डिप्टी बना देंगे। मैं कहा अच्छा। मैं कहा मेरा मुख्यमंत्री कौन हो? कहता वो हम आपको बताएंगे। मैं वाह तेरे ਬਰਾਤ ਤੁਤਰੂ ਕਰਦੀ ਫਿਰਦੀ ਹੈ, ਬਹੂ ਪਿੱਪਲ ਥੱਲੇ ਸੁੱਤੀ ਪਈ ਹੈ। ਹੈਂ, ਮੈਂ ਉਹ ਲਾੜਾ ਲਈ ਫਿਰਦਾ, ਮੈਂ ਲਾੜਾ ਬਰਾਤ ਵੱਜਦੀ ਹੈ, ਧਾਂ ਕਰਦੀ ਹੈ ਹਰ ਪਾਸੇ, ਦਗੜ ਹੁੰਦੀ ਹੈ, ਉਹ ਤੁਤਰੂ ਵੱਜਦੇ। ਲਾੜਾ ਗਾਇਬ ਹੈ ਤੁਹਾਡਾ, ਓਏ ਕਿਤੇ ਕਿਹੜਾ ਲਾੜਾ? ਹੁਣ ਭਗਵੰਤ ਮੇਰੇ ਵਾਲਾ ਡਾਇਲੋਗ ਮਾਰਦਾ, ਸਮਝਿਆ ਨਹੀਂ? ਤੂੰ ਚੰਗੀ ਗੱਲ ਹੈ, ਮੇਰਾ ਛੋਟਾ ਭਾਈ, ਮੈਂ ਉਹਨੂੰ ਬਹੁਤ ਪਿਆਰ ਕਰਦਾ, ਤੂੰ ਦੇਖ ਮੈਂ ਉਹਦੇ ਖਿਲਾਫ ਕਦੇ ਨਹੀਂ ਬੋਲਦਾ। ਕੇਜਰੀਵਾਲ ਕਹਿੰਦੇ ਭਗਵੰਤ ਨਾਲ ਬਹਿਸ ਕਰ ਲਓ। ਅੱਛਾ, ਚੋਰੀ ਤੂੰ ਕਰੇ ਤੇ ਬਹਿਸ ਮੈਂ ਉਹਦੇ ਨਾਲ ਕਰਾਂ? ਚੋਰੀ ਤੂੰ ਕਰੇ, ਦੀਪ ਮਲਹੋਤਰੇ ਨੂੰ ਤੂੰ ਦਵੇਂ, ਭਗਵੰਤ ਨੂੰ ਨੱਪ ਕੇ ਤੂੰ ਰੱਖੇ, ਉੱਥੋਂ ਰਿਮੋਟ ਕੰਟਰੋਲ ਨਾਲ ਪਾਰਟੀ ਤੂੰ ਚਲਾਵੇਂ, ਬਾਹਰੋਂ ਆ ਕੇ ਪੰਜਾਬ ਦੇ ਉੱਤੇ ਵਰਚਸਵ ਤੂੰ ਕਾਇਮ ਕਰੇ, ਤੇ ਭਗਵੰਤ ਨਾਲ ਬਹਿਸ ਕਰਾਂ ਮੈਂ? ਮੇਰਾ ਬੱਚਾ ਉਹ, ਮੈਨੂੰ ਗੁਰੂ ਮੰਨਦਾ ਉਹ। ਤੁਹਾਡਾ ਜਵਾਬ ਮੈਂ ਉਹਨੂੰ ਲਾਫਟਰ ਚੈਲੰਜ ਲੈ ਕੇ ਆਇਆ। ਤੁਹਾਡਾ ਜਵਾਬ ਅਧੂਰਾ ਰਹਿ ਗਿਆ, ਸੀਐਮ ਫੇਸ ਅਨਾਉਂਸ ਹੋਣਾ ਚਾਹੀਦਾ ਕਿ ਨਹੀਂ? ਬਈ ਪਿਛਲੀ ਵਾਰ ਨਹੀਂ ਕੀਤਾ ਸੀ ਤੇ 100 ਤੋਂ 20 ਤੇ ਆ ਗਏ ਸੀ। ਕਿੰਨੇ ਤੇ ਆ ਗਏ ਸੀ? ਅਸੀਂ ਕੀਤਾ ਸੀ ਤੇ ਚੰਗੇ ਬੰਦੇ ਆ ਗਏ ਸੀ ਤੇ ਅਸੀਂ ਬਣਾ ਗਏ ਸੀ। ਕਹਿੰਦੇ ਕਰਮ ਉਸ ਬੱਚੇ ਵਾਂਗ ਹੁੰਦਾ ਜਿਹੜਾ 100 ਗਊਆਂ ਚੋਂ ਆਪਣੀ ਮਾਂ ਲੱਭ ਲੈਂਦਾ। ਜਿਹੋ ਜਿਹਾ ਬੀਜੇਗਾ ਬੰਦਿਆ ਉਹੋ ਜਿਹੀ ਵੱਢੇਗਾ। ਗੱਲ ਨੂੰ ਸਮਝ ਲੈ, ਪੰਜਾਬੀਆਂ ਨੇ ਧੋਖਾ ਨਹੀਂ ਖਾਣਾ। ਇਹ ਕਿਸੇ ਨੂੰ ਪੁੱਛ ਲਈ, ਕਿਸੇ ਨੂੰ ਪੁੱਛ ਲਈ ਐਤਕੀ ਵੀ ਪੰਜਾਬੀਆਂ ਨੂੰ। ਅੱਛਾ, ਇਹਨਾਂ ਨੂੰ ਪੁੱਛ ਬਈ, ਇਹਨਾਂ ਤੋਂ ਪੁੱਛ ਵੀ ਇਹਨਾਂ ਨੂੰ ਉਹ ਚਿਹਰਾ ਚਾਹੀਦਾ ਜਿਹੜਾ ਇਹਨਾਂ ਨੂੰ ਸਵਾਰੂ ਜਾਂ ਨਹੀਂ, ਜਾਂ ਬਿਨਾਂ ਦੱਸੇ ਹੀ ਚੱਲੂ। ਇਹਨਾਂ ਨੂੰ ਪਤਾ ਕਰ। 2 ਸਵਾਲ ਮੇਰੇ ਹੋਰ ਹੈਗੇ ਸਿੱਧੂ ਸਾਹਿਬ, ਬਹੁਤੇ ਨਹੀਂ। ਤੁਸੀਂ ਸੱਚੀ ਗੱਲ ਕਰਦੇ ਹੋ ਤੇ ਪੁਲਿਸ ਵਾਲੇ ਤੁਹਾਡੇ ਨਾਲ ਨਾਰਾਜ਼ ਹੋ ਗਏ, ਕਹਿੰਦੇ ਵੀ ਮੈਂ ਮਾਫੀ ਮੰਗਦਾ, ਕਹਿੰਦੇ ਵੀ ਸਿੱਧੂ ਸਾਹਿਬ ਉਹ ਯਾਰ ਮੈਂ ਮਾਫੀ, ਮੈਂ ਪੁਲਿਸ ਵਾਲੇ ਦੇ ਕਿਸੇ ਦਾ ਨਾਂ ਨਹੀਂ ਲਿਆ।
ਮੈਂ ਤਾਂ ਉਹਨੂੰ ਬੰਦੇ ਨੂੰ ਤਗੜਾ ਕਰਨ ਲਈ ਕਿਹਾ। ਮੈਂ ਕਿਹਾ ਯਾਰ ਆ ਬੰਦਾ ਬੜਾ ਗਾਡਰ ਹੈ। ਉਹਨੇ ਸਾਡਾ ਮੂੰਹ ਤੋਂ ਕੱਢੀ ਜਾਂਦੇ ਹੋ। ਨਹੀਂ ਉਹ ਕਹੇ ਇਹ ਐ ਨਹੀਂ ਹੋ ਸਕਦਾ ਚਾਹ ਡੁੱਲੀ ਹੋਵੇ, ਜ਼ਰੂਰੀ ਹੈ ਵੀ ਪੈਂਟ ਗਿੱਲੀ ਹੋਗੀ ਤੇ ਮੂਤ ਨਾਲ ਹੀ ਗਿੱਲੀ ਹੋਣੀ ਹੈ। ਇਹ ਕਹੇ ਜਿਹੀਆਂ ਗੱਲਾਂ ਕਰੀ ਜਾਂਦਾ। ਹੋ ਸਕਦਾ ਚੱਲ ਮੈਂ ਤਾਂ ਨਹੀਂ ਇਹ ਕਿਹਾ ਕਿਤੇ ਨਾ ਵੀ। ਮੈਂ ਕਿਹਾ ਬਈ ਭਾਈ ਇਹ ਬੰਦਾ ਤਗੜਾ ਇੰਨਾ ਹੈ ਵੀ ਥਾਣੇਦਾਰ ਸਭ ਤੋਂ ਤਗੜਾ ਮੰਨਿਆ ਜਾਂਦਾ। ਕਿਉਂ ਬਈ ਮੰਨਿਆ ਜਾਂਦਾ ਵੀ ਥਾਣੇਦਾਰ ਦੀ ਪੈਂਟ ਗਿੱਲੀ, ਮਤਲਬ ਥਾਣੇਦਾਰ ਨੂੰ ਡਰਾ ਦੇ। ਭਾਈ ਮੈਂ ਕਿਸੇ ਦਾ ਨਾਂ ਲਿਆ, ਫਿਰ ਵੀ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੈ, ਮੈਂ ਇਹਨਾਂ ਨਾਲ ਥੋੜ੍ਹਾ ਲੜਨਾ। ਸਾਡੀ ਸ਼ਾਨ ਨੇ, ਸਾਡੀ ਪੱਗ ਨੇ, ਮੈਂ ਮਾਫੀ ਮੰਗਦਾ। ਪਰ ਮੈਂ ਮੁੱਖ ਮੰਤਰੀ ਤੋਂ ਮੰਗੀ ਹੈ, ਮੈਂ ਪ੍ਰਧਾਨ ਮੰਤਰੀ ਤੋਂ ਮੰਗੀ ਹੈ, ਮੈਂ ਇਹਨਾਂ ਚੋਰਾਂ ਤੋਂ ਮੰਗੀ ਹੈ। ਪੁਲਿਸ ਸਾਡੀ ਸ਼ਾਨ ਹੈ। ਛਾਤੀ ਠੋਕ ਕੇ ਕਹਿਣਾ ਵੀ ਜੇ ਕਿਸੇ ਦੇ ਦਿਲ ਨੂੰ ਇੰਨੀ ਕੁ ਵੀ ਠੇਸ ਪਹੁੰਚੀ ਹੈ, ਮੇਰੇ ਲਈ ਤਾਂ ਤੁਸੀਂ ਰੱਬ ਹੋ। ਹਰਭਜਨ ਸਿੰਘ ਭਾਜੀ ਨੂੰ ਮੈਂ ਪਿਛਲੇ ਦਿਨ ਮਿਲਿਆ, ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ, ਇੰਟਰਵਿਊ ਕੀਤਾ। ਤੁਹਾਡੀ ਮੁਲਾਕਾਤ ਤੋਂ ਬਾਅਦ ਬੜੀ ਚਰਚਾ ਛਿੜ ਗਈ। ਜਦੋਂ ਤੁਸੀਂ ਕਿਹਾ ਕਿ ਉਮੀਦ ਦੀ ਮੁਲਾਕਾਤ ਹੋਈ ਆ, ਕਈ ਪੋਸੀਬਿਲਿਟੀਜ਼ ਹੈਗੀਆਂ ਨੇ, ਉਹ ਚਰਚਾ ਚੱਲ ਪਈ ਵੀ ਸਿੱਧੂ ਸਾਹਿਬ ਨਾਲ ਯਾਰੀ ਪੱਕੀ ਹੈ ਤੇ ਸ਼ਾਮਲ ਹੋਇਆ ਲਓ ਕਾਂਗਰਸ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਮੈਂ ਕਦੇ ਵੀ ਕਿਸੇ ਨੂੰ ਲਾਰਾ ਨਹੀਂ ਲਾ ਕੇ ਲੈ ਕੇ ਆਇਆ। ਮੈਨੂੰ ਬੜੇ ਲੋਕ ਕਹਿੰਦੇ ਸੀ ਪਾਰਟੀਆਂ 'ਚ, ਮੈਂ ਪਹਿਲਾਂ ਇਹ ਕਹੂੰਗਾ ਵੀ ਭਾਈ ਤੈਨੂੰ ਚਾਹੀਦਾ ਕੀ ਹੈ। ਬੜਾ ਸੌਖਾ ਹੈ, ਕਿਸੇ ਨੂੰ ਕਹੋ ਤੁਹਾਡੇ ਤੇ ਵਿਸ਼ਵਾਸ ਕਰਕੇ ਆ ਜੇ ਤੇ ਬਾਅਦ ਦੇ ਵਿੱਚ ਤੁਸੀਂ ਉਹਨੂੰ ਪੁੱਛੋ ਨਾ। ਇਹ ਨਹੀਂ ਹੋਣਾ। ਨਵਜੋਤ ਸਿੰਘ ਸਿੱਧੂ ਜੇ ਕਿਸੇ ਨੂੰ ਲਿਆਊਗਾ ਤੇ ਗਰੰਟੀ ਕਰਕੇ ਲਿਆਊਗਾ ਜੋ ਚਾਹੁੰਦਾ ਹੈ। ਜੇ ਪਾਰਟੀ ਦਿੰਦੀ ਹੈ ਤਾਂ ਲੈ ਆ। ਗੱਲ ਹੋਈ ਹੈ ਮੇਰੀ ਹਰਭਜਨ ਨਾਲ ਗੱਲ ਹੋਈ ਹੈ, ਉਹਨੇ ਕੋਈ ਮੰਗਾਂ ਰੱਖੀਆਂ ਨੇ। ਜੇ ਪਾਰਟੀ ਮੰਗਾਂ ਪੂਰੀਆਂ ਕਰੂਗੀ, ਮੈਂ ਉਹਨੂੰ, ਮੇਰਾ ਪੁੱਤਰ ਹੈ। ਜਿੱਦਣ ਪਹਿਲੀ ਵਾਰ ਉਹ ਟੈਸਟ ਮੈਚ ਖੇਡਿਆ ਸੀ, ਮੇਰਾ ਆਖਰੀ ਸੀ। ਸੋ ਹਿਸਾਬ ਲਾ ਲਾ, ਮੈਂ ਉਹਨੂੰ ਬੈਟਨ ਪਾਸ ਕੀਤਾ। ਉਹਨੂੰ ਕਿਹਾ ਸੀ 100 ਟੈਸਟ। ਜੋ ਕਹਿੰਦੇ ਮੈਂ ਭਾਜੀ ਦੀ ਬਹੁਤ ਕਦਰ ਕਰਦਾ। ਭਈ ਕਦਰ ਕਿਹਦੀ ਹੁੰਦੀ ਹੈ? ਜਿਹੜਾ ਦੂਸਰੇ ਨੂੰ ਇੱਜ਼ਤ ਦਊਗਾ, ਸਨਮਾਨ ਦਊਗਾ, ਸੱਚਾ ਹੋਊਗਾ, ਜਿਹੜਾ ਪਿਆਰ ਕਰੂਗਾ ਦਿਲੋਂ। ਪਿਆਰ ਕੋਈ ਲੁਕਦਾ ਛਿਪਦਾ ਥੋੜਾ। ਇਸ ਕਰਕੇ ਛੋਟੇ ਭਾਈ ਅੱਜ ਐਂਡਿੰਗ ਇਸ ਗੱਲ ਦੇ ਉੱਤੇ ਕਰਦੇ ਆ। ਆਖਰੀ ਸਵਾਲ ਮੇਰਾ ਰਹਿੰਦਾ ਹਜੇ, ਆਖਰੀ ਸਵਾਲ। ਮੈਂ ਕਿਹਾ ਆਖਰੀ ਛੱਡ ਤੂੰ 100 ਪੁੱਛ। ਮੇਰਾ ਆਖਰੀ ਸਵਾਲ ਹੈ, ਹਾਂ, ਭਾਜਪਾ ਜਿਹੜਾ ਪੁਰਾਣੇ ਬੰਦੇ ਸ਼ਾਮਲ ਕਰੀ ਜਾਂਦੀ, ਕਾਂਗਰਸੀ ਕੈਪਟਨ ਦੀ ਲੌਬੀ ਵਾਲੇ ਜਾਂ ਕਹਿੰਦੇ ਨਵੇਂ ਮੰਤਰੀ ਸਾਡੇ ਜਿਹੜੇ ਸੰਪਰਕ 'ਚ ਹੈਗੇ ਆ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਕੋਈ ਪੰਜਾਬ ਦੇ ਅੰਦਰ ਇਹਦੇ ਨਾਲ ਪੋਲਿਟਿਕਸ ਬਦਲੂਗੀ? ਇਹ ਤੇ ਡੰਗ ਟਪਾਉਣ ਨੂੰ ਹੈ। ਮੈਨੂੰ ਇੱਕ ਗੱਲ ਦੱਸ, ਜਿਹੜਾ ਬੰਦਾ ਗਾਲਾਂ ਕੱਢਦਾ ਰਿਹਾ ਹੋਵੇ ਇਸ ਤਰੀਕੇ ਦੇ ਨਾਲ, ਸਮਝਿਆ ਨਹੀਂ, ਮੈਰਿਜ ਆਫ ਕਨਵੀਨੀਅੰਸ ਕਰਕੇ, ਉਹ ਆਖਰੀ 1 ਮਹੀਨੇ ਦੇ ਵਿੱਚ ਜਿਹਨੂੰ ਘਰੋਂ ਬਾਹਰ ਨਾ ਨਿਕਲਣ ਦੇਣਾ, ਇਹ ਤੇ ਲੋਕਾਂ ਦਾ ਫੈਸਲਾ ਹੈ ਨਾ। ਲੇਕਿਨ ਤੂੰ ਮੈਨੂੰ ਦੱਸ, ਤੈਨੂੰ ਕੀ ਲੱਗਦਾ? ਕੈਪਟਨ ਅਮਰਿੰਦਰ ਸਿੰਘ ਰਾਜਪੁਰੇ ਗਿਆ, ਰਾਜਪੁਰੇ 40 ਬੰਦੇ ਸੀ ਉਹਦੀ ਰੈਲੀ 'ਚ, ਤੇ ਉਦੋਂ ਬਾਅਦ 80 ਬੰਦੇ ਆ ਕੇ ਉਹਦੀ ਗੱਡੀ ਤੇ ਚੜ੍ਹ ਗਏ ਤੇ ਫਿਰ ਕੂਕਾਂ ਮਾਰਨ ਲੱਗੇ, ਬੁਲਾਓ ਸਿੱਧੂ ਨੂੰ, ਬੁਲਾਓ ਚੰਨੀ ਨੂੰ, ਛੁਡਾ ਕੇ ਲੈ ਜੇ। ਤੇ ਐਂ ਦੇਖਦਾ ਸੀ ਬਿਲੌਰੀ ਵਾਂਗੂ। ਪਰ ਖਬਰ ਆਈ ਹੈ ਵੀ ਫਤਿਹ ਜੰਗ ਬਾਜਵਾ ਵੀ ਪਹੁੰਚ ਗਿਆ। ਤੁਸੀਂ ਰੈਲੀ ਕਰਕੇ ਆਏ ਹੋ। ਮੇਰੀ ਇੱਕ ਗੱਲ ਨੂੰ ਸੁਣ, ਜਿਹਨੇ ਸਮਝੌਤਾ ਕਰ ਲਿਆ ਲੋਕਾਂ ਦੀਆਂ ਨਜ਼ਰਾਂ 'ਚ ਗਿਰੇਗਾ। ਸਮਝੌਤਾ ਕੌਣ ਕਰਦਾ ਹੈ? ਜਿਹਦੇ ਤੇ ਈਡੀ ਚੜੀ ਹੋਈ ਹੈ, ਜਿਹਨੇ ਚੋਰੀਆਂ ਕੀਤੀਆਂ ਨੇ, ਜਿਹੜਾ ਰਬੜ ਦੇ ਗੁੱਡੇ ਵਾਂਗੂ ਤਾੜੀਆਂ ਮਾਰਦਾ ਇਹਨਾਂ ਦੇ ਹੱਥ। ਦੱਸੋ ਇਹਨਾਂ 'ਚੋਂ ਕੌਣ ਪਿਆਰ ਕਰਦਾ? ਤਿੰਨ ਕਾਲੇ ਕਾਨੂੰਨ ਬਣਾਉਣ ਵਾਲਿਆਂ ਨੂੰ ਦੱਸੋ ਨਾ, ਇਹਨਾਂ ਨੂੰ ਪੁੱਛੋ ਕੌਣ ਕਰਦਾ। ਤੇ ਜਿਹੜੇ ਉਹਨਾਂ ਨਾਲ ਜਾ ਕੇ ਖੜ ਗਏ, ਕਿਉਂ ਖੜ ਗਏ? ਕਿਉਂਕਿ ਟਰਸਟ ਨੇ, ਕਿਉਂਕਿ ਈਡੀ ਨੇ ਨੋਟਿਸ ਦਿੱਤੇ ਹੋਏ ਨੇ, ਜਮਾਈਆਂ ਨੂੰ ਘੇਰੇ ਹੋਏ ਨੇ ਤੇ ਬੰਨੇ ਹੋਏ ਨੇ, ਇਸ ਕਰਕੇ ਡਰਦੇ ਨੇ। ਇਹ ਗੱਲਾਂ ਲੋਕਾਂ ਤੋਂ ਲੁਕੀਆਂ ਨਹੀਂ ਗਈਆਂ, ਲੋਕਾਂ 'ਚ ਸਾਹਮਣੇ ਆ ਚੁੱਕੀਆਂ ਨੇ। ਇਹ ਸਮਝਦਾ। ਬਾਕੀ ਜਿਹੜੀਆਂ ਰਹਿੰਦੀਆਂ ਹੁੰਦੀਆਂ ਨੇ ਮੈਂ ਲਿਆ ਦੂੰ। ਪਰ ਗੱਲ ਇੱਕ ਕਹਿਣੀ ਹੈ ਅਖੀਰ 'ਚ, ਹੁਣ ਮੇਰਾ ਅਖੀਰ ਆ ਜੇ। ਜੇ ਤੇ ਐਤਕੀ ਸਰਕਾਰ, ਪੰਜਾਬ ਦੇ ਲੋਕ ਰੱਬ ਵਰਗੇ ਜਿਨ੍ਹਾਂ ਨੇ ਮੈਨੂੰ 6 ਇਲੈਕਸ਼ਨ ਜਿਤਾਏ, ਜੇ ਤੇ ਇਹਨਾਂ ਦੀ ਜ਼ਿੰਦਗੀ ਬਦਲਣ ਦੇ ਵਾਸਤੇ, ਇਹਨਾਂ ਦੀ ਜ਼ਿੰਦਗੀ ਦੀ ਬਿਹਤਰੀ ਦੇ ਵਾਸਤੇ ਇਲੈਕਸ਼ਨ ਲੜਨਾ ਹੈ, ਅਗਲੀ ਪੀੜ੍ਹੀ ਦੇ ਉਥਾਨ ਦੇ ਲਈ ਇਲੈਕਸ਼ਨ ਲੜਨਾ, ਸਿੱਧੂ ਨੂੰ ਨੀਹਾਂ 'ਚ ਚਿਣ ਦਿਓ, ਕੋਈ ਰੌਲਾ ਨਹੀਂ। ਗਰੰਟੀ ਦੇ ਦਿਓ ਵੀ ਆ ਪੰਜਾਬ ਮਾਡਲ ਲਾਗੂ ਹੋਊਗਾ, ਸਿੱਧੂ ਨੂੰ ਨੀਹਾਂ 'ਚ ਚਿਣ ਦਿਓ। ਜੇ ਸੱਤਾ 'ਚ ਆਉਣ ਦੇ ਲਈ ਲਾਲੀਪੌਪ ਦੇ ਕੇ, ਭਰਮਾਉਣ ਦੇ ਲਈ ਝੂਠ ਬੋਲ ਕੇ, ਝੂਠ ਵੇਚ ਕੇ ਇਲੈਕਸ਼ਨ ਲੜਨਾ, ਸਿੱਧੂ ਹੈ ਨਹੀਂ। ਇਹ ਜੇ ਇਹਨਾਂ ਦੀ ਜ਼ਿੰਦਗੀ ਬਿਹਤਰ ਕਰਨ ਦੀ ਗੱਲ ਕਰਦੇ ਹੋ, ਸਿੱਧੂ ਦੀ ਜਾਨ ਹਾਜ਼ਰ। ਟਿਕਟਾਂ ਦੀ ਵੰਡ ਕਿਵੇਂ ਕਰੋਗੇ? ਮੈਂ ਕਿਹਾ ਮੈਰਿਟ ਦੇ ਉੱਤੇ ਕਰਾਂਗੇ। ਆ ਮੁੰਡਾ ਦੇਖ, ਇਹਦੀਆਂ ਮੁੱਛਾਂ ਖੜੀਆਂ ਨਾ। ਸੁਣ ਮੈਰਿਟ ਨੂੰ ਦੱਸਦਾ। ਰੌਲਾ ਪੈ ਗਿਆ, ਕਈ ਰੈਲੀਆਂ ਕੀਤੀਆਂ, ਰਾਣਾ ਗੁਰਜੀਤ ਨਾਰਾਜ਼ ਹੋ ਗਏ, ਉਹ ਤੁਹਾਡੇ ਬਾਰੇ ਬੋਲਦੇ, ਕਹਿੰਦੇ ਵੀ ਸਿੱਧੂ ਸਾਹਿਬ ਉੱਥੇ ਜਾਂਦੇ ਆ ਜਿੱਥੇ ਰੌਲਾ ਚੱਲ ਰਿਹਾ ਵੀ ਇੱਥੇ 2 ਬੰਦੇ ਆ ਸਕਦੇ ਆ, ਕਿਸੇ ਨਵੇਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਮੇਰੀ ਗੱਲ ਨੂੰ ਸੁਣ। ਤੁਸੀਂ ਬਸੀ ਪਠਾਣਾ ਵੀ ਗਏ, ਸੀਐਮ ਦੇ ਭਰਾ ਦੇ ਉੱਥੋਂ ਚਰਚੇ ਸੀ। ਤੁਸੀਂ ਕਪੂਰਥਲੇ ਵੀ ਗਏ, ਉੱਥੋਂ ਨਵਤੇਜ ਚੀਮਾ ਦੇ ਖਿਲਾਫ ਰਾਣਾ ਗੁਰਜੀਤ ਆਪਣੇ ਬੇਟੇ ਨੂੰ ਉਤਾਰਨ ਦੀ ਤਿਆਰੀ ਕਰ ਰਹੇ ਸੀ। ਮੇਰੀ ਗੱਲ ਨੂੰ ਸੁਣ, ਮੈਂ ਪੰਜਾਬ ਦਾ ਪ੍ਰਧਾਨ ਆ, ਕਿਸੇ ਦੇ ਪਿਓ ਦਾ ਰਾਜ ਆ ਮੈਨੂੰ ਰੋਕ ਲੂ? ਮੈਂ ਪੰਜਾਬ ਦਾ ਪ੍ਰਧਾਨ ਆ, ਕਿਸੇ ਵੀ ਐਮਐਲਏ ਕੋਲ ਜਾ ਸਕਦਾ। ਪੰਜਾਬ ਦਾ ਪ੍ਰਧਾਨ ਕੋਈ ਗੱਲ ਕਰਦਾ, ਉਹਦੇ 'ਚ ਅਹਿਮੀਅਤ ਹੈ ਕਿ ਨਹੀਂ ਹੈ? ਤੁਸੀਂ ਆਪਦੀ ਸੀਟ ਹਾਰਦੇ ਹੋ, ਆਪਦੀ 5 ਸਾਲ ਤੁਸੀਂ ਕੁਕਰਮ ਕੀਤੇ ਹੋਣ, ਤੇ ਤੁਸੀਂ ਆਪਦੀ ਸੀਟ ਛੱਡ ਕੇ ਦੂਜੇ ਦੀ ਸੀਟ ਦੇ ਉੱਤੇ ਜਾ ਕੇ ਖਰਾਬ ਕਰਨ ਲੱਗ ਜਾਓ। 100 ਮਣ ਦੁੱਧ 'ਚ ਖੱਟਾ ਪਾਉਣ ਲਾ ਦੋ, ਨਹੀਂ ਪਾਉਣ ਦਿੰਦਾ, ਜਾ ਲਾ ਜ਼ੋਰ, ਨਹੀਂ ਪਾਉਣ ਦਿੰਦਾ।
ਵੱਟ ਕਰ ਦੂੰ ਕੜਿੱਲਾਂ, ਅੜਾ ਦੂੰ ਤੋਤੇ, ਪਾ ਦੂੰ ਮੋਸ਼ੇ ਠੋਕੋ ਤਾੜੀ। ਗੱਲ ਕਾਹਦੀ ਹੈ? ਮੈਰਿਟ ਨੂੰ ਆਨਰ ਕਰਾਂਗੇ, ਜਿਹੜਾ ਬੰਦਾ ਜਿੱਤਦਾ, ਜਿਹੜਾ ਲੋਕਾਂ ਦਾ ਹਰਮਨ ਪਿਆਰਾ ਹੈ, ਉਹਨੂੰ ਆਨਰ ਕਰਾਂਗੇ। ਮੈਂ ਕਿਉਂ ਬੈਠਾ ਇੱਥੇ? ਆ ਮੁੰਡਾ ਦੇਖ ਮੁੱਛਾਂ ਖੜਾ ਕਰੀ ਫਿਰਦਾ, ਇਹ ਵਿਆਹ ਤੋਂ ਬਾਅਦ ਵੀ ਮੁੱਛਾਂ ਖੜੀਆਂ ਦੀਆਂ। ਇਹ ਕੁਛ ਤੇ ਹੋਣਾ ਇਹਦੇ 'ਚ। ਇਹੋ ਜਿਹੇ ਮੁੰਡੇ ਅਸੀਂ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਆ, ਜਿਹੜੇ ਲੋਕਾਂ ਦੇ ਹਰਮਨ ਪਿਆਰੇ ਆ। ਸਮਝਦਾ ਨਾ? ਮੈਂ ਉੱਥੇ ਬਰਗਾੜੀ ਗਿਆ ਸੀ, ਉਸ ਮੋਰਚੇ 'ਚ ਬੈਠ ਗਿਆ। ਲੈ ਕਹਿ ਕਿਸੇ ਪੋਲੀਟੀਸ਼ੀਅਨ ਨੂੰ ਉੱਥੇ ਜਾ ਕੇ ਬੈਠ ਕੇ ਦਿਖਾਵੇ, ਜੇ ਛੱਲੀਆਂ ਨੂੰ ਛਿੱਲਣਾ ਦੇਣਗੇ ਮੈਨੂੰ ਕਹਿ ਦੀ। ਲੋਕਾਂ ਦਾ ਵਿਸ਼ਵਾਸ ਰੱਖੋ, ਲੋਕਾਂ ਦੇ ਲਈ ਜੀਓ। ਲੋਕ ਪਛਾਣਦੇ ਆ, ਸੱਚ ਤੇ ਖੜੋ। ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ, ਉਸ ਧਰਮ ਦੇ ਉੱਤੇ ਖੜੋ, ਪਹਿਰੇਦਾਰੀ ਕਰੋ। ਗੁਰੂ ਸਾਹਿਬ ਨੂੰ ਕਿਉਂ ਯਾਦ ਕਰਦੇ ਆ? ਚਮਕੌਰ ਦੀ ਗੜੀ 'ਚੋਂ ਜਦੋਂ ਬਾਬਾ ਨਿਕਲਣ ਲੱਗਿਆ, 40 ਸੂਰਮੇ ਸ਼ਹੀਦ ਪਏ ਸੀਗੇ, ਤੇ ਨਾਲ ਬਾਬਾ ਅਜੀਤ ਸਿੰਘ ਦੀ ਪਵਿੱਤਰ ਦੇਹੀ ਪਈ ਸੀ। ਤੇ ਭਾਈ ਸਾਹਿਬ ਨੇ ਐਂ ਕਰਕੇ ਕਮਰ ਕਸਾ ਕੱਢਿਆ ਤੇ ਉਸ ਪਵਿੱਤਰ ਦੇਹੀ ਦੇ ਉੱਤੇ ਕਮਰ ਕਸਾ ਪਾਉਣ ਲੱਗਿਆ। ਉਹ ਕਹਿੰਦਾ ਗੱਲ ਸੁਣੋ, ਜੇ ਇਹਨਾਂ 40 ਦੇ ਉੱਤੇ ਪਾਉਣ ਜੋਗਾ ਹੈ ਤੇ ਤਾਂ ਪਾਈ, ਨਹੀਂ ਤਾਂ ਬਿਲਕੁਲ ਨਾ ਪਾਈ। ਕੀ ਕਹਿ ਕੇ ਗਏ ਉਹ? ਕਤਾਰ 'ਚ ਖੜਾ ਗਾਂਧੀ ਜੀ, ਮਤਲਬ ਇੰਨਾ ਉਹਦਾ ਨਾਂ ਹੋਇਆ। ਉਹ ਕੀ ਕਹਿੰਦਾ ਸੀ? ਜਦੋਂ ਮੈਂ ਕੋਈ ਨਿਰਣਾ ਲੈਣਾ ਤੇ ਮੈਂ ਇਹ ਸੋਚਦਾ ਕਿ ਭਾਈ ਕਤਾਰ 'ਚ ਆਖਰੀ ਖੜੋਤਾ ਗਰੀਬ, ਉਹਦੇ ਉੱਤੇ ਇਹਦਾ ਕੀ ਪ੍ਰਭਾਵ ਪਊਗਾ। ਕੋਈ ਸੋਚਦਾ? ਆਲਾ ਕਹਿੰਦਾ ਮੇਰਾ ਪੁੱਤਰ, ਮੇਰੇ ਢਾਬੇ, ਮੇਰੀਆਂ ਬੱਸਾਂ, ਕਿੱਥੇ ਆ ਤੇਰਾ? ਇਹ ਬਾਬੇ ਦੇ ਫਲਸਫੇ ਨਾਲ ਹੀ ਪੰਜਾਬ ਉੱਤੇ ਆ ਸਕਦਾ। ਸ਼ਾਸਕ ਭਾਉ ਸਿੱਟਣਾ ਪਊ ਸੋਢੀ ਸਾਹਿਬ, ਪਰਿਵਾਰ ਦੀ ਏਕਤਾ ਜਗਾਉਣੀ ਪਊ। ਮੇਰਾ ਭਾਈ, ਮੇਰੀ ਭੈਣ, ਕੋਈ ਪਿਓ ਵਰਗਾ ਬੰਦਾ ਮੁੱਖ ਮੰਤਰੀ ਬਣਾਉਣਾ ਪਊ। ਆਪਦੇ ਮੁੰਡੇ ਹੀ ਨਾ ਬਾਹਰ ਭੇਜੀ ਜਾਓ ਪੜ੍ਹਾਉਣ ਨੂੰ। ਸਮਝਿਆ ਨਹੀਂ? ਇਹਨਾਂ ਬੱਚਿਆਂ ਦਾ ਵੀ ਖਿਆਲ ਰੱਖੋ। ਇਹ ਸ਼ਾਸਕ ਭਾਉ ਸਿੱਟ ਕੇ ਹੀ ਪੰਜਾਬ ਸੰਵਰੂ, ਪਰਿਵਾਰ ਦੀ ਏਕਤਾ ਸਿਰਜ ਕੇ ਹੀ ਪੰਜਾਬ ਸੰਵਰੂ, ਤੇ ਤਦ ਗੱਲ ਚੱਲੂਗੀ। ਫਿਰ ਗੱਲ ਚੱਲਦੀ ਹੈ ਜਦੋਂ ਬਹਾਦਰੀ ਦੀ ਬਾਤ ਕਰਦਾ ਜੱਗ ਪੰਜਾਬੀਆਂ ਦੀ। ਭਾਰਤ ਜਿਸਮ ਸਾਡਾ, ਪੰਜਾਬ ਰੂਹ ਸਾਡੀ, ਅੰਮ੍ਰਿਤਸਰ ਹੈ ਪੱਗ ਪੰਜਾਬੀਆਂ ਦੀ, ਅੰਮ੍ਰਿਤਸਰ ਹੈ ਪੱਗ ਪੰਜਾਬੀਆਂ ਦੀ।